सो देखो सब तो पहला तो जो टॉपिक है जो आप करना है आज वो है प्रोजेक्टाइल मोशन। प्रोजेक्टाइल मोशन along an inclined plane inclined plane this is ਤੁਸੀਂ ਪ੍ਰੋਜੈਕਟਾਈਲ ਮੋਸ਼ਨ ਪਹਿਲਾਂ ਕੀਤਾ ਹੋਇਆ ਵੈਸੇ ਅਗਰ ਤੁਸੀਂ ਅਲੋਂਗ ਜੀ ਹੌਰੀਜ਼ੌਂਟਲ ਪਲੇਨ ਅਗਰ ਤੁਸੀਂ ਕਿਸੇ ਐਂਗਲ ਤੇ ਪ੍ਰੋਜੈਕਟ ਕਰਦੇ ਹੋ ਉਹ ਤੁਸੀਂ ਕੀਤਾ ਹੋਇਆ ਮੈਂ ਤਾਂ ਉੱਥੋਂ ਹੀ ਲਿਖ ਕੇ ਸ਼ੁਰੂ ਕਰੂੰਗਾ ਤੇ ਕੁਝ ਨਹੀਂ ਹੈਗਾ ਇਹ ਅਸਲ ਵਿੱਚ ਜ਼ਿਆਦਾ ਕੁਝ ਨਹੀਂ ਹੈਗਾ ਕਿ ਤੁਹਾਨੂੰ ਲੱਗੇ ਕਿ ਵੀ ਪਤਾ ਨਹੀਂ ਕਿੱਡਾ ਵੱਡਾ ਇਹ ਟੌਪਿਕ ਹੋਣ ਜਾ ਰਿਹਾ ਹੈ ਕੁਝ ਵੀ ਨਹੀਂ ਤੁਸੀਂ ਪਹਿਲਾਂ ਜੋ ਕੁਝ ਕਰ ਚੁੱਕੇ ਹੋ ਉਹਦੇ ਵਿੱਚ ਥੋੜੇ ਜਿਹੇ ਚੇਂਜਸ ਕਰਾਂਗੇ ਬਸ ਆਪਣਾ ਇਹ ਕੰਮ ਹੋ ਜਾਏਗਾ ਕਿਵੇਂ ਹੋ ਜਾਏਗਾ ਜੀ ਦੇਖੋ ਜੇ ਮੈਂ ਜਨਰਲ ਗੱਲ ਕਰਾਂ ਨਾਰਮਲ ਜਿਹੜਾ ਆਪਾਂ ਕਰਦੇ ਸੀ ਕੰਮ ਉਹਦੇ ਚ ਮੰਨ ਲਓ ਆ ਆਪਣਾ ਵਾਈ ਐਕਸਿਸ ਲੈਂਦੇ ਸੀ ਆਪਾਂ ਤੇ ਆ ਆਪਾਂ ਐਕਸ ਐਕਸਿਸ ਲੈਂਦੇ ਸੀ ਇਸ ਤਰ੍ਹਾਂ ਇਸ ਤਰ੍ਹਾਂ एक्स एक्सिस वाई एक्सिस ਤੇ ਆਪਣਾ ਜੋ ਵੈਲੋਸਿਟੀ ਲੈਂਦੇ ਸੀ ਵੈਲੋਸਿਟੀ ਆਫ ਪ੍ਰੋਜੈਕਸ਼ਨ ਉਹ ਆਪਾਂ ਕਿਸੇ ਵੀ ਡਾਇਰੈਕਸ਼ਨ 'ਚ ਇੱਥੇ ਲੈਂਦੇ ਸੀ ਆਪਾਂ ਐਟ ਐਨ ਐਂਗਲ ਥੀਟਾ ਲੈਟ ਇਟ ਬੀ ਇਨ ਦਿਸ ਡਾਇਰੈਕਸ਼ਨ ਆ ਜਿਹੜੀ ਵੈਲੋਸਿਟੀ ਹੈ ਇਸ ਵੈਲੋਸਿਟੀ ਦਾ ਮੈਗਨੀਟਿਊਡ ਸਾਨੂੰ ਪਤਾ ਹੁੰਦਾ ਸੀ ਦੈਟ ਇਜ਼ ਲੈਟ ਯੂ ਐਂਡ ਹੌਰੀਜ਼ੌਂਟਲ ਦੇ ਨਾਲ ਸਾਨੂੰ ਐਂਗਲ ਪਤਾ ਹੁੰਦਾ ਸੀ ਹੌਰੀਜ਼ੌਂਟਲ ਦੇ ਨਾਲ ਐਂਗਲ ਜੋ ਹੈ ਲੈਟ ਇਟ ਬੀ ਥੀਟਾ ਤਾਂ ਤੁਸੀਂ x ਦੀ ਡਾਇਰੈਕਸ਼ਨ ਦੇ ਵਿੱਚ ਇਹਦਾ ਇੱਕ ਕੰਪੋਨੈਂਟ ਫਾਈਂਡ ਕਰ ਸਕਦੇ ਸੀ ਆਰਾਮ ਨਾਲ ਵੈਲੋਸਿਟੀ ਦਾ ਇਹ ਵਾਲਾ ਐਂਡ ਇੱਕ ਵਰਟੀਕਲ ਕੰਪੋਨੈਂਟ ਫਾਈਂਡ ਕਰ ਸਕਦੇ ਸੀ ਇਸ ਤਰ੍ਹਾਂ ਤੇ ਹੌਰੀਜ਼ੌਂਟਲ ਕੰਪੋਨੈਂਟ ਨੂੰ ਆਪਾਂ ਕੀ ਕਹਿੰਦੇ ਸੀ ਕੈਲਕੂਲੇਟ ਕਰਕੇ ਦੇਖੋ ਕੀ ਆਂਦਾ ਸੀ ਆਪਣਾ ਇਹ ਆਂਦਾ ਸੀ u cos ਥੀਟਾ ਕਿਉਂਕਿ ਅਗਰ u ਤੇ ਥੀਟਾ ਗਿਵਨ ਸੀ u cos ਥੀਟਾ ਆਂਦਾ ਸੀ ਵਰਟੀਕਲ ਕੰਪੋਨੈਂਟ ਕਿੰਨਾ ਆਂਦਾ ਸੀ ਆਪਣਾ u sin ਥੀਟਾ ਇਸ ਤੋਂ ਇਲਾਵਾ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਗਿਵਨ ਨਹੀਂ ਹੁੰਦੀ ਸੀ ਇਸ ਤੋਂ ਬਾਅਦ ਸਾਰਾ ਕੁਝ ਆਪਾਂ ਕੈਲਕੂਲੇਟ ਕੀਤਾ ਸੀ ਸਾਰਾ ਕੁਝ ਆਪਾਂ ਦੇਖਿਆ ਸੀ ਤੇ ਜੇ ਮੈਂ ਤੁਹਾਨੂੰ ਵੈਸੇ ਜਸਟ ਰਫਲੀ ਬਣਾਵਾਂ ਤਾਂ ਇਹਦਾ ਬੇਸਿਕਲੀ ਟ੍ਰੈਜੈਕਟਰੀ ਬਣਾ ਦੇਣਾ ਮੈਂ ਦਿਸ ਵਾਸ ਦਾ ਟ੍ਰੈਜੈਕਟਰੀ ਇਸ ਤਰ੍ਹਾਂ ਇੱਥੇ ਪਾਰਟੀਕਲ ਆ ਕੇ ਗਿਰਦਾ ਸੀ ਠੀਕ ਹੈ ਜੀ ਇਹਦੇ ਵਿੱਚ ਆ ਜੋ ਹਾਈਟ ਹੁੰਦੀ ਸੀ ਮੈਕਸਿਮਮ ਇਹਨੂੰ ਕਹਿੰਦੇ ਸੀ ਮੈਕਸਿਮਮ ਹਾਈਟ ਆ ਇੱਕਦਮ ਸੈਂਟਰ ਤੋਂ ਇਹਦੇ ਜਿੱਥੇ ਮੈਕਸਿਮਮ ਹਾਈਟ ਅਟੇਨ ਕਰਦਾ ਹੌਰੀਜ਼ੌਂਟਲ ਰੇਂਜ ਆਪਾਂ ਕਹਿੰਦੇ ਸੀ ਜਿਹੜੀ ਇੱਥੋਂ ਲੈ ਕੇ ਇੱਥੇ ਤੱਕ ਹੁੰਦੀ ਹੈ ਇੱਥੋਂ ਇੱਥੇ ਤੱਕ ਜਿੱਥੇ ਗਿਰਦਾ ਹੈ this was called horizontal range and तीसरी चीज की ਹੁੰਦੀ ਸੀ time of flight ਵੀ ਜਿੰਨੀ ਦੇਰ ਤੱਕ ਉਹ ਹਵਾ ਵਿੱਚ ਰਹਿੰਦਾ ਸੀ time of flight ਆ ਸਭ ਆਪਾਂ ਕੀਤਾ ਹੈ ਕੰਮ ਤੇ ਇਹਨਾਂ ਦੀ ਵੈਲਿਊਜ਼ ਕੈਲਕੂਲੇਟ ਕੀਤੀਆਂ ਹੋਈਆਂ ਤੁਸੀਂ ਇਹਨਾਂ ਦੀ ਵੈਲਿਊਜ਼ ਮੈਂ ਲਿਖ ਦਿੰਦਾ ਇੱਥੇ ਇੱਕ ਵਾਰ ਰਫਲੀ ਇਹ ਵੈਲਿਊਜ਼ ਕੀ ਸੀ ਜਿਹੜੀ ਟਾਈਮ ਆਫ ਫਲਾਈਟ ਹੁੰਦੀ ਸੀ ਤੁਹਾਨੂੰ ਯਾਦ ਹੈ ਉਹ ਕੀ ਹੁੰਦੀ ਸੀ 2u sin ਥੀਟਾ ਡਿਵਾਈਡਡ ਬਾਈ g ਹੁੰਦੀ ਸੀ ਠੀਕ ਹੈ ਜੀ ਹਾਂ ਜਿਹੜੀ ਆਪਣੀ ਮੈਕਸਿਮਮ ਹਾਈਟ ਹੁੰਦੀ ਸੀ ਉਹ ਹੁੰਦੀ ਸੀ u ਸਕੁਅਰ sin ਸਕੁਅਰ ਥੀਟਾ ਬਾਈ 2g ਤੇ ਜਿਹੜਾ ਆਪਣੀ ਹੌਰੀਜ਼ੌਂਟਲ ਰੇਂਜ ਹੁੰਦੀ ਸੀ ਉਹ ਹੁੰਦੀ ਸੀ u ਸਕੁਅਰ sin of 2 theta not sin square theta by g ਆਪਾਂ ਕੰਮ ਕੀਤਾ ਹੈ ਹੁਣ ਤੱਕ ਟਾਈਮ ਆਫ ਫਲਾਈਟ ਮੈਂ ਇਥੇ ਉਹਦੀ ਟ੍ਰੈਜੈਕਟਰੀ ਦੇ ਉੱਪਰ ਨਹੀਂ ਜਾ ਰਿਹਾ ਆਪਾਂ ਜਸਟ ਆਪਾਂ ਗੱਲ ਕਰ ਰਹੇ ਟਾਈਮ ਆਫ ਫਲਾਈਟ ਹੌਰੀਜ਼ੌਂਟਲ ਰੇਂਜ ਐਂਡ ਸੌਰੀ ਮੈਕਸਿਮਮ ਹਾਈਟ ਰੀਚਡ ਐਂਡ ਹੌਰੀਜ਼ੌਂਟਲ ਰੇਂਜ ਅੱਛਾ ਇਥੇ ਗੱਲ ਦਾ ਧਿਆਨ ਦਿਓ ਜਿਹੜਾ ਵੀ ਇਹ ਮੋਸ਼ਨ ਹੋ ਰਿਹਾ ਹੈ ਇਹਦੇ ਅਲੋਂਗ ਆਪਾਂ ਜਿੱਧਰ ਨੂੰ ਤਾਂ ਆਪਣਾ ਪਲੇਨ ਹੈ ਜਿਹਦੇ ਨਾਲ ਆਪਾਂ ਨੂੰ ਐਂਗਲ ਥੀਟਾ ਗਿਵਨ ਹੈ ਆਪਾਂ ਇਹਨੂੰ ਮੰਨ ਲਿਆ x ਤੇ ਇਹਨੂੰ ਮੰਨ ਲਿਆ y ਠੀਕ ਹੈ ਹਮੇਸ਼ਾ ਆਪਾਂ ਇਸ ਤਰ੍ਹਾਂ ਦੋ ਐਕਸਿਸ ਚੂਜ਼ ਕਰਾਂਗੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੋਸ਼ਨ ਹੋਏਗਾ ਫ੍ਰੀਲੀ ਅੰਡਰ ਗ੍ਰੈਵਿਟੀ ਇਹ 'ਚ ਇੱਕ ਖਾਸ ਗੱਲ ਹੋ ਰਹੀ ਹੈ ਜਿਹੜੀ ਗੱਲ ਤੇ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਇਹਦੇ ਜਿਹੜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ ਉਹ ਹਮੇਸ਼ਾ ਇਹਦੇ ਵਿੱਚ ਨੀਚੇ ਨੂੰ ਹੈ g वैल्यू जी है यानी वैसे आप माइनस जी लिखते हैं आप जो इस साइड माइनस जी लिखते हैं इधर प्लस जी लिखेंगे पर मतलब बेसिकली जो एक्सेलरेशन यानी कि ये आप कह सकते हैं कि एक्सेलरेशन दा एक्स कंपोनेंट इतने कितना है 0 है
ਤੇ ਐਕਸਲਰੇਸ਼ਨ ਦਾ y ਕੰਪੋਨੈਂਟ ਜੋ ਹੈ ਉਹ ਆਪਣਾ g ਹੈ ਤੇ ਪਲੱਸ ਮਾਈਨਸ ਵਾਟਐਵਰ ਡਿਪੈਂਡਿੰਗ ਅਪਨ ਸਿਚੁਏਸ਼ਨ ਕਿ ਅਗਰ ਤੁਸੀਂ o ਤੋਂ ਲੈ ਕੇ ਇੱਥੇ ਤੱਕ ਆ ਰਹੇ ਹੋ ਤਾਂ ਤੁਸੀਂ ਇੱਥੇ ਪਲੱਸ g ਲੈਣੇ ਹੋ ਇੱਥੇ ਤੁਸੀਂ ਮਾਈਨਸ g ਲੈਣੇ ਹੋ ਬਟ ਦਾ ਥਿੰਗ ਇਜ਼ ਕਿ ਬੇਸਿਕਲੀ ਜਿਹੜਾ ਮੋਸ਼ਨ ਹੈ ਇਹ ਚ ਦੋਨੋਂ ਤਰ੍ਹਾਂ ਦਾ ਹੁੰਦਾ ਹੈ ਐਕਸਲਰੇਸ਼ਨ ਦੀ ਵੈਲਿਊ -g ਤੋਂ +g +g ਤੋਂ -g ਡਿਪੈਂਡਿੰਗ ਅਪਨ ਕਿ ਕਿਹੜੇ ਪੁਆਇੰਟ ਤੇ ਤੁਸੀਂ ਉਹਨੂੰ ਟ੍ਰੀਟ ਕਰ ਰਹੇ ਹੋ ਇੱਥੇ ਤੱਕ ਆਪਾਂ ਨੂੰ ਪਤਾ ਹੈ ਗੱਲਾਂ ਜਿਹੜੀਆਂ ਆਪਾਂ ਯੂਜ਼ ਕੀਤੀਆਂ ਨੇ ਹੁਣ ਇਹਦੇ ਵਿੱਚੋਂ ਹੀ ਦੇਖੋ ਇਹਨਾਂ ਚੀਜ਼ਾਂ ਨੂੰ ਆਪਾਂ ਜੇ ਕਰੀਏ ਦੁਬਾਰਾ नई तरह लिखना चाहिए ਆਪਾਂ ਤਾਂ ਕਿਵੇਂ ਲਿਖ ਸਕਦੇ ਹਾਂ ਸਰ ਲਿਖ ਸਕਦੇ ਹਾਂ ਆਪਾਂ ਆਪਣੇ ਕੋਲ ਇੱਕ ਤਾਂ ਇਨੀਸ਼ੀਅਲ ਵੈਲੋਸਿਟੀ ਜਿਹੜੀ u ਗਿਵਨ ਸੀ ਉਹਦਾ ਇੱਕ x ਕੰਪੋਨੈਂਟ ਗਿਵਨ ਹੈ ਉਹਦਾ ਹੀ y ਕੰਪੋਨੈਂਟ ਵੀ ਗਿਵਨ ਹੈ y ਦੀ ਡਾਇਰੈਕਸ਼ਨ ਚ ਕਹਿਣ ਦਾ ਭਾਵ ਹੈ ਆਪਣੀ y ਦੀ ਡਾਇਰੈਕਸ਼ਨ ਚ ਆਪਣੇ को एक्सेलरेशन ਦਾ x ਕੰਪੋਨੈਂਟ ਇੱਥੇ 0 ਹੈ ਉਹਦਾ ਮੈਗਨੀਟਿਊਡ ਹੀ ਲੈ ਲਓ ਕਾਫੀ ਹੈ ਤੇ y ਕੰਪੋਨੈਂਟ ਦਾ ਮੈਗਨੀਟਿਊਡ ਵੀ ਕਹਦੀ ਆਪਾਂ g ਹੈ ਤਾਂ ਆਪਾਂ ਇਹਨਾਂ ਦੀ ਫਾਰਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਾਰਾ ਰਿਲੇਸ਼ਨ ਲਿਖੇ ਜਾ ਸਕਦੇ ਨੇ ਜਿਵੇਂ ਫੋਰ ਐਗਜ਼ਾਮਪਲ ਟਾਈਮ ਪੀਰੀਅਡ ਹੁਣ ਟਾਈਮ ਪੀਰੀਅਡ ਤੁਹਾਡਾ ਕੀ ਸੀਗਾ 2u sin θ ਡਿਵਾਈਡਡ ਬਾਈ g ਮਤਲਬ ਮੈਂ ਇੱਥੇ ਲਿਖ ਸਕਦਾ 2 ਟਾਈਮਸ u ਦਾ x ਕੰਪੋਨੈਂਟ ਡਿਵਾਈਡਡ ਬਾਈ y ਕੰਪੋਨੈਂਟ ਆਫ ਐਕਸਲਰੇਸ਼ਨ ਦਾ ਮੈਗਨੀਟਿਊਡ देखो इस तरह लिख सकता ना मैं अगर मैं इनिशियल वेलोसिटी ते एक्सेलरेशन के कंपोनेंट्स की फॉर्म च लिखा तो मैं टाइम पीरियड नु आ भी लिख सकता क्योंकि u sin थीटा ही मेरा ux है सॉरी गलती होगी ux नहीं है uy है दिस विल बी uy 2 टाइम्स वेलोसिटी दा y कंपोनेंट इनिशियल वेलोसिटी y कंपोनेंट डिवाइडेड बाय एक्सेलरेशन दा y कंपोनेंट जो है ओदा मैग्नीट्यूड लवांगे ਆਪਾਂ ਇਹ ਆ ਗਿਆ ਟਾਈਮ ਪੀਰੀਅਡ ਤੇ ਜੇ ਇੱਥੇ ਮੈਂ ਹੌਰੀਜ਼ੌਂਟਲ ਰੇਂਜ ਲਿਖਣਾ ਚਾਹਾਂ ਸੌਰੀ ਮੈਕਸਿਮਮ ਹਾਈਟ ਲਿਖਦਾ ਚਾਹਾਂ ਆ ਕੀ ਬਣੇਗਾ ਦੇਖੋ ਤੁਸੀਂ ਇਹਨੂੰ ਦੇਖੋ ਰਿਲੇਸ਼ਨ ਨੂੰ ਕੀ ਹੈ ਇਹ u ਸਕੁਅਰ sin ਸਕੁਅਰ ਥੀਟਾ ਬਾਈ 2g ਹੈ ਨਾ ਤਾਂ u sin ਥੀਟਾ ਦਾ ਹੋਲ ਸਕੁਅਰ ਹੈ ਨਿਊਮਰੇਟਰ ਚ ਤਾਂ u sin ਥੀਟਾ ਹੁੰਦਾ uy ਅਗੇਨ ਇਹਦਾ ਤੁਹਾਨੂੰ ਪਤਾ ਹੈਗਾ ਹਾਈਟ y ਕਰਕੇ ਹੈ uy ਸਕੁਅਰ ਡਿਵਾਈਡਡ ਬਾਈ 2 ਟਾਈਮਸ ਅਗੇਨ ਹੋਈ ਐਕਸਲਰੇਸ਼ਨ ਆਫ ਦਾ y ਕੰਪੋਨੈਂਟ ਦੇ ਮੈਗਨੀਟਿਊਡ ਹੁਣ ਇੱਥੇ ਇਹਦੇ ਹੀ ਵਿੱਚ ਹੀ ਤਾਂ ਫਰਕ ਆਉਂਦਾ ਹੈ ਆਪਣਾ ਜਦੋਂ ਆਪਾਂ ਗੱਲ ਕਰਦੇ ਸਭ ਤੋਂ ਜ਼ਿਆਦਾ ਫਰਕ ਤਾਂ ਇਹਦੇ ਵਿੱਚ ਆਉਂਦਾ ਹੈ ਆਪਣਾ ਜਦੋਂ ਆਪਾਂ ਇਨਕਲਾਈਨ ਪਲੇਨ ਕਰਦੇ ਹਾਂ ਡੈਕਲਾਈਨ ਪਲੇਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਪਣਾ ਜਿਹੜਾ ਫਰਕ ਹੈ ਐਕਸਲਰੇਸ਼ਨ ਦੇ ਕੰਪੋਨੈਂਟਸ ਚ ਆਉਂਦਾ ਹੈ ਹੁਣ ਜਿਹੜੀ ਰੇਂਜ ਲਿਖਦੇ ਆ ਆਪਾਂ ਇੱਥੇ ਦੇਖੋ ਰੇਂਜ ਕੀ ਲਿਖਦੇ ਆ u ਸਕੁਅਰ sin 2 ਥੀਟਾ ਨਾ ਤਾਂ sin 2 ਥੀਟਾ ਨੂੰ ਆਪਾਂ ਪਤਾ ਟ੍ਰਿਗਨੋਮੈਟਰੀ ਚ ਮੈਂ ਤੁਹਾਨੂੰ ਕਰਾਇਆ ਸੀ sin 2 ਥੀਟਾ ਬੇਸਿਕਲੀ ਆਪਾਂ ਇਹਨੂੰ ਆਹੀ ਰਿਲੇਸ਼ਨ ਪਹਿਲਾਂ ਆਉਂਦਾ ਆਪਾਂ ਬਾਅਦ ਚ ਉਹਨੂੰ ਉਸ ਲਿਖਦੇ ਆ 2 sin ਥੀਟਾ cos ਥੀਟਾ ਸੋ ਜੇ ਇਹਨੂੰ ਯੂਜ਼ ਕਰਾਂ ਇੱਥੇ ਤਾਂ ਬੇਸਿਕਲੀ ਬਣ ਜਾਂਦਾ u ਸਕੁਅਰ ਇੱਥੇ ਆ ਜਾਏਗਾ ਤੇ 2 ਆ ਜਾਏਗਾ ਇੱਥੇ sin ਥੀਟਾ cos ਥੀਟਾ ਡਿਵਾਈਡਡ ਬਾਈ g ਕੀ ਬਣ ਜਾਏਗਾ ਬੇਸਿਕਲੀ ਇਹ 2 ਟਾਈਮਸ u cos ਥੀਟਾ ਵੀ ਬਣ ਜਾਏਗਾ ਇੱਥੇ u sin ਥੀਟਾ ਵੀ ਬਣ ਜਾਏਗਾ ਕਿਉਂਕਿ u ਸਕੁਅਰ ਹੈ ਡਿਵਾਈਡਡ ਬਾਈ ਫਿਰ g ਆ ਕੀ ਬਣ ਜਾਏਗਾ ਦੇਖੋ ਇਹ ਬਣ ਜਾਏਗਾ 2 ਟਾਈਮਸ u ਦਾ x ਕੰਪੋਨੈਂਟ u ਦਾ y ਕੰਪੋਨੈਂਟ डिवाइड बाय एक्सेलरेशन दे y कंपोनेंट दा मैग्नीट्यूड सो आ ਜਿਹੜਾ ਆਪਣਾ ਬਣੇ ਆ ਰਿਲੇਸ਼ਨ ਸਾਰੇ ਆ y ਤੇ x ਕੰਪੋਨੈਂਟ ਦੇ ਵਿੱਚ ਆਪਾਂ ਡਾਇਰੈਕਟਲੀ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਕਈ ਕੇਸਿਸ ਦੇ ਵਿੱਚ ਜਦੋਂ ਆਪਾਂ ਇਨਕਲਾਈਨ ਪਲੇਨ ਤੇ ਪ੍ਰੋਜੈਕਟਾਈਲ ਫਾਇਰ ਕਰਦੇ ਹਾਂ ਇਹਦੇ ਵਿੱਚ ਤਾਂ ਕੋਈ ਡਾਊਟ ਮੈਨੂੰ ਲੱਗਦਾ ਤੁਹਾਨੂੰ ਹੋਣਾ ਨਹੀਂ ਆ ਰਿਲੇਸ਼ਨ ਤੁਹਾਨੂੰ ਯਾਦ ਹੀ ਨੇ ਆ ਵਾਲੇ ਇਹ ਮੈਂ ਤੁਹਾਨੂੰ ਕਰਵਾ ਚੁੱਕਿਆ ਪਹਿਲਾਂ ਤੇ ਉਹਨੂੰ ਹੀ ਯੂਜ਼ ਕਰਕੇ ਬਸ ਮੈਂ ਨਵੇਂ ਫਾਰਮ ਦੇ ਵਿੱਚ ਲਿਖਿਆ ਇੱਕ ਵਾਰ ਦੁਬਾਰਾ ਲਿਖ ਲੈਨੇ ਆ ਸੋ ਇਹਦਾ ਮਤਲਬ ਆਪਣੇ ਟਾਈਮ ਪੀਰੀਅਡ ਜਿਹੜਾ ਆ ਹੁਣ ਉਹ 2 ਟਾਈਮਸ y ਕੰਪੋਨੈਂਟ ਬਟਾ ਐਕਸਲਰੇਸ਼ਨ ਦੇ y ਕੰਪੋਨੈਂਟ ਦਾ ਮੈਗਨੀਟਿਊਡ ਹੁੰਦਾ ਹੈ ਹੌਰੀਜ਼ੌਂਟਲ ਰੇਂਜ ਸੌਰੀ ਮੈਕਸਿਮਮ ਹਾਈਟ ਜਿਹੜੀ ਹੁੰਦੀ ਆ uy ਦੀ ਸਕੁਅਰ ਡਿਵਾਈਡ ਬਾਈ 2 ਟਾਈਮਸ y ਕੰਪੋਨੈਂਟ ਦਾ ਮੈਗਨੀਟਿਊਡ ਤੇ ਜਿਹੜੀ ਰੇਂਜ ਹੁੰਦੀ ਆ 2 ਟਾਈਮਸ ux ਕੰਪੋਨੈਂਟ uy ਕੰਪੋਨੈਂਟ ਓਵਰ ay ਕੰਪੋਨੈਂਟ ਦਾ ਮੈਗਨੀਟਿਊਡ ਸੋ ਆ ਆਪਣਾ ਆਪਾਂ ਫਾਰਮੂਲਾ ਯੂਜ਼ ਕਰਾਂਗੇ ਇਹੀ ਫਾਰਮੂਲਾ ਯੂਜ਼ ਕਰ ਸਕਦੇ ਆ ਆਪਾਂ ਇਨਕਲਾਈਨ ਪਲੇਨਸ ਦੇ ਲਈ ਕਿਵੇਂ ਆਪਾਂ ਹੁਣ ਦੇਖਦੇ ਹਾਂ ਕਿ ਅਗਰ ਪ੍ਰੋਜੈਕਟਾਈਲ ਫਾਇਰ ਕੀਤਾ ਜਾਵੇ ਤਾਂ ਕੀ ਫਰਕ ਪੈਂਦਾ ਹੈ ਪ੍ਰੋਜੈਕਟਾਈਲ ਫਾਇਰਡ along at inclined plane inclined plane ਦਾ ਆਬਵੀਅਸਲੀ ਆਪਾਂ ਨੂੰ ਐਂਗਲ ਗਿਵਨ ਹੁੰਦਾ ਹੈ ਮੋਸਟਲੀ ਸੋ ਮੰਨ ਲਓ ਇੱਥੇ ਸੋਚ ਕੇ ਦੇਖੋ ਵੀ ਇੱਕ ਇਨਕਲਾਈਨਡ ਪਲੇਨ ਹੈ let this be the inclined plane let this be
ये इंक्लाइंड प्लेन है, इस इंक्लाइंड प्लेन का इंक्लिनेशन सानू ऑब्वियसली गिवन है, तो मान लो आप आ गिवन है, सो लेट इट बी कुछ भी कह दो, एल्फा कह लो, दस कुछ भी हो सकता है, आप तो क्वेश्चन करते नहीं ना ध्यान दें, एल्फा मान लो। तो आप जो इतने प्रोजैक्टाइल फायर करना है, मान लो वो प्रोजैक्टाइल फायर करने की जी वेलोसिटी है जिन्हें यू कहने आप, वो मान लो इस डायरेक्शन च है, इस तरह फायर किया जी, इस तरह फायर करोगे तो तुहानू पता कि आ अपना यू है, हुण इत्थे मान लो इसका कोई भी मैग्नीट्यूड जो गिवन होएगा, ਇਹਦਾ ਆਹ वाला एंगल जो फायर करने वाला एंगल है ये आपां गिवन होएगा। सो लेट दिस एंगल इज गिवन टू यू एंड लेट इट बी थीटा, मैनू नहीं पता कितना है, लेट इट बी थीटा। हुण बस इत्थों गल नूं समझो कि हुण आपां जे गल करिए ਇਹਨੂੰ कि इस तरह मोशन किस तरह होएगा, ਤੁਹਾਨੂੰ पता कि ये प्रोजेक्टाइल जाएगा ऑब्वियसली इस तरह ही, तो ऑब्वियसली ਇਹਦੇ ਉੱਪਰ किते गिरेगा ना, है ना, पूरा वो नहीं होएगा, ਇੱਥੇ ही किते गिरेगा। सो हुण ਜਿਹੜੀ ਤੁਹਾਡੀ हॉरिजॉन्टल रेंज होएगी वो इस पॉइंट A तो लैके इस पॉइंट B तक दी रेंज होएगी, ਇਹਨੂੰ हॉरिजॉन्टल रेंज कहना बंद कर दो, क्योंकि ये हुण हॉरिजॉन्टल नहीं है एज सच, ਇਹਨੂੰ रेंज कह देने, इट इज अ रेंज कि मतलब ਜਿਹੜੇ ਵੀ प्लेन या ਉਹਦੇ ਉੱਪਰ ਉਹਨੂੰ ਛੱਡਿਆ ਗਿਆ ਤਾਂ ਉਹਦੀ रेंज कितनी है, ठीक है जी। ਇਹਦੀ हाइट फिर आ होएगी ਜਿਹੜੀ ਇਹ इस सरफेस तो हाइट ਜਿਹੜੀ गेन करेगा, ਤੇ तीसरी चीज होगी टाइम पीरियड। पर ਉਹਦੇ ਲਈ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਜਿਹੜੀ ਹੈ, ਤੁਹਾਨੂੰ ਹਮੇਸ਼ਾ ਜਦੋਂ ਵੀ ਇਸ ਤਰ੍ਹਾਂ ਦਾ ਮੋਸ਼ਨ ਹੋਣਾ ਹੈ, ਤੁਸੀਂ ਆਪਣੀ ਮਰਜ਼ੀ ਨਾਲ ਇੱਕ ਐਕਸਿਸ ਚੂਜ਼ ਕਰਨੀ ਹੁੰਦੀ ਹੈ, ਜਿਹੜਾ ਪਲੇਨ ਹੁੰਦਾ ਹੈ, ਜਿਹੜੇ ਪਲੇਨ ਦੇ ਅਕ੍ਰੋਸ ਤੁਸੀਂ ਉਹਨੂੰ ਕੀਤਾ ਹੈ ਮਤਲਬ ਫਾਇਰ, ਉਹਨੂੰ ਆਪਣੀ ਮਰਜ਼ੀ ਨਾਲ ਆਪਾਂ ਮੰਨਾਂਗੇ ਹਮੇਸ਼ਾ ਐਕਸ। ਆ ਦੇਖੋ ਮੈਂ ਉਹਦੇ ਪੈਰਲ ਮੰਨ ਰਿਹਾ ਉਹਨੂੰ, ਇਹ ਐਕਸ ਕੰਪੋਨੈਂਟ ਐਕਸ ਹੈ, ਤੇ ਆ ਮੰਨ ਲਓ ਆਪਣਾ ਵਾਈ ਐਕਸਿਸ ਹੈ ਜਿਹੜਾ ਉਹਦੇ ਪਰਪੈਂਡੀਕੂਲਰ ਹੋਏਗਾ। ਸੋ ਇਹ ਆਪਾਂ ਹਮੇਸ਼ਾ ਐਕਸ ਐਂਡ ਵਾਈ ਐਕਸਿਸ ਚੂਜ਼ ਕਰ ਸਕਦੇ ਆਪਣੀ ਮਰਜ਼ੀ ਨਾਲ। लेट दिस बी एक्स, दिस बी वाई, ये रफली साइड पे दिखा रहा मैं, ਇਹਦੇ ਵਿੱਚ ਨਹੀਂ। सो आ एक्स है ते आ वाई है, ਹੁਣ ਤੁਸੀਂ ਕੰਪੋਨੈਂਟਸ ਇਸ x ਤੇ ਇਸ y ਦੀ ਡਾਇਰੈਕਸ਼ਨ ਚ ਫਾਈਂਡ ਕਰਨੇ ਆ ਹਰ ਚੀਜ਼ ਦੇ, ਵੈਲੋਸਿਟੀ ਦੇ ਵੀ ਤੇ ਉਹਦੇ ਵੀ। ਹੁਣ ਇੱਥੇ ਤੁਸੀਂ ਦੇਖੋ ਤਾਂ ਇੱਥੇ x ਆ ਡਾਇਰੈਕਸ਼ਨ ਹੈ ਆਪਣੀ ਬੇਸਿਕਲੀ, ਇਸ ਡਾਇਰੈਕਸ਼ਨ ਚ u ਦਾ ਕੰਪੋਨੈਂਟ ਤੁਸੀਂ ਆਰਾਮ ਨਾਲ ਕੈਲਕੂਲੇਟ ਕਰ ਸਕਦੇ ਹੋ। ਉਹ ਕੰਪੋਨੈਂਟ ਕੀ ਹੋਏਗਾ, ux, ਉਹ ਕਿੰਨਾ ਆਏਗਾ, u cos थीटा ही आएगा, तेरा y कंपोनेंट आएगा ਇਹਦਾ ਉਹ u sin थीटा ही आएगा, ਤੇ ਜੇ ਆ थीटा गिवन है ਤੁਸੀਂ ਕੈਲਕੂਲੇਟ ਕਰ ਸਕਦੇ ਹੋ, ਬਹੁਤ ਆਰਾਮ ਨਾਲ ਹੋ ਜਾਏਗਾ। ਇੱਥੇ ਜ਼ਿਆਦਾ ਦਿੱਕਤ ਵੈਸੇ ਆਂਦੀ ਨਹੀਂ ਹੈ ਜਦੋਂ x ਦਾ ਕੰਪੋਨੈਂਟ x ਜਾਂ y ਦਾ ਡਾਇਰੈਕਸ਼ਨ ਚ ਕੰਪੋਨੈਂਟ ਦੇਖਦੇ ਆ ਇਨੀਸ਼ੀਅਲ ਵੈਲੋਸਿਟੀ ਦਾ, ਕਿਉਂਕਿ ਇੱਥੇ ਹੁਣ x ਐਕਸਿਸ ਆਇਆ ਤੇ y ਐਕਸਿਸ ਆਇਆ, ਜਿਵੇਂ ਤੁਹਾਡਾ ਪਹਿਲਾਂ ਵਾਲੇ ਕੇਸ ਚ ਆ x ਐਕਸਿਸ ਸੀ, y ਐਕਸਿਸ ਸੀਗਾ। ਸੋ ਤੁਸੀਂ ਉਸ ਨੂੰ ਥੋੜਾ ਟਿਲਟ ਕਰ ਦਿੱਤਾ ਹੈ, ਹੋਰ ਕੁਝ ਵੀ ਨਹੀਂ, ਉਹਨਾਂ ਮੋੜ ਦਿੱਤਾ ਹੈ, ਉਹਨਾਂ ਐਂਗਲ रोटेट कर ਦਿੱਤਾ ਹੈ, ਹੋਰ ਕੁਝ ਨਹੀਂ। ਪਰ ਇੱਥੇ ਬੜੀ ਇੱਕ ਇੰਪੋਰਟੈਂਟ ਚੀਜ਼ ਹੈ ਕਿ ਐਕਸਲਰੇਸ਼ਨ ਦਾ ਕੀ ਬਣੇਗਾ, ਕਿਉਂਕਿ ਐਕਸਲਰੇਸ਼ਨ ਤਾਂ ਗ੍ਰੈਵਿਟੀ ਕਰਕੇ ਲੱਗਦੀ ਹੈ ਇੱਥੇ, ਤੇ ਜਿਹੜੀ ਗ੍ਰੈਵਿਟੀ ਹੈ ਉਹ ਨਹੀਂ ਸੋਚਦੀ ਕਿ ਵੀ ਪਲੇਨ ਕਿਸ ਤਰ੍ਹਾਂ ਦਾ ਹੈ, ਗ੍ਰੈਵਿਟੀ ਹਮੇਸ਼ਾ ਵਰਟੀਕਲੀ ਡਾਊਨਵਰਡ ਹੀ ਲੱਗਦੀ ਹੈ। ਸੋ ਜੇ ਮੈਂ ਇਸ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਜਨਰਲ ਗੱਲ ਕਰਾਂ, ਇੱਥੇ 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 ਜਾਂ ਕਿਤੇ ਵੀ, ਤਾਂ ਐਕਸਲਰੇਸ਼ਨ ਜਿਹੜੀ ਹੋਏਗੀ ਉਹਦੀ ਹਮੇਸ਼ਾ ਜਿਹੜੀ ਹੋਏਗੀ ਡਾਇਰੈਕਸ਼ਨ ਉਹ ਡਾਊਨਵਰਡ ਹੋਏਗੀ, वर्टिकली मैं किते भी शो कर देना, मान लो आ, दिस इज द एक्सेलरेशन जो कि हमेशा ही डाउनवर्ड एक्ट करेगी, हमेशा ही, इन्हों तो तुसी बदल नहीं सकते। आ अपनी होगी मान लो जी, हुण जे आ जी हो गई है तो तुहानू देखो ये एल्फा वगैरह गिवन है, तो तुसी इत्थों इहदा वर्टिकल एक ड्रॉ करो, इत्थों ते तुसी सोचो भी ए वर्टिकल दे नाल आ एंगल कितना बनेगा, दस सकदा कोई, आ एंगल कितना बनेगा, अल्फा, अल्फा, आ वाला एंगल अल्फा बनेगा ना, तो फिर ਇਹਦੇ ਨਾਲ ਤੁਸੀਂ g ਦਾ ਇੱਕ ਕੰਪੋਨੈਂਟ ਫਾਈਂਡ ਕਰ ਸਕਦੇ ਹੋ, ਇਸ ਦਿਸ਼ਾ ਚ ਹੋਏਗਾ ਨਾ, ਇਧਰ ਇਸ ਦਿਸ਼ਾ ਚ, ਹੈ ਨਾ, ਜਿਹੜਾ ਐਕਟ ਕਰੇਗਾ ਇਹਨੂੰ ਕੀ ਕਵਾਂਗੇ, g cos alpha, ਹੈ ਨਾ, ਤੇ ਜਿਹੜਾ ਇੱਕ ਕੰਪੋਨੈਂਟ ਇਸ ਡਾਇਰੈਕਸ਼ਨ ਚ ਹੋਏਗਾ ਉਹਨੂੰ ਕੀ ਕਵਾਂਗੇ, g sin alpha, g sin alpha। ਤਾਂ ਹੁਣ ਜੇ ਤੁਹਾਡਾ ਦੇਖਿਆ ਜਾਵੇ, ਤੁਹਾਨੂੰ ਹੁਣ ਜੇ ਐਕਸਲਰੇਸ਼ਨ ਦੇ ਕੰਪੋਨੈਂਟ ਪੁੱਛੇ ਜਾਣ, ਇੱਥੇ ਤਾਂ ਐਕਸਲਰੇਸ਼ਨ ਦਾ x ਕੰਪੋਨੈਂਟ 0 ਹੀ ਹੁੰਦਾ ਸੀ, ਪਰ ਇੱਥੇ ਐਕਸਲਰੇਸ਼ਨ ਦਾ x ਕੰਪੋਨੈਂਟ 0 ਨਹੀਂ ਹੋਏਗਾ, ਇੱਥੇ ਐਕਸਲਰੇਸ਼ਨ ਦਾ x ਕੰਪੋਨੈਂਟ ਜਿਹੜਾ ਹੋਏਗਾ ਉਹ ਜਿਵੇਂ ਜਿੱਧਰ ਨੂੰ ਲੱਗੇਗਾ ਉਹ ਹਮੇਸ਼ਾ ਆਪੋਜ਼ਿਟ ਹੀ ਰਿਐਕਟ ਕਰੇਗਾ ਪਿੱਛੇ ਨੂੰ, g sin थीटा देखो g sin alpha ਪਿੱਛੇ ਨੂੰ ਲੱਗ ਰਿਹਾ ਨਾ, ਬੋਡੀ ਅੱਗੇ ਨੂੰ ਜਾ ਰਹੀ ਹੈ, ਤਾਂ ਉਹ ਬੇਸਿਕਲੀ -g sin alpha ਹੋਏਗਾ,
ਜਿਹੜਾ y ਕੰਪੋਨੈਂਟ ਹੋਏਗਾ ਉਹ g cos alpha ਹੋਏਗਾ, ਪਰ ਇਹ ਪਲੱਸ ਮਾਈਨਸ ਹੋ ਸਕਦਾ ਡਿਪੈਂਡਿੰਗ ਅਪਨ ਨਾ ਵੀ ਇੱਥੋਂ ਜਾ ਕੇ ਇੱਥੇ ਤੱਕ ਤਾਂ ਠੀਕ ਹੈ, ਵੀ ਇਸ ਤੋਂ ਬਾਅਦ ਕੀ ਪਤਾ ਇੱਥੇ ਗਿਰ ਵੀ ਜਾਵੇ ਥੋੜਾ ਜਿਹਾ, ਜੇ ਇਨਕਲਾਈਨ ਕਾਫੀ ਘੱਟ ਹੋਵੇ ਤਾਂ। ਸੋ ਕਹਿੰਦੇ ਇਹਨੂੰ ਆਪਾਂ ਕੀ ਕਰਦੇ ਹਾਂ, ਇਹਦਾ ਮੈਗਨੀਟਿਊਡ ਲੈ ਲੈਣੇ, ਉਹ ਜ਼ਿਆਦਾ ਇੰਪੋਰਟੈਂਟ, ਠੀਕ ਹੈ। ਮੈਗਨੀਟਿਊਡ ਇੰਨਾ ਆਏਗਾ, ਬਾਕੀ ਡਿਪੈਂਡ ਕਰਦਾ ਹੈ ਕਿ ਕਿੱਥੇ ਕਿੰਨਾ ਹੋਏਗਾ। ਸੋ ਆਪਾਂ ਆਹ ਵਾਲੇ ux, ਆਹ ਵਾਲੇ uy ਤੇ ਆਹ ਵਾਲੇ ay ਨੂੰ ਯੂਜ਼ ਕਰਕੇ ax ਦੀ ਲੋੜ ਤਾਂ ਤੁਹਾਨੂੰ ਫੇਰ ਨਹੀਂ ਪੈ ਰਹੀ ਕਿਤੇ ਵੀ। ਤੁਹਾਡਾ ਟਾਈਮ ਆਫ ਫਲਾਈਟ ਮਿਲ ਜਾਏਗਾ, ਤੁਹਾਡਾ ਹੌਰੀਜ਼ੌਂਟਲ ਇਹ ਮਿਲ ਜਾਏਗਾ ਤੇ ਆ ਮਿਲ ਜਾਏਗਾ। ਹੁਣ ਇਹਦੇ ਚ ਕੀ ਹੈ ਕਿ ਜੇ ਤੁਹਾਨੂੰ ਟਾਈਮ ਆਫ ਫਲਾਈਟ ਮਿਲੇ ਤਾਂ ਰੇਂਜ ਮੋਸਟਲੀ ਫਾਈਂਡ ਕਰਨ ਲਈ ਅਸੀਂ ਇਸ ਮੈਥਡ ਤੇ ਜਾਣ ਦੀ ਲੋੜ ਨਹੀਂ ਪੈਂਦੀ, ਨਹੀਂ ਜਾਣਾ ਚਾਹੀਦਾ। ਕਿਉਂ? ਕਿਉਂਕਿ ਜਦੋਂ ਆਪਾਂ ਰੇਂਜ ਫਾਈਂਡ ਕਰਦੇ ਹਾਂ ਤਾਂ ਰੇਂਜ ਫਾਈਂਡ ਕਰਨ ਦੇ ਲਈ ਜਦੋਂ ਤੁਹਾਡੇ ਕੋਲ ਇਹਦਾ ਵੈਲੋਸਿਟੀ ਦਾ ਕੰਪੋਨੈਂਟ ਮਿਲ ਜਾਂਦਾ ਤੁਹਾਨੂੰ ਆਹ ਵਾਲਾ u cos ਥੀਟਾ, ਤੇ ਟਾਈਮ ਆਫ ਫਲਾਈਟ ਮਿਲ ਜਾਂਦੀ ਹੈ, ਜਿੰਨਾ ਟਾਈਮ t ਲੱਗਦਾ ਹੈ ਉਹ ਇੱਥੋਂ ਮਿਲ ਜਾਂਦਾ ਹੈ ਆਪਾਂ ਨੂੰ, ਤੇ ਆਪਾਂ ਨੂੰ ਐਕਸਲਰੇਸ਼ਨ ਵੀ ਮਿਲ ਜਾਂਦੀ ਹੈ, ਤਾਂ ਆਪਾਂ ਨੂੰ ਫਾਰਮੂਲਾ ਕੋਈ ਹੋਰ ਲਗਾਉਣਾ ਪੈਂਦਾ ਹੈ। ਕਿਹੜਾ? ਉਹੀ ਲਗਾਉਣਾ ਪੈਂਦਾ ਕਿ ਜਿਹੜੀ ਰੇਂਜ ਹੁੰਦੀ ਹੈ x ਡਾਇਰੈਕਸ਼ਨ ਚ, ਉਹ ux ਇਨਟੂ ਦਾ ਟਾਈਮ ਹਾਫ ਐਕਸਲਰੇਸ਼ਨ ਦਾ y ਕੰਪੋਨੈਂਟ ਤੇ t ਦਾ ਸਕੇਅਰ ਆ ਹੁੰਦਾ ਹੈ। ਭਈ ਆਪਾਂ ਸਰ x ਕੰਪੋਨੈਂਟ ਨਹੀਂ ਆਏਗਾ, x ਕੰਪੋਨੈਂਟ, ਸੌਰੀ x ਕੰਪੋਨੈਂਟ, ਕਿਉਂਕਿ ਰੇਂਜ ਆਪਾਂ x ਡਾਇਰੈਕਸ਼ਨ 'ਚ ਆਪਾਂ ਲੈ ਲੈਂਦੇ ਹਾਂ ਤਾਂ ਉਹਨੂੰ ਆਪਾਂ ਇਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹਾਂ। ਜਸਟ ਮੈਂ ਐਗਜ਼ਾਮਪਲ ਲੈ ਰਿਹਾ ਸੀ, ਜਸਟ ਮੈਂ ਤੁਹਾਨੂੰ ਇੱਕ ਆਈਡੀਆ ਦੇ ਰਿਹਾ ਸੀ। ਹੁਣ ਮੈਂ ਇੱਕ ਕੁਐਸਚਨ ਵੀ ਕਰਕੇ ਦਿਖਾਣਾ ਤੁਹਾਨੂੰ, ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਕੋਈ ਕੁਐਸਚਨ ਹੈ ਆਪਾਂ ਨੂੰ ਦਿੱਤਾ ਹੈ ਵਾ, ਇੱਕ ਕੁਐਸਚਨ ਕਰੂੰਗਾ ਤੁਹਾਨੂੰ ਸਾਰੀ ਗੱਲ ਸਮਝ ਲੱਗ ਜਾਣੀ, ਕੋਈ ਐਡਾ ਵੱਡਾ ਮਸਲਾ ਨਹੀਂ ਹੈ, ਤੁਸੀਂ ਬਹੁਤ ਚੰਗੀ ਤਰ੍ਹਾਂ ਪਹਿਲਾਂ ਕੀਤਾ ਹੈ ਵਾ ਇਸ ਲਈ। ਸੋ ਆਪਾਂ ਮੰਨ ਲੈਂਦੇ ਹਾਂ ਕਿ ਆ ਇੱਕ ਆਪਣਾ ਪਲੇਨ ਹੈ, ਆ ਪਲੇਨ ਹੈ ਤੇ ਆ ਇਨਕਲਾਈਨਡ ਹੈਗਾ ਇੱਥੋਂ ਮੰਨ ਲਓ 30 ਡਿਗਰੀ ਤੇ, ਆ ਐਂਗਲ ਜਿਹੜਾ ਹੈ 30 ਡਿਗਰੀ ਦਾ ਹੈ, ਠੀਕ ਹੈ। ਤੇ ਉਹਨਾਂ ਨੇ ਆਪਾਂ ਨੂੰ u ਜਦੋਂ ਦਿੰਦੇ ਨੇ ਨਾ, u ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਸਕਦੇ ਨੇ, ਤੁਸੀਂ ਆਪ ਹੀ ਜੱਜ ਕਰ ਲੈਣਾ ਤੁਹਾਨੂੰ ਕੀ ਚਾਹੀਦਾ ਹੈ। u ਇਹਨਾਂ ਨੇ ਇਹ ਦਿੱਤਾ ਜਿਹੜਾ ਉਹ ਕਹਿੰਦੇ ਕਿ ਪਲੇਨ ਦੇ ਹੌਰੀਜ਼ੌਂਟਲ ਜਿਹੜੇ ਪਲੇਨ ਦੇ ਨਾਲ 45 ਡਿਗਰੀ ਤੇ ਹੈ, ਯਾਨੀ ਕਿ ਉਹਨਾਂ ਨੇ ਕਿਹਾ ਵੀ ਆ ਜਿਹੜਾ u ਦਿੱਤਾ ਹੈ ਟੋਟਲ ਦਿਸ u ਆਹ ਆ 45 ਡਿਗਰੀ ਤੇ ਐਕਟ ਕਰ ਰਿਹਾ, ਆ ਟੋਟਲ 45 ਡਿਗਰੀ ਹੈ, ਠੀਕ ਹੈ ਜੀ, 45 ਡਿਗਰੀ ਤੇ। ਤੇ ਹੁਣ ਇਹ ਆਬਵੀਅਸਲੀ ਇਸ ਤਰ੍ਹਾਂ ਜਾਏਗਾ ਐਂਡ ਵਟਐਵਰ ਜਿੱਥੇ ਵੀ ਗਿਰੇਗਾ ਇੱਥੇ ਗਿਰੇਗਾ। ਮੰਨ ਲਓ ਦਿਸ ਇਜ਼ a ਐਂਡ ਦਿਸ ਇਜ਼ b, ਠੀਕ ਹੈ। ਤੇ u ਦੀ ਵੈਲਿਊ ਜੋ ਗਿਵਨ ਹੈ ਉਹ ਆਪਾਂ ਨੂੰ ਗਿਵਨ ਹੈ 20√2 ਮੰਨ ਲਓ, ਠੀਕ ਹੈ। ਇਹ ਮੈਂ ਬਸ ਇੱਕ ਐਗਜ਼ਾਮਪਲ ਜੀ KDC ਪਾਂਡੇ ਬੁੱਕ ਚੋਂ, ਮਤਲਬ ਬਹੁਤ ਸਾਰੇ ਇਦਾਂ ਦੇ ਮਿਲ ਸਕਦੀਆਂ ਐਗਜ਼ਾਮਪਲ ਆਪਾਂ ਨੂੰ, ਆਪਾਂ ਜਸਟ ਇਹਨੂੰ ਸਿੱਖ ਰਹੇ ਇਸ ਲਈ ਮੈਂ ਐਗਜ਼ਾਮਪਲ ਚੱਕ ਲਈ। 20√2 ਗਿਵਨ ਸੀਗਾ, 20√2 ਆਇਆ 45 ਡਿਗਰੀ ਤੇ ਐਕਟ ਕਰ ਰਹੀ ਹੈ, ਇਹ 30 ਡਿਗਰੀ ਦਾ ਇਨਕਲਾਈਨ ਪਲੇਨ ਹੈ, ਇਹ ਸਭ ਕੁਝ ਆਪਾਂ ਨੂੰ ਪਤਾ ਲੱਗ ਗਿਆ, ਠੀਕ। ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਇੱਥੇ ਕੀ ਲਿਖਣਾ ਚਾਹੋਗੇ? ਪਹਿਲਾਂ ਜਿਵੇਂ ਜਿਹੜੀ ਇਨਫੋਰਮੇਸ਼ਨ ਹੈਗੀ ਤੁਹਾਨੂੰ ਪਤਾ g ਜਿਹੜਾ ਹੈਗਾ, g ਦੇ ਬਾਰੇ ਤਾਂ ਤੁਹਾਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਹੁਣ ਕਿ g ਤੁਹਾਡਾ ਇੱਧਰ ਨੂੰ ਐਕਟ ਕਰ ਰਿਹਾ ਵਾ, ਹਨਾ। ਤੇ g ਦੇ ਹਿਸਾਬ ਨਾਲ ਤੁਸੀਂ g ਦੇ ਕੰਪੋਨੈਂਟਸ ਵੀ ਬਣਾ ਸਕਦੇ ਹੋ, ਤੇ ਤੁਸੀਂ ਦੱਸੋ ਫਿਰ ਕੀ ਕੰਪੋਨੈਂਟ ਬਣਨਗੇ। ਆ g ਹੈ, ਇੱਕ ਇਹਦੇ ਨਾਲ ਵਰਟੀਕਲ ਲਓਗੇ ਆ ਵਾਲਾ, ਹਨਾ, ਤਾਂ g ਦਾ ਇੱਕ ਕੰਪੋਨੈਂਟ ਇੱਧਰ ਨੂੰ बढ़ेगा, ਆ ਕਿੰਨਾ ਹੋਏਗਾ 30 ਡਿਗਰੀ, ਹਾਂਜੀ g cos 30 ਡਿਗਰੀ, ਆ ਹੋਏਗਾ g sin 30 ਡਿਗਰੀ। ਹੁਣ ਤੁਸੀਂ ਬਸ ਮੈਨੂੰ ਇਹ ਦੱਸੋ ਵੀ ਇਹਦੇ ਚ ਆਪਾਂ ਕੀ ਲਿਖ ਸਕਦੇ ਹਾਂ। ਇੱਕ ਤਾਂ ਆਪਾਂ ਲਿਖ ਸਕਦੇ ਹਾਂ ux, ਹਨਾ। ਅੱਛਾ ਪਹਿਲਾਂ ਮੈਂ ਕੁਐਸਚਨ ਲਿਖ ਦਵਾਂ ਤੁਹਾਨੂੰ, ਇਹ ਚ ਆਪਾਂ ਫਾਈਂਡ ਕਰਨਾ, ਮੰਨ ਲਓ ਉਹਨਾਂ ਨੇ ਫਾਈਂਡ ਕਰਨ ਨੂੰ ਕਿਹਾ ਟਾਈਮ ਆਫ ਫਲਾਈਟ ਫਾਈਂਡ ਕਰਨ ਨੂੰ ਕਿਹਾ, ਠੀਕ ਹੈ। ਆਪਣਾ ਜਿਹੜਾ ਸਵਾਲ ਹੈ ਇੱਥੇ ਟੂ ਫਾਈਂਡ ਆਊਟ ਦਾ ਟਾਈਮ ਆਫ ਫਲਾਈਟ। ਹੁਣ ਮੈਂ ਕੁਝ ਹੋਰ ਕੁਐਸਚਨ ਜੋੜ ਕੇ ਕਰਾਉਂਗਾ ਤੁਹਾਨੂੰ, ਪਰ ਫਿਲਹਾਲ ਮੈਂ ਟਾਈਮ ਆਫ ਫਲਾਈਟ ਫਾਈਂਡ ਕਰਨੀ ਹੈ ਸੋਲੂਸ਼ਨ। ਹੁਣ ਟਾਈਮ ਆਫ ਫਲਾਈਟ ਨੂੰ ਲਿਖਣ ਤੋਂ ਪਹਿਲਾਂ ਤੁਹਾਨੂੰ ਲਿਖ ਲੈਣਾ ਚਾਹੀਦਾ ਤੁਹਾਡਾ ux ਕਿੰਨਾ ਹੈ। ਦੇਖੋ ਇੱਥੇ ਕੀ ਆਏਗਾ, u cos ਕਿੰਨਾ ਆਏਗਾ 15, ਕਿੰਨਾ x ਮੰਨੋਗੇ ਕਿੰਨਾ, ਮੈਂ ਜ਼ਿਆਦਾ ਦੱਸਣ ਦੀ ਲੋੜ ਨਹੀਂ, ਇੱਥੇ ਮੈਂ ਰਫ ਚ ਬਣਾ ਦਿੰਦਾ, ਤੁਸੀਂ ਲੈ ਲਿਆ ਕਰੋ। ਆ ux ਹੈ, ਆ x ਹੈ, ਆ y ਹੈ, ਠੀਕ ਹੈ। ux ਕਿੰਨਾ ਆਏਗਾ, देखो u cos कितना आएगा
15 ਹਾਂਜੀ 15 ਡਿਗਰੀ, ਪਰ 15 ਡਿਗਰੀ ਦੀ ਵੈਲਿਊ ਸਾਡੇ ਕੋਲ ਹੈ ਨਹੀਂ, ਤਾਂ ਆਪਾਂ ਕੀ ਲਿਖਾਂਗੇ? 45 minus 30 ਇਹ ਤੁਹਾਨੂੰ ਮੈਂ ਕਰਵਾਇਆ ਹੋਇਆ ਵਾ ਸ਼ੁਰੂ ਟ੍ਰਿਗਨੋਮੈਟਰੀ, ਦੱਸਿਆ ਵੀ ਤੁਹਾਨੂੰ ਕੀ ਕਿਉਂ ਹੁੰਦਾ ਇਹ, ਹਨਾ। ਇਹ ਆਪਾਂ ਲਿਖ ਸਕਦੇ ਹਾਂ ਇਹਨੂੰ cos a minus cos b, cos a minus b, cos a cos b plus sin a sin b, ਹਨਾ। ਆਪਾਂ ਇਹਦੇ ਫਾਰਮੂਲਾ ਲਗਾ ਸਕਦੇ ਹਾਂ, cos a minus b ਦਾ ਟ੍ਰਿਗਨੋਮੈਟ੍ਰਿਕ ਆਇਡੈਂਟੀਟੀ ਚ ਕਰਾਇਆ ਸੀ, cos a cos b plus sin a sin b। ਜੋ ਕੋਈ ਭੁੱਲ ਗਿਆ ਹੋਵੇ ਤਾਂ ਆਪਣਾ ਸ਼ੁਰੂਆਤ ਵਾਲਾ ਉਹ ਦੇਖ ਲਿਓ ਨੋਟਸ ਵਿੱਚ, ਠੀਕ ਹੈ। ਚਲੋ ਇਹ ਮੈਂ ਬਾਅਦ ਚ ਕੈਲਕੂਲੇਟ ਕਰੂੰ, ਮੈਂ ਕਰ ਨਹੀਂ ਰਿਹਾ, ਕੈਲਕੂਲੇਟ ਕਰ ਵੀ ਸਕਦਾ ਇਹਨੂੰ, ਪਰ ਮੈਂ ਨਹੀਂ ਕਰ ਰਿਹਾ। ਤੇ u ਦੀ ਵੈਲਿਊ ਵੀ ਤੁਹਾਨੂੰ ਪਤਾ ਹੀ ਹੈ 20√2 ਹੈ ਨਾ, ਤੇ ਬੇਸਿਕਲੀ प्लस ही आना कि माइनस आना होते? ਹਾਂਜੀ सर cos a minus b ਜਿਹੜੇ ਆਇਡੈਂਟੀ ਲਿਖੀ ਤੇ ਪਲੱਸ ਆਣਾ? ਹਾਂਜੀ ਮਾਈਨਸ ਵਾਲੇ ਚ ਪਲੱਸ ਆਉਂਦਾ, ਪਲੱਸ ਵਾਲੇ ਚ ਮਾਈਨਸ ਆਉਂਦਾ, cos ਵਾਲੀ ਉਲਟੀ ਹੁੰਦੀ ਹੈ, ਆਹੀ ਤਾਂ cos ਦੀ ਖਾਸ ਗੱਲ ਹੈ, ਠੀਕ ਹੈ। ਇਸ ਤਰ੍ਹਾਂ ਯਾਦ ਰਹਿੰਦਾ ਬੱਚਿਆਂ ਨੂੰ ਕਿ cos ਵਾਲੇ ਕੇਸ ਚ ਉਲਟਾ ਹੁੰਦਾ ਰਿਜ਼ਲਟ, ਆ ਮਾਈਨਸ ਹੈ ਇੱਥੇ ਤੇ ਇੱਥੇ ਪਲੱਸ ਆਉਂਦਾ ਹੈ, ਇੱਥੇ ਪਲੱਸ ਹੈ ਇੱਥੇ ਮਾਈਨਸ ਆਉਂਦਾ। ui ਕੀ ਆਏਗਾ? u cos u sin 45 minus 30, ਤੇ ਇਹਦਾ ਮਤਲਬ ਕੀ ਹੈ? u ਕਿੰਨਾ 20√2 ਤੇ sin 45 minus 30। ਹੁਣ ਇਹਨੂੰ ਦੇਖ ਲਾਂਗੇ, ਇਹ ਕੈਲਕੂਲੇਟ ਕਰਨਾ ਹੈ ਬਾਅਦ ਚ ਕਰ ਲਾਂਗੇ ਜੇ ਲੋੜ ਪੈਗੀ। ax ਕੀ ਆਏਗਾ ਦੱਸੋ ਪਹਿਲਾਂ? minus g sin 30 ਯੈਸ ਮਾਈਨਸ ਜੀ sin 30। ਤੇ ਜਿਹੜਾ ay ਕਿੰਨਾ ਆਏਗਾ? ਮਾਈਨਸ ਜੀ cos 30 ਸ਼ੁਰੂਆਤ ਲਈ ਆਏਗਾ, ਪਰ ਵੈਸੇ ਜਿਵੇਂ ਪਲੱਸ ਵੀ ਹੋ ਸਕਦਾ ਹੈ ਅੱਗੇ ਕਿਤੇ ਇੱਥੇ, ਹਨਾ, ਇਹਦੇ ਥੋੜਾ ਜਿਹਾ ਥੋੜੀ ਦੇਰ ਲਈ ਹੋ ਸਕਦਾ। ਸੋ ਆਪਾਂ ਇਹਨੂੰ ਇਹ ਮੈਗਨੀਚਿਊਡ ਲਿਖੀਏ ਤਾਂ ਮੈਗਨੀਚਿਊਡ ਤਾਂ ਚਲੋ ਮੈਗਨੀਚਿਊਡ ਯੂਜ਼ ਕਰਦੇ ਹਾਂ ਜਦੋਂ ਉੱਥੇ ਕਰਾਂਗੇ। ਆ ਆਪਣੇ ux uy ax ay ਲਿਖ ਸਕਦੇ ਆਪਾਂ। ਇੱਥੇ ਆਹੀ ਫਰਕ ਪੈਂਦਾ ਆ ਕਿ ਐਕਸਲਰੇਸ਼ਨ ਜਿਹੜੀ ਹੈ ਪੂਰੀ ਤਰ੍ਹਾਂ ਉਹ y ਡਾਇਰੈਕਸ਼ਨ 'ਚ ਨਹੀਂ ਰਹਿੰਦੀ, ਯਾਨੀ ਇਹਦੇ x ਤੇ y, ਕਿਉਂਕਿ ਆਪਾਂ ਨੂੰ ਇਸ ਤਰ੍ਹਾਂ ਲੈਣੇ ਪੈਂਦੇ, ਤਾਂ ਆਪਾਂ ਨੇ ਪੂਰੇ ਮੋਸ਼ਨ ਡਿਸਕਸ ਕਰਨ ਦੇ ਲਈ ਐਕਸਲਰੇਸ਼ਨ ਦੇ ਕੰਪੋਨੈਂਟ ਜਿਹੜੇ ਨੇ ਉਹ g ਦੇ ਕੰਪੋਨੈਂਟ ਬਣ ਜਾਂਦੇ ਨੇ, ਜਦਕਿ ਇਸ ਤੋਂ ਪਹਿਲਾਂ ਨਹੀਂ ਬਣ ਰਹੇ ਸੀ। ਇਸ ਤੋਂ ਪਹਿਲਾਂ ਜੋ ਨਾਰਮਲ ਪ੍ਰੋਜੈਕਟਾਈਲ ਮੋਸ਼ਨ ਕੀਤਾ ਤੁਸੀਂ ਉਹ 'ਚ ਨਹੀਂ ਸੀਗਾ ਇਸ ਤਰ੍ਹਾਂ ਦਾ। ਤਾਂ ਇਹਨਾਂ ਨੂੰ ਯੂਜ਼ ਕਰਕੇ ਆਪਾਂ ਕੰਮ ਕਰਨਾ ਦਾ। ਹੁਣ ਤੁਸੀਂ ਦੱਸ ਸਕਦੇ ਹੋ ਟਾਈਮ ਆਫ ਫਲਾਈਟ ਲਿਖੀ ਹੈ, ਹੁਣੀ ਆਪਾਂ ਲਿਖਿਆ ਟਾਈਮ ਆਫ ਫਲਾਈਟ ਕੀ ਹੁੰਦੀ ਹੈ? 2 times u sin theta ਸੀ ਨਾ। ਹੁਣ ਸੋਚੋ ਕੀ yes sir ਕੀ ਸੀਗਾ? uy ਯੈਸ, ਔਰ magnitude of ay ਉੱਥੇ g ਸੀਗਾ ਨਾ, ਆਪਾਂ ਇੱਥੇ ay ਦਾ ਮੈਗਨੀਟਿਊਡ ਲੈਂਦੇ ਹਾਂ। ਹਾਂ ਬਣ ਜਾਏਗਾ 2 times u sin theta will be u that is 20√2, let it be here, and then sin this ਆਏਗਾ ਨਾ, ਇਸ ਲਈ ਮੈंने ਕੈਲਕੂਲੇਟ ਆ ਚਾਹੀਦਾ ਆਪਾਂ ਨੂੰ, ਹਨਾ। sin 45 will be what? It will be sin a cos b minus cos a sin b, ठीक है, डिवाइड बाय ए वाई का मैग्नीट्यूड यानी कि g cos 30 डिग्री। ये देखो कि आ जाएगा 40√2, ये आ जाएगा sin 45 1/√2 ਤੇ cos 30 कितना ਹੁੰਦਾ? √3/2 ਤਾਂ ਬੇਸਿਕਲੀ √3/2 ਬਣ ਜਾਏਗਾ ਨਾ। cos 45 ਵੀ 1/√2 ਹੁੰਦਾ ਤੇ sin 30 1/√2 ਦਾ 1/2 ਓਵਰ g ਨੂੰ ਵੈਲਿਊ 10 ਲਿਖ ਦੋ, cos 30 ਕਿੰਨਾ √3/2 ਲਿਖ ਦੋ। ਮਤਲਬ ਇਹਨੂੰ ਸਾਰੇ ਨੂੰ ਸੋਲਵ ਕਰਕੇ ਐਂਡ 'ਚ ਤੁਸੀਂ ਜੇ ਕਰੋਗੇ ਤਾਂ ਜੋ ਵੀ ਆਨਸਰ ਆਏਗਾ ਉਹ ਲਿਖ ਦੋਗੇ, ਜਿੰਨੇ ਵੀ ਡੈਸੀਮਲ 'ਚ ਆਏਗਾ ਆਨਸਰ ਕਰ ਲੋਗੇ, ਠੀਕ ਹੈ ਜੀ। yes sir ਇਸ ਤਰ੍ਹਾਂ ਮਤਲਬ ਕਿ ਇਸ ਤਰ੍ਹਾਂ ਆਪਣੇ ਇਨਕਲਾਈਨ ਜਿਹੜਾ ਪਲੇਨ ਹੋਵੇ ਨੀਚੋਂ ਪ੍ਰੋਜੈਕਟ ਕੀਤਾ ਤਾਂ ਉੱਤੇ ਹੋ ਸਕਦਾ ਹੈ। ਅੱਛਾ ਇੱਕ ਹੋਰ ਚੀਜ਼ ਹੋ ਸਕਦੀ ਹੈ, ਆ ਵੀ ਹੋ ਸਕਦਾ ਕਿ ਕੋਈ ਪਲੇਨ ਹੋਵੇ ਆਪਣੇ ਕੋਲ ਇਸ ਤਰ੍ਹਾਂ ਦਾ, ਲੈਟ ਇਟ ਬੀ ਲਾਈਕ ਦਿਸ। ਸੋ ਇਸ ਕੇਸ 'ਚ ਮੈਂ ਇਹਨੂੰ ਡੈਕ ਲਾਈਨ ਕੰਸੀਡਰ ਕਰ ਸਕਦਾ ਕਿਉਂਕਿ ਉੱਪਰੋਂ ਨੀਚੇ ਫਾਇਰ ਕਰੂੰਗਾ ਮੈਂ, ਵੀ ਲਾਈਕ ਦਿਸ। ਤੇ ਹੁਣ ਮੇਰਾ ਜਿਹੜਾ ਪ੍ਰੋਜੈਕਟਾਈਲ ਜਿਹੜਾ ਮੈਂ ਵੈਲੋਸਿਟੀ ਨਾਲ ਇਹਨੂੰ ਪ੍ਰੋਜੈਕਟ ਕਰ ਰਿਹਾ ਨਾ, that velocity can be anything। ਮਤਲਬ ਇੱਥੋਂ ਮੈਂ ਮੰਨ ਲਓ ਇੱਥੋਂ ਪ੍ਰੋਜੈਕਟ ਕਰ ਰਿਹਾ ਕਿਸੇ ਪੁਆਇੰਟ ਤੋਂ, ਮੰਨ ਲਓ ਸਭ ਤੋਂ ਸਿਰੇ ਤੇ ਹੀ ਕਰ ਰਿਹਾ, ਇੱਥੋਂ ਮੰਨ ਲਓ ਕਰ ਰਿਹਾ, ਇਸ ਤਰ੍ਹਾਂ ਕਰ ਰਿਹਾ, ਕਿਸੇ ਵੀ ਐਂਗਲ ਤੇ ਹੋ ਸਕਦਾ। ਦੇਖੋ ਡਿਪੈਂਡਿੰਗ ਅਪਨ ਸਿਚੁਏਸ਼ਨ ਤੁਹਾਨੂੰ ਹੁਣ ਡੀਲ ਕਰਨਾ, ਟੈਕਲ ਕਰਨਾ ਇਹਨਾਂ ਚੀਜ਼ਾਂ ਨੂੰ ਆਉਣਾ ਚਾਹੀਦਾ ਹੈ। ਸੋ ਲੈਟ ਇਟ ਬੀ u and u will be given to you and let this angle theta is given to you, ਠੀਕ ਹੈ, ਦਾ ਗਿਵਨ ਹੋ ਗਿਆ। ਤੇ ਉਸ ਤੋਂ ਬਾਅਦ ਕੀ ਹੈ ਕਿ ਹੁਣ u ਕਿਸੇ ਤਰ੍ਹਾਂ ਵੀ ਹੋ ਸਕਦਾ ਨਾ, u ਐਵੇਂ ਹੋ ਸਕਦਾ ਕਿ ਬਿਲਕੁਲ ਸਿੱਧਾ ਐਵੇਂ ਗਿਵਨ ਹੋਵੇ, ਹੌਰੀਜ਼ੌਂਟਲੀ ਪ੍ਰੋਜੈਕਟ ਵੀ ਕੀਤਾ ਹੋਵੇ ਤਾਂ ਵੀ। ਜੇ ਮੰਨ ਲਓ ਜੋ ਪਹਿਲਾਂ ਮੈਂ ਚਲੋ ਸਿੰਪਲ ਕੇਸ ਹੀ ਲੈ ਲੈਣਾ, ਮੰਨ ਲਓ u ਇਸ ਤਰ੍ਹਾਂ ਗਿਵਨ ਹੈ ਕਿ u ਇਸ ਤਰ੍ਹਾਂ ਪ੍ਰੋਜੈਕਟ ਕੀਤਾ ਹੈ, ਇਸ ਤਰ੍ਹਾਂ
ਹੁਣ ਜੇ ਆ ਯੂ ਪ੍ਰੋਜੈਕਟ ਕੀਤਾ ਇੱਥੋਂ ਯੂ ਪਲਸ ਨਾਲ ਤੇ ਆ ਐਂਗਲ ਮੰਨ ਲਓ ਥੀਟਾ ਹੈ, ਤੁਹਾਨੂੰ ਪਤਾ ਨਾ ਆ ਵੀ ਐਂਗਲ ਥੀਟਾ ਹੀ ਹੋਏਗਾ ਇਸ ਕੇਸ ਤਾਂ ਫਿਰ, ਹਨਾ? ਤੇ ਇਹ Yes, sir. ਪ੍ਰੋਜੈਕਟ ਕੀਤਾ ਤਾਂ ਆਬਵੀਅਸਲੀ ਇਹਨੇ ਆ ਕੇ ਕਿਤੇ ਇੱਥੇ ਗਿਰਨਾ ਹੈ, ਇੱਥੇ ਕਿਤੇ ਇੱਥੇ, ਤਾਂ ਇਹਦੀ ਆਪਣੀ ਰੇਂਜ ਜਿਹੜੀ ਹੋਏਗੀ ਫਿਰ ਇੱਥੋਂ ਲੈ ਕੇ ਇੱਥੇ ਤੱਕ ਹੋਏਗੀ। ਦਿਸ ਵਿਲ ਬੀ ਦਾ ਰੇਂਜ। ਐਂਡ ਇਸ ਕੇਸ ਦੇ ਵਿੱਚ ਤੁਸੀਂ y ਤੇ x ਨੂੰ ਚੂਜ਼ ਕਰੋਗੇ ਜਦੋਂ, ਤਾਂ ਤੁਸੀਂ ਯੂ ਵਿਲ ਚੂਜ਼ ਦਿਸ ਐਜ਼ x ਐਂਡ ਦਿਸ ਐਜ਼ y, ਠੀਕ ਹੈ ਨਾ? ਇਹ ਜਸਟ ਮੈਂ ਤੁਹਾਨੂੰ ਵੈਸੇ ਸਮਝਾ ਰਿਹਾ। ਤਾਂ ਇੱਥੇ ਜਿਹੜਾ u ਦੇ ਲਈ ਆ ਆਏਗੀ ਡਾਇਰੈਕਸ਼ਨ ਵਿੱਚ ਵੈਲੋਸਿਟੀ ਕਿੰਨੀ ਹੋਏਗੀ, u cos ਥੀਟਾ, ਉਹਨੂੰ ਤੁਸੀਂ ux ਕਹੋਗੇ ਨਾ, ਤੇ ਆ ਹੋਏਗੀ ਤੁਹਾਡੀ u sin ਥੀਟਾ, ਉਹਨੂੰ ਤੁਸੀਂ uy ਕਹੋਗੇ। ਤੇ ਹੁਣ ਜੇ ਤੁਸੀਂ ਇੱਥੇ ਗੱਲ ਕਰੋਗੇ ਆਪਣੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ, ਤੇ ਉਹ ਇੱਥੇ ਜਿੱਥੇ ਮਰਜ਼ੀ ਪਲਾਟ ਕਰਕੇ ਉਹਦੇ ਬਸ ਕੰਪੋਨੈਂਟ ਦੇਖ ਲਿਆ ਕਰੋ, ਇਹਦੇ ਲਈ ਕੋਈ ਬਹੁਤ ਵੱਡਾ ਚੱਕਰ 'ਚ ਪੈਣ ਦੀ ਲੋੜ ਨਹੀਂ, ਜਿੱਥੇ ਮਰਜ਼ੀ ਕਰ ਲਓ ਜੀ। ਐਂਡ ਯੂ ਨੋ ਦੈਟ ਦਿਸ ਵਿਲ ਬੀ ਵਰਟੀਕਲ। ਸੋ ਆ ਐਂਗਲ ਕਿੰਨਾ ਹੋਏਗਾ ਦੇਖੋ, Theta. ਆ ਵੀ ਥੀਟਾ ਹੋਏਗਾ, ਤੇ ਆ ਤੁਸੀਂ ਇੱਥੇ ਕੈਲਕੂਲੇਟ ਕਰ ਲੋਗੇ ਨਾ, ਫਿਰ ਇਹ ਕੀ ਆਏਗਾ, ਇਹ ਤੁਹਾਡਾ g cos Cos theta. ਉਹ ਕੀ ਆਏਗਾ ਤੁਹਾਡਾ ਐਕਸਲਰੇਸ਼ਨ ਦਾ, G sin theta. ਹਨਾ? ਤੇ ਜਿਹੜਾ g sin ਥੀਟਾ ਆਏਗਾ ਉਹ ਤੁਹਾਡਾ ਐਕਸਲਰੇਸ਼ਨ ਦਾ x ਕੰਪੋਨੈਂਟ ਆਏਗਾ। ਮੈਂ ਕੱਲਾ ਮੈਗਨੀਟਿਊਡ ਹੀ ਲਿਖ ਰਿਹਾ ਜੀ, ਠੀਕ ਹੈ? ਤੇ ਇਹਨਾਂ ਨੂੰ ਯੂਜ਼ ਕਰਕੇ ਜੇ ਇਸ ਕੇਸ 'ਚ ਤੁਸੀਂ ਟਾਈਮ ਆਫ ਫਲਾਈਟ ਫਾਈਂਡ ਕਰ ਲੋਗੇ, ਕੀ ਆਏਗੀ 2 times uy over, ਕਰ ਲੋਗੇ ਨਾ, ਸਭ ਕੁਝ ਗਿਵਨ ਹੋਏਗਾ ਇਹ ਜਿਵੇਂ ਹੁਣੀ ਕੀਤਾ। Yes, sir. ਇਸ ਤੋਂ ਬਾਅਦ ਜੋ ਰੇਂਜ ਫਾਈਂਡ ਕਰਨ ਨੂੰ ਕਿਹਾ ਮੈਨੂੰ ਉਹਨਾਂ ਨੇ O ਤੋਂ ਲੈ ਕੇ A ਤੱਕ, ਦੈਨ OA ਜਿਹੜੀ ਰੇਂਜ ਹੋਏਗੀ ਦੈਟ ਵਿਲ ਬੀ, ਇਹ ਬਹੁਤ ਇੰਪੋਰਟੈਂਟ ਹੈ, ux into t this t and plus half, then ਜੋ ਵੀ ax ਹੋਏਗੀ ਉਸ ਜਗ੍ਹਾ ਤੇ, and then t ਦਾ ਹੋਲ ਸਕੁਅਰ। ਐਂਡ ਇੱਥੇ ਤੁਸੀਂ ਵੈਲਿਊਜ਼ ਪੁੱਟ ਕਰਕੇ ਫਿਰ ਉਹਨੂੰ ਇਵੈਲੂਏਟ ਕਰੋਗੇ ਤਾਂ ਤੁਹਾਨੂੰ ਰੇਂਜ ਮਿਲੇਗੀ। ਸੋ ਰੇਂਜ ਦਾ ਫਾਰਮੂਲਾ ਡਾਇਰੈਕਟਲੀ ਇੱਥੋਂ ਇਸ ਫਾਰਮ 'ਚ ਆਪਾਂ ਨਹੀਂ ਯੂਜ਼ ਕਰਦੇ, ਠੀਕ ਹੈ ਜੀ? ਰੇਂਜ ਦਾ ਨਹੀਂ ਐ ਯੂਜ਼ ਕਰਦੇ ਆਪਾਂ, ਪਰ ਆ ਜਿਹੜੀ ਆ ਹੌਰੀਜ਼ੌਂਟਲ ਜਿਹੜੀ ਮੈਕਸਿਮਮ ਹਾਈਟ ਤੇ ਇਹਨੂੰ ਡਾਇਰੈਕਟਲੀ ਯੂਜ਼ ਕਰਦੇ ਹਾਂ। ਟਾਈਮ ਆਫ ਫਲਾਈਟ ਪਤਾ ਕਰਨ ਤੋਂ ਬਾਅਦ, ਕਿਉਂਕਿ ਆਪਣੇ ਕੋਲ ਇੱਥੇ ਤਾਂ ਰੇਂਜ ਹੌਰੀਜ਼ੌਂਟਲ ਰੇਂਜ ਸੀ ਨਾ, ਆਪਣੇ ਕੋਲ ਇੱਥੇ ਦਾ ਐਕਸਲਰੇਸ਼ਨ ਦਾ ਕੰਪੋਨੈਂਟ x ਵੀ ਕੰਮ ਕਰਦਾ ਆ, ਤਾਂ ਆਪਾਂ ਨੂੰ ਉਹਨੂੰ ਡੀਲ ਕਰਨਾ ਪੈਂਦਾ, ਨਾਲ ਲੈ ਕੇ ਚੱਲਣਾ ਪੈਂਦਾ। ਕਲੀਅਰ ਹੈ ਗੱਲ ਸਾਰਿਆਂ ਨੂੰ ਇੱਥੇ ਤੱਕ? Yes, sir. ਪ੍ਰੋਸੀਜਰ ਕਿਸ ਤਰ੍ਹਾਂ ਦਾ ਹੈ। ਹੁਣ ਇਸੇ ਚੀਜ਼ ਨੂੰ ਇਹ ਮੈਂ ਕਿਉਂ ਕਰਵਾਇਆ ਤੁਹਾਨੂੰ ਇੱਥੇ, ਕਿਉਂਕਿ ਮੈਨੂੰ ਇਹਦੀ ਇੱਥੇ ਲੋੜ ਪੈ ਰਹੀ ਹੈ ਥੋੜੀ ਜਿਹੀ ਤੁਹਾਨੂੰ ਗੱਲਾਂ ਹੋਰ ਹਾਇਰ ਲੈਵਲ ਤੇ ਸਮਝਾਉਣ ਦੇ ਲਈ। ਸੋ ਹੁਣ ਇਸੇ ਲੈਕਚਰ ਦੇ ਵਿੱਚ ਆਪਾਂ ਇੱਕ ਚੀਜ਼ ਨੂੰ ਡਿਸਕਸ ਕਰਾਂਗੇ ਨਾਲ, that is oblique collision of ball with surface। ਇਹ ਕੁਝ ਨਹੀਂ ਹੋਣਾ, ਤੁਹਾਡੇ ਸਿਰਫ ਦਿਮਾਗ ਦੀ ਥੋੜੀ ਜਿਹੀ ਪ੍ਰੈਕਟਿਸ ਹੋਣੀ ਹੈ ਇਹਦੇ ਨਾਲ ਸੋਚਣ ਦੀ, ਜੋ ਕਿ ਪਹਿਲਾਂ ਤੁਸੀਂ ਕਰ ਚੁੱਕੇ ਹੋ ਚੀਜ਼ਾਂ, ਉਹਨਾਂ ਨੂੰ ਹੀ ਲੈ ਕੇ ਥੋੜੀ ਪ੍ਰੈਕਟਿਸ ਹੋਣੀ, ਹੋਰ ਕੁਝ ਵੀ ਨਹੀਂ ਹੈ, ਠੀਕ ਹੈ? ਇਹਨੂੰ ਬਸ ਗੱਲ ਨੂੰ ਸਮਝ ਰਹੇ ਹੋ ਤੁਸੀਂ ਧਿਆਨ ਨਾਲ, ਕਿ ਮੰਨ ਲਓ ਦੇਖੋ ਕਿ ਕੋਈ ਸਰਫੇਸ ਹੈ, ਇਹ ਸਰਫੇਸ ਹੈ, ਤੇ ਇਹ ਸਰਫੇਸ ਮੰਨ ਲਓ ਸਮੂਥ ਹੈ, ਕੋਈ ਵੀ ਸਰਫੇਸ ਹੈ, ਇਹ ਸਰਫੇਸ ਸਮੂਥ ਸਰਫੇਸ ਹੈ। ਸਮੂਥ ਸਰਫੇਸ 'ਚ ਕੀ ਹੁੰਦਾ ਹੈ, ਇਹਦੇ ਨਾਲ ਇੱਕ ਖਾਸ ਗੱਲ ਹੁੰਦੀ ਹੈ ਸਮੂਥ ਸਰਫੇਸ, ਕਿ ਜਦੋਂ ਵੀ ਇਹਨੂੰ ਕੋਈ ਬਾਲ ਟਕਰਾਉਂਦੀ ਤਾਂ ਸਰਫੇਸ ਦੇ ਨਾਰਮਲ ਹੀ ਇੰਪੈਕਟ ਆਉਂਦਾ ਹੈ ਹਮੇਸ਼ਾ। ਕਿਵੇਂ ਤੇ ਕਿਉਂ, ਮੈਂ ਦੱਸਦਾ। ਮੰਨ ਲਓ ਇੱਕ ਬਾਲ ਹੈ, ਤੇ ਉਸ ਬਾਲ ਦੀ ਇੱਥੋਂ ਜਿਹੜੀ ਵੈਲੋਸਿਟੀ ਹੈ ਉਹ u ਹੈ ਇਨ ਦਿਸ ਡਾਇਰੈਕਸ਼ਨ, let it be this, ਇਹ u velocity ਇਸ ਡਾਇਰੈਕਸ਼ਨ 'ਚ ਹੈ ਮੰਨ, ਤੇ ਇਹ ਹੈ ਬਾਲ ਆ ਕੇ ਇੱਥੇ ਟਕਰਾਣੀ ਹੈ ਇਸ ਜਗ੍ਹਾ ਤੇ। ਜਦੋਂ ਵੀ ਬਾਲ ਇੱਥੇ ਟਕਰਾਏਗੀ ਨਾ, ਜਦੋਂ ਕਿਸੇ ਵੀ ਮੈਂ ਇੱਥੇ ਦਿਖਾ ਦਿੰਦਾ ਤੁਹਾਨੂੰ, ਕਿਸੇ ਵੀ ਸਰਫੇਸ ਤੇ ਜਦੋਂ ਬਾਲ ਟਕਰਾਏਗੀ, ਜਿਹੜੇ ਮਰਜ਼ੀ ਐਂਗਲ ਤੋਂ ਆ ਕੇ ਟਕਰਾਵੇ, ਚਾਹੇ ਸਿੱਧੇ ਆ ਕੇ ਟਕਰਾਵੇ, ਉਹਦਾ ਬਾਲ ਦਾ ਜਿਹੜਾ ਇਸ ਸਰਫੇਸ ਦੇ ਨਾਲ ਇੰਪੈਕਟ ਹੁੰਦਾ ਹੈ ਨਾ, ਜੋ ਬਾਲ ਨੂੰ ਮਿਲਦਾ ਹੈ ਇੰਪੈਕਟ, ਤੇ ਬਾਲ ਜੋ ਸਰਫੇਸ ਤੇ ਦਿੰਦੀ ਹੈ ਇੰਪੈਕਟ, ਹੈ ਨਾ, ਉਹ ਹਮੇਸ਼ਾ ਪਰਪੈਂਡੀਕੂਲਰ ਹੋਏਗਾ ਅਗਰ ਸਰਫੇਸ ਸਮੂਥ ਹੈ ਤਾਂ, ਕਿਉਂਕਿ ਸਰਫੇਸ ਦੇ ਵਿੱਚ ਕੋਈ ਫ੍ਰਿਕਸ਼ਨ ਨਹੀਂ ਹੈ, ਠੀਕ ਹੈ ਜੀ? ਸਰਫੇਸ 'ਚ ਕੋਈ ਫ੍ਰਿਕਸ਼ਨ ਨਹੀਂ, ਕਿਉਂਕਿ ਅਗਰ ਫ੍ਰਿਕਸ਼ਨ ਹੁੰਦਾ, ਇੱਕ ਕੰਪੋਨੈਂਟ ਦਾ ਇੱਧਰ ਨੂੰ ਲੱਗਦਾ, ਤਾਂ ਆਬਵੀਅਸਲੀ ਉਹਦੇ ਕੰਪੋਨੈਂਟ ਕਰਕੇ ਆਪਾਂ ਨੂੰ ਇਸ ਪਾਸੇ ਫ੍ਰਿਕਸ਼ਨ ਮਿਲਦਾ ਪਿੱਛੇ ਨੂੰ, ਤੇ ਉਹਦੇ ਕਰਕੇ ਇੰਪੈਕਟ ਜਿਹੜਾ ਉਹ ਬਦਲ ਜਾਂਦਾ ਥੋੜਾ। ਸੋ ਇੱਥੇ ਆਪਾਂ ਨੂੰ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿ ਜਦੋਂ ਸਰਫੇਸ ਸਮੂਥ ਹੈ ਤਾਂ ਇੰਪੈਕਟ ਤਾਂ ਨਾਰਮਲ ਮਿਲੇਗਾ। ਇੱਥੇ ਇਸ ਜਗ੍ਹਾ ਤੇ ਆਪਾਂ ਕੀ ਕਰਦੇ ਆ, ਆਪਾਂ ਜਸਟ ਗੱਲ ਨੂੰ ਸਮਝਣ ਦੇ ਲਈ ਇੱਕ ਨਾਰਮਲ ਡਰਾ ਕਰ ਲੈਂਦੇ ਹਾਂ,
ਜਿਹਦੇ ਅਕ੍ਰੋਸ ਮੰਨ ਲਓ ਆਪਾਂ ਨੂੰ ਇੰਪੈਕਟ ਮਿਲਿਆ, ਤੇ ਮੰਨ ਲਓ ਕਿ ਇੱਥੇ ਇਹਦੇ ਨਾਲ ਇਹ ਜੋ ਐਂਗਲ ਬਣਿਆ, ਇਹ ਐਂਗਲ ਜੋ ਹੈ ਆਹ ਵਾਲਾ ਐਂਗਲ, ਲੈਟ ਦਿਸ ਐਂਗਲ ਬੀ ਕੁਝ ਵੀ ਥੀਟਾ, ਐਂਡ ਇੱਥੋਂ ਜੋ ਟਕਰਾ ਕੇ ਬਾਲ ਗਈ ਹੈ ਵਾਪਸ ਇੱਧਰ ਜਾਏਗੀ ਤਾਂ ਆਬਵੀਅਸਲੀ ਕਿਤੇ ਵੀ ਪਹੁੰਚੇਗੀ ਕਿਸੇ ਵੀ ਜਗ੍ਹਾ ਤੇ ਆਪਾਂ ਇਹ ਨਹੀਂ, ਚਲੋ ਮੈਂ ਇੱਕ ਬੜੀ ਖਾਸ ਗੱਲ ਹੁਣੀ ਦੱਸਦਾ ਤੁਹਾਨੂੰ, ਇੱਥੇ ਪਹੁੰਚ ਗਈ ਮੰਨ ਲਓ ਬਾਲ, ਤਾਂ ਇਸ ਬਾਲ ਦੀ ਵੈਲੋਸਿਟੀ ਜੋ ਹੋਏਗੀ ਉਹ ਇਸ ਡਾਇਰੈਕਸ਼ਨ 'ਚ ਹੋਏਗੀ, this direction v, and it was u। ਇੱਕ ਗੱਲ ਮੇਰੀ ਬਹੁਤ ਧਿਆਨ ਨਾਲ ਸੁਣੋ, ਇਹ ਗੱਲ ਬਾਰ-ਬਾਰ ਮੈਂ ਕਹਿ ਨਹੀਂ ਪਾਉਂਦਾ, ਬਾਰ-ਬਾਰ ਕਹਿਣ ਦਾ ਮਤਲਬ ਉਹ ਨਹੀਂ ਹੈ ਕਿ ਮੈਂ ਤੁਹਾਨੂੰ ਇੱਕ ਦੀ ਵਾਰ ਬਹੁਤ ਚੰਗੀ ਤਰ੍ਹਾਂ ਸਮਝਾ ਚੁੱਕਾ ਇਹ ਗੱਲ। ਆ ਜਿਹੜੀ ਵੈਲੋਸਿਟੀਜ਼ ਨੇ u ਤੇ ਵੀ, ਇਹ u ਵੈਲੋਸਿਟੀ ਜਿਹੜੀ ਹੈਗੀ ਹੈ ਨਾ, ਇਹ ਵੈਲੋਸਿਟੀ ਸਮੂਥ ਸਰਫੇਸ ਨਾਲ ਟੱਕਰ ਹੋਣ ਤੋਂ ਜਸਟ ਪਹਿਲਾਂ ਦੀ ਵੈਲੋਸਿਟੀ ਹੈ, ਪਰ ਕਿਉਂਕਿ ਨੀਚੇ ਜਿੱਥੇ ਕਾਰਨਰ ਤੇ ਟੱਕਰ ਹੋਈ ਹੈ ਉੱਥੇ ਡਰਾ ਕਰਨਾ, ਵੈਲੋਸਿਟੀ ਦੇ ਕੰਪੋਨੈਂਟ ਦਿਖਾਣਾ ਕਾਫੀ ਮੁਸ਼ਕਿਲ ਹੋ ਜਾਏਗਾ, ਇਸ ਲਈ ਬਾਲ ਥੋੜੀ ਉੱਪਰ ਡਰਾ ਕੀਤੀ ਹੈ ਮੈਂ, ਤੇ ਜਿਹੜੀ v ਵੈਲੋਸਿਟੀ ਹੈ ਉਹ ਟੱਕਰ ਹੋਣ ਤੋਂ ਜਸਟ ਬਾਅਦ ਦੀ ਵੈਲੋਸਿਟੀ ਹੈ, ਕਿਉਂਕਿ ਤੁਹਾਨੂੰ ਇਹ ਗੱਲ ਪਤਾ ਹੈ ਕਿ ਅਗਰ ਬਾਲ ਉੱਪਰੋਂ ਨੀਚੇ ਆ ਰਹੀ ਸੀ ਤਾਂ ਉਹਦਾ ਇੱਕ ਕੰਪੋਨੈਂਟ ਗ੍ਰੈਵਿਟੀ ਦੇ ਕਰਕੇ ਬਹੁਤ ਤੇਜ਼ੀ ਨਾਲ ਵਧਦਾ ਜਾਏਗਾ। ਕਿਹੜਾ ਕੰਪੋਨੈਂਟ? y ਕੰਪੋਨੈਂਟ। ਐਂਡ ਜੋ v ਵੈਲੋਸਿਟੀ ਉੱਪਰ ਨੂੰ ਦਿਖਾਈ ਹੈ ਮੈਂ, ਉਸ ਵੈਲੋਸਿਟੀ ਦਾ ਇੱਕ ਕੰਪੋਨੈਂਟ ਬਹੁਤ ਤੇਜ਼ੀ ਨਾਲ ਘਟਦਾ ਜਾਏਗਾ g ਐਕਸਲਰੇਸ਼ਨ ਦੇ ਨਾਲ, ਤੇ ਉਹ ਹੋਏਗਾ ਉਹਦਾ y ਕੰਪੋਨੈਂਟ। ਇਟ ਮੀਨਸ the u and v, they are not going to be same always during their paths, but I am just showing you कि just collision surface ਦੇ ਨਾਲ ਹੋਣ ਤੋਂ just ਪਹਿਲਾਂ ਉਹਦੀ velocity u ਹੈ and just ਬਾਅਦ v ਹੈ, ਪਰ ਡਾਇਗਰਾਮ ਨੂੰ ਨੀਟ ਐਂਡ ਕਲੀਨ ਬਣਾ ਕੇ ਤੁਹਾਨੂੰ ਗੱਲ ਸਮਝਾਉਣ ਦੇ ਲਈ ਮੈਂ ਇਸ ਤਰ੍ਹਾਂ ਕੀਤਾ ਹੈ। ਸੋ ਇਟਸ ਜਸਟ ਅਬਾਊਟ ਦਾ ਇੰਪਲਸਿਵ ਐਕਸ਼ਨ ਔਨ ਦਿਸ ਬਾਲ ਵੈਨ ਇਟ ਸਟ੍ਰਾਈਕਸ ਦਾ ਸਰਫੇਸ। ਠੀਕ ਹੈ, ਸੋ ਉੱਥੇ ਇਸ ਚੀਜ਼ ਨੂੰ ਆਪਣੇ ਦਿਮਾਗ 'ਚ ਆ ਵੀ ਜਾਵੇ ਤਾਂ ਇਸ ਗੱਲ ਦਾ ਖਿਆਲ ਰੱਖਣਾ ਜੋ ਮੈਂ ਕਹਿ ਰਿਹਾ ਵਾਂ। ਤੇ ਹੁਣ ਤੁਸੀਂ ਇੱਥੇ ਦੇਖੋ ਕੀ ਹੋਇਆ ਹੋਏਗਾ। ਆ ਜਿਹੜਾ ਐਂਗਲ ਹੈ, ਅੱਛਾ ਆ ਐਂਗਲ ਜਿਹੜਾ ਹੈ, ਆ ਐਂਗਲ ਹੈ ਮੰਨ ਲਓ φ। ਹੁਣ ਤੁਹਾਡੇ 'ਚ ਕੁਝ ਬੱਚਿਆਂ ਨੇ ਉਦੋਂ ਮੈਨੂੰ ਇੱਕ ਸਵਾਲ ਪੁੱਛਿਆ ਸੀ ਕਿ ਇਹ ਸਾਰੇ ਥੀਟਾ ਤੇ ਫਿਰ ਬਰਾਬਰ ਹੀ ਹੋਣੇ ਚਾਹੀਦੇ ਆ, ਦੇ ਸ਼ੁੱਡ ਬੀ ਸੇਮ, ਹੈ ਨਾ, ਕਿਉਂਕਿ ਥੀਟਾ ਤੇ φ ਜਿਹੜੇ ਹੈ ਉਹ ਮਤਲਬ ਜਿਸ ਤਰ੍ਹਾਂ ਆਪਣੀ ਰਿਫਲੈਕਸ਼ਨ ਹੁੰਦੀ ਹੈ ਉਸ ਤਰ੍ਹਾਂ ਹੋਣੇ ਚਾਹੀਦੇ ਆ। ਸੋ ਇਸੇ ਚੀਜ਼ ਨੂੰ ਮੈਂ ਥੋੜਾ ਜਿਹਾ ਐਲੈਬੋਰੇਟ ਕਰਦਾ, 2 ਮਿੰਟ ਲੱਗਣਗੇ ਬਸ, ਦੇਖ ਲਓ। ਮੰਨ ਲਓ ਜਿਹੜਾ u ਹੈ ਤੇ u ਜੇ ਆ ਥੀਟਾ ਐਂਗਲ ਤੇ ਟੱਕਰ ਮਾਰੀ ਹੈ ਨੇ ਤਾਂ u ਦਾ ਇੱਕ ਕੰਪੋਨੈਂਟ ਦੇਖੋ ਇਸ ਡਾਇਰੈਕਸ਼ਨ 'ਚ ਹੋਏਗਾ, ਹੈ ਨਾ, ਇੱਕ ਇਸ ਡਾਇਰੈਕਸ਼ਨ 'ਚ ਹੋਏਗਾ, ਤੇ ਆ ਐਂਗਲ ਜਿਹੜਾ ਹੈ ਇਹ ਆਪਾਂ ਨੂੰ ਮੰਨ ਲਓ ਥੀਟਾ ਗਿਵਨ ਹੈ, ਕਿਉਂਕਿ ਆ ਥੀਟਾ ਹੈ ਨਾ, ਆ ਕੰਪੋਨੈਂਟ ਕਿੰਨਾ ਹੋਏਗਾ ਦੇਖੋ u cos ਥੀਟਾ, ਆ ਕਿੰਨਾ ਹੋਏਗਾ u sin ਥੀਟਾ। ਠੀਕ ਹੈ ਜੀ ਗੱਲ। ਹੁਣ ਜਿਹੜਾ ਇੰਪੈਕਟ ਹੋਇਆ, ਇੰਪੈਕਟ ਮੈਂ ਤੁਹਾਨੂੰ ਦੱਸਿਆ, ਇੰਪੈਕਟ ਇੱਥੇ ਦਿਖਾ ਰਿਹਾ ਤੁਹਾਨੂੰ ਵਰਟੀਕਲ ਡਾਇਰੈਕਸ਼ਨ 'ਚ ਹੁੰਦਾ ਹੈ, ਤਾਂ ਫਿਰ ਇਹਦੇ ਨਾਲ ਜਿਹੜਾ ਵੈਲੋਸਿਟੀ v ਹੋਏਗੀ ਜਸਟ ਉਸ ਤੋਂ ਬਾਅਦ ਵਾਲੀ, ਇਹਨਾਂ ਵਿੱਚ ਇੱਕ ਕੰਪੋਨੈਂਟ ਐਜ਼ ਸੱਚ ਪਾਸ ਔਨ ਹੋ ਜਾਏਗਾ। ਕਿਹੜਾ ਕੰਪੋਨੈਂਟ? u sin theta। ਯੈਸ, u sin ਥੀਟਾ ਨੂੰ ਕੋਈ ਅਸਰ ਨਹੀਂ ਪਏਗਾ ਕਿਉਂਕਿ ਉਹ ਇੰਪੈਕਟ ਦੇ ਪਰਪੈਂਡੀਕੂਲਰ, ਸੋ ਆਹ ਵਾਲਾ ਕੰਪੋਨੈਂਟ ਦਾ u sin ਥੀਟਾ ਹੀ ਬਣਿਆ ਰਹੇਗਾ। ਠੀਕ ਹੈ, ਪਰ ਮੈਂ ਇਹਨੂੰ u sin ਥੀਟਾ ਨਹੀਂ ਲਿਖਦਾ, ਚਲੋ ਮੈਂ ਥੋੜਾ ਬਾਅਦ 'ਚ ਲਿਖਦਾ ਇਹਨੂੰ। ਬੇਸਿਕਲੀ ਮੈਂ ਇੱਥੇ ਪਹਿਲਾਂ ਮੈਂ v ਦੀ ਫਾਰਮ 'ਚ ਲਿਖ ਦਵਾਂ ਇੱਥੇ ਕਿ ਆਹ ਵਾਲਾ ਜਿਹੜਾ ਐਂਗਲ φ ਹੈ ਤਾਂ ਆਹ ਐਂਗਲ ਵੀ φ ਹੋਏਗਾ, ਹੈ ਨਾ, ਤਾਂ ਆਹ ਜਿਹੜਾ ਉੱਪਰਲਾ ਵਰਟੀਕਲ ਕੰਪੋਨੈਂਟ ਇਹਨੂੰ v sin φ ਕਹਿ ਸਕਦਾ, ਇਹਨੂੰ v cos, ਸੌਰੀ ਉਲਟਾ ਆ ਗਿਆ ਸ਼ਾਇਦ, ਆ ਲਓ ਆ ਜਿਹੜਾ ਕੰਪੋਨੈਂਟ ਉੱਪਰ ਨੂੰ ਹੋਏਗਾ ਹੁਣ ਇਹ v cos ਥੀਟਾ ਹੋਏਗਾ ਨਾ, ਆ v sin ਥੀਟਾ ਹੋਏਗਾ, ਪਰ ਜਿਹੜਾ v sin ਥੀਟਾ ਹੋਏਗਾ, ਆਹੀ ਗੱਲ ਮੈਂ sin φ, ਸੌਰੀ v sin φ ਜਿਹੜਾ ਹੋਏਗਾ ਉਹ ਕਿਹਦੇ ਬਰਾਬਰ ਹੋਏਗਾ ਵੈਸੇ ਅਸਲ ਵਿੱਚ? u sin theta। ਹਾਂ, ਇਹ ਬਰਾਬਰ ਹੀ ਹੋਣਾ ਚਾਹੀਦਾ ਨਾ, ਕਿਉਂਕਿ ਇਹਨੂੰ ਤਾਂ ਫਰਕ ਹੀ ਨਹੀਂ ਪੈਣਾ ਚਾਹੀਦਾ ਨਾ ਕੋਈ। ਜਿਹੜਾ v cos φ ਹੋਏਗਾ ਇਹ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ? eu cos theta। ਹਾਂ, ਆਹ ਗੱਲ ਸਮਝੋ ਧਿਆਨ ਨਾਲ। ਇਸ ਇੰਪੈਕਟ ਦੀ ਡਾਇਰੈਕਸ਼ਨ ਦੇ ਵਿੱਚ ਪਹਿਲਾ ਕੰਪੋਨੈਂਟ ਆ ਸੀਗਾ ਇਨਕਮਿੰਗ, ਆ ਆਊਟਗੋਇੰਗ ਵੈਲੋਸਿਟੀ ਹੈ। ਸੋ ਬੇਸਿਕਲੀ ਜੋ ਇੱਥੇ ਇਕੁਏਸ਼ਨ ਬਣਦੀ ਹੈ, ਇਕੁਏਸ਼ਨ ਫਾਰਮ 'ਚ ਲਿਖਿਆ ਜਾਵੇ ਤਾਂ ਆਪਾਂ ਇਹ ਯੂਜ਼ ਹੀ ਕਰਿਆ ਕਰਾਂਗੇ। ਮੈਂ ਤੁਹਾਨੂੰ ਸਮਝਾ ਰਿਹਾ ਬਸ, ਇਹਦੇ ਸੋਚੋ ਬੜਾ ਔਖਾ ਹੋ ਗਿਆ ਕੰਮ,
बहुत ईजी है, बाद च v ਦਾ ਆਪਾਂ ਜ਼ਿਕਰ ਨਹੀਂ ਕਰਨਾ, ਵਿੱਚ ਆਪਾਂ ਸਿੱਧੇ ਲਿਖਦੇ ਕਰਨੀ ਹੈ। ਹੁਣ ਕੀ ਹੋਏਗਾ ਦੇਖੋ, ਜਿਹੜਾ v sin phi ਹੋਏਗਾ ਇੱਥੇ, v sin phi will be equal to u sin theta, and ਜਿਹੜਾ v cos phi ਹੋਏਗਾ ਉਹ ਹੋਏਗਾ e times u cos theta ਨਾ, ਬਸ। ਸੋ ਬੇਸਿਕਲੀ ਤਾਂ ਇਹ ਹੈ, ਜੇ ਇਹਨੂੰ ਹੋਰ ਉਹਦੇ ਨਾਲ ਬਣਾਇਆ ਜਾਵੇ ਮਤਲਬ ਨੀਟ ਐਂਡ ਕਲੀਨ ਤਰੀਕੇ ਨਾਲ, ਤਾਂ ਆਪਾਂ ਸਿੱਧਾ ਹੀ ਲਿਖ ਸਕਦੇ ਸੀ ਇਹਨੂੰ u sin ਥੀਟਾ, ਇਹਨੂੰ e ਟਾਈਮਸ u cos ਥੀਟਾ, ਸੋ ਉਹ ਜ਼ਿਆਦਾ ਵਧੀਆ ਡਾਇਗਰਾਮ ਬਣ ਜਾਣਾ ਸੀ ਆਪਣਾ, ਠੀਕ ਹੈ। ਪਰ ਮੈਂ ਇੱਥੋਂ ਕੁਝ ਹੋਰ ਸ਼ੋ ਕਰਨਾ ਚਾਹੁੰਦਾ ਤੁਹਾਨੂੰ। ਅੱਛਾ, ਜੇ ਮੈਂ ਇਹਨਾਂ ਨੂੰ ਇਕੁਏਸ਼ਨ ਨੂੰ ਡਿਵਾਈਡ ਕਰ ਦਵਾਂ ਕੀ ਬਣੇਗਾ, ਦੇਖੋ tan ਥੀਟਾ tan phi ਸੌਰੀ is equal to 1 tan theta by e। tan थीटा, इट मीन्स जो tan थीटा होएगा वो e टाइम्स tan phi होएगा। अच्छा हुण मैंने देखो, अगर कोलिजन इलास्टिक होया तां की होएगा, tan theta is equal to tan phi। हाँ tan थीटा इज इक्वल टू tan phi, तो ਇਹਦਾ मतलब की होएगा फिर थीटा इक्वल टू phi। हाँ बड़ी इंपॉर्टेंट गल है कि हाँ जी थीटा इक्वल फाई होएगा, पर ਜਦੋਂ ਕੋਲੀजन ਇਲਾਸਟਿਕ ਹੋਏਗਾ ਉਦੋਂ ਥੀਟਾ ਤੇ ਫਾਈ ਬਰਾਬਰ ਹੋਣਗੇ। ਅਦਰਵਾਈਜ਼ ਤੁਹਾਨੂੰ ਇਹ ਸਭ ਕੰਮ ਕਰਨ ਦੀ ਲੋੜ ਨਹੀਂ, ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਹੁਣੇ ਬਣਾ ਰਿਹਾ ਸੀ, ਤੁਹਾਡੇ ਲਈ ਬਹੁਤ ਸੌਖਾ ਕੰਮ ਹੈ। ਤੁਸੀਂ ਕੀ ਕਰਨਾ ਹੈ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਏ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਏ, ਇਸ ਤਰ੍ਹਾਂ ਦਾ ਕੋਈ ਸਰਫੇਸ ਹੋਵੇ, ਉਹਦੇ ਅਕ੍ਰੋਸ ਕੋਲੀजन ਹੋ ਰਿਹਾ ਹੋਵੇ, ਇੱਥੇ ਕੋਈ ਬॉल ਹੋਵੇ, देखो बॉल होवे, बॉल दी कोई वेलोसिटी इधर नू मान लो u होवे, बॉल आके इत्थे इस जगह ते किसी एंगल थीटा नाल टकरा रही होवे, है ना, ते इत्थों बॉल टकराने तो बाद इत्थे किसी भी एंगल फाई ते जा रही होवे, जनरल गल कर रहा मैं। तुसी की करना है, तुसी इस u दे कंपोनेंट इत्थे बनाने आ, तुहानू पता आ थीटा ते आ थीटा होएगा, आ कंपोनेंट तुसी लिखोगे u cos थीटा, एन लिखोगे u sin थीटा। ते ਇਹਦੇ ਵਿੱਚ ਵੀ डायरेक्टली ही कंपोनेंट लिख दिया करने हैं तुसी, ਜਿਹੜਾ इंपैक्ट परपेंडिकुलर ਹੁੰਦਾ ਹੈ, ਤੇ ਆਪਾਂ u cos थीटा ਦੀ ਜਗ੍ਹਾ ਤੇ ਇੱਥੇ ਜਿਹੜਾ ਵਾਪਸੀ ਵਾਲਾ ਕੰਪੋਨੈਂਟ ਕੀ ਲਿਖਾਂਗੇ, e टाइम्स u cos थीटा, बस। ਤੇ ਆ ਵਾਲਾ u sin थीटा, दैट्स इट, हो गया काम, बस यही होएगा। ਇਹ ਕਦੋਂ ਹੋਏਗਾ, ਜਦੋਂ ਆਪਣਾ ਕੋਲੀजन ਜਿਹੜਾ ਹੈ ਉਹ ਆਪਣਾ ਇਨਇਲਾਸਟਿਕ ਹੋਏ ਕੁਝ ਹੱਦ ਤੱਕ, ਠੀਕ ਹੈ। ਇਲਾਸਟਿਕ ਹੋ ਗਿਆ, ਇਲਾਸਟਿਕ ਦੇ ਲਈ ਤੁਹਾਨੂੰ ਪਤਾ ਹੈ ਇੱਥੇ ਕੀ ਕਰਨਾ ਹੈ, ਅਗਰ ਇਲਾਸਟਿਕ ਹੋਏਗਾ ਤਾਂ ਤੁਸੀਂ e ਦੀ ਵੈਲਿਊ 1 ਪੁੱਟ ਕਰ ਦੋਗੇ, ਤਾਂ ਬਿਲਕੁਲ ਤੁਹਾਨੂੰ ਪਤਾ ਕਿ ਇਹਦੇ ਨਾਲ ਦੋ ਗੱਲਾਂ ਹੋ ਜਾਣਗੀਆਂ, ਇੱਕ ਤਾਂ ਥੀਟਾ ਤੇ ਫਾਈ ਵੀ ਬਰਾਬਰ ਹੋ ਜਾਣਗੇ, ਹਨਾ, ਤੇ ਇਹ ਪੂਰੀ ਵੈਲੋਸਿਟੀ ਦਾ u ਹੈ, ਆ ਵੀ u ਹੀ ਬਣ ਜਾਏਗੀ ਪੂਰੀ ਤਰ੍ਹਾਂ ਫਿਰ, ਹਨਾ। v ਤੇ u ਦਾ ਮੈਗਨੀਟਿਊਡ ਜਿਹੜਾ ਹੈ ਉਹ ਬਰਾਬਰ ਹੋ ਜਾਏਗਾ, डायरेक्शन थोड़ी जी डिफरेंट होएगी, वो ऊपर होएगी या नीचे होएगी। ਤੇ ਜੇ ਇਨਇਲਾਸਟਿਕ ਹੋਇਆ ਤਾਂ ਤੁਸੀਂ ਉਵੇਂ ਕਰੋਗੇ ਜਿਵੇਂ ਹੁਣੇ ਕੀਤਾ ਉੱਪਰ, ਹਨਾ, ਐਸ ਸ਼ੋਨ ਇਨ ਡਾਇਗਰਾਮ। ਤੇ ਜੇ ਪਿਓਰਲੀ ਇਨਇਲਾਸਟਿਕ ਹੋਇਆ ਤਾਂ ਕੀ ਹੋਏਗਾ, ਦੱਸ ਸਕਦਾ ਕੋਈ? phi equal to 0। No, Theta is equal to phi. phi will be 90। यस सर, वो फ्लोर के साथ ही चिपक जाएगा। हाँ, चिपक जाएगा नहीं, चिपक के इधर ਨੂੰ ਜਾਣ ਲੱਗ ਜਾਏਗਾ ਵਿਦ ਕਿਉਂਕਿ ਇੱਕ ਵੈਲੋਸਿਟੀ ਦਾ ਕੰਪੋਨੈਂਟ ਸਰਵਾਈਵ ਕਰਦਾ ਨਾ ਹਮੇਸ਼ਾ। यस सर, u sin थीटा के साथ। u sin थीटा, ਉਹ ਬॉल ਆ ਕੇ ਗਿਰੇਗੀ, ਚਿਪਕੇਗੀ, ਤੇ ਉਹ ਚਿਪਕ ਕੇ ਇਸ ਡਾਇਰੈਕਸ਼ਨ 'ਚ ਜਾਣ ਲੱਗ ਜਾਏਗੀ u sin थीटा ਨਾਲ। ਅਗਰ ਫ੍ਰਿਕਸ਼ਨ ਨਾ ਹੋਏਗਾ ਇਸੇ ਵੈਲੋਸਿਟੀ ਨਾਲ ਇਧਰ ਨੂੰ ਜਾਏਗੀ, ਹਨਾ, ਟੱਪਾ ਖਾਏਗੀ ਹੀ ਨਹੀਂ ਮਤਲਬ। यस सर। ਸਮਝ ਲੱਗ, ਜਿਵੇਂ ਜੈਲੀ ਜੀ ਨਹੀਂ ਹੁੰਦੀ, ਉਹ ਜਿਵੇਂ ਬੱਚੇ ਖਾਂਦੇ ਆ ਅੱਜ ਕੱਲ, ਉਸ ਤਰ੍ਹਾਂ ਦੀ ਕੋਈ ਚੀਜ਼ ਹੋਵੇ ਬॉल ਜੀ, ਜੈਲੀ ਜੀ, ਜਿਹਦੀ ਟੱਪਾ ਹੀ ਨਾ ਖਾਂਦੀ ਹੋਵੇ, ਆਪਾਂ ਫਰਸ਼ ਤੇ ਮਾਰੀਏ ਇਸ ਤਰ੍ਹਾਂ ਟੇਢੀ, ਤੇ ਉਹ ਫਰਸ਼ ਤੇ ਜੈਲੀ ਨੇ ਐ ਥੋੜੇ ਜਿਹਾ ਅੱਗੇ ਰੁੜ ਜਾਣਾ ਵਾ, ਕਿਉਂਕਿ ਉੱਥੇ ਤਾਂ ਚਲੋ ਫ੍ਰਿਕਸ਼ਨ ਹੋਏਗੀ ਕਾਫੀ ਹੈਵੀ। ਕਲੀਅਰ ਹੈ ਗੱਲ ਸਾਰਿਆਂ ਨੂੰ, ਸਮਝ ਲੱਗੇਗਾ? ਹਾਂਜੀ ਵੈਭਵ। सर अगर जैसे फ्रिक्शन हो तो सर ये कंपोनेंट से सेम तो नहीं रहेगा u sin थीटा, सर ये चेंज कैसे होगा फ्रिक्शन के साथ? मतलब नहीं, अगर फ्रिक्शन होगा तो ऑब्वियसली फ्रिक्शन यहाँ पीछे को लगेगा ना, फ्रिक्शन साथ में, तो वो रिटार्ड करेगा ना, धीरे धीरे रोक देगा। ये सर जैसे कोई सर जैसे e की वैल्यू सर जैसे हाफ होगी सर, या 0 के बीच, 0 और 1 के बीच में होगी, हाँ सर फिर हम हॉरिजॉन्टल कंपोनेंट कैसे लिखेंगे उसका? फिर हॉरिजॉन्टल तो फिर यही लिखेंगे हम, फिर वो वाला हाफ u cos थीटा हो जाएगा।
नो सर, अगर वो फ्रिक्शन भी हुआ सरफेस पर। नहीं, फ्रिक्शन हुआ तो वो अलग केस है, फिर वो तो अपना एडवांस वाले में उसमें करेंगे हम। ठीक है, अभी अपना सिंपल केस, हम सिंपल टू कॉम्प्लेक्स जा रहे हैं ना, हमने पहले कैसे केसेस किए, फिर कैसे केसेस, ओके, इसके बाद करेंगे वो सब। ठीक है। वो उसकी सिचुएशन जो होंगी, जैसे जैसे जो गिवन होगा, जैसे जैसे गिवन होगा वो देखेंगे। अभी हम, हमारा जो पार्ट टॉपिक है वो कोलिजन से रिलेटेड है, तो यानी कि वहां पर इम्पैक्ट होता है एक ही बार में बस, तो वहां लंबे दौर तक कोई फोर्स को यहाँ पे हम सर्वाइव नहीं ना करवाते, लंबे दौर तक, लंबे टाइम तक फोर्स कोई लगता ही नहीं है, इसलिए हम लोग यानी जस्ट इम्पैक्ट। यहाँ पर देखो जैसे ऊपर जा रहा है, मैंने आपको पहले ही बताया कि ये ऊपर इतना भी नहीं गया है, यानी ये यहीं पे कहीं पे है, और ये असल में यहीं पे है नीचे, जस्ट पहले और जस्ट बाद की वेलोसिटी से मैंने दूर बनाई है बस, है ना, क्योंकि अगर ग्रेविटेशन अगर ज्यादा देर तक लग जाएगी तो वो वेलोसिटीज ऊपर जाके चेंज होती रहेंगी अलग से, फिर उसमें काइनेमैटिक्स भी लग जाएगी ना। यस। इसलिए हम जस्ट एक इंपल्सिव एक्शन को ही स्टडी कर रहे हैं। ऐसे ही हम आगे बॉम्ब एक्सप्लोजन को अलग से पढ़ेंगे, तो वो भी एक इंपल्सिव एक्शन, बम फट, ठीक है ना। यस। तो कुछ चीजों को हम कहां पर इग्नोर करते हैं, कहां पर नहीं, वो हम देखेंगे धीरे धीरे। नाउ बस मैंने अभी आपको जो बताया, मैं उसके रिगार्डिंग बस थोड़ा सा आपको कुछ क्वेश्चंस बताता हूं। जैसे फॉर एग्जांपल देखो, अभी ये क्वेश्चन भी देखने में बड़े अच्छे क्वेश्चन है, मेरा आप खुद ऐसा इमेजिन कर सकते हो कि ऐसा होगा तो कैसा होगा, है ना। जैसे मान लो यहाँ पर ये एक inclined plane is a wedge, you can say, and here it is, the angle between them is theta, angle of inclination is theta, and मान लो यहाँ पर ये a point है, कोई a point, and यहां से मैं कोई बॉल ड्रॉप करता हूं इस वेज के ऊपर, तो आपको पता क्या होएगा वैभव, ये यहां से आएगी, यस सर। यहाँ टप्पा खाएगी ना, यस टप्पा सर। खाने के बाद बॉल प्रोजेक्टाइल फॉलो कर सकती है। हाँ इस तरह से जाएगी, इधर गिरेगी, है ना। यस सर। तो वो कह रहे हैं कि ए पॉइंट के बाद मान लो ये बी पॉइंट पर टकराएगी, और बी पे टकराने के बाद यहाँ पे इंक्लाइन डेक्लाइन प्लेन हो गया इसके लिए, तो समझ लो यहाँ पे आके टकराएगी, तो ये जो सी पॉइंट होगा, तो ये जो बी सी होगा, ये रेंज होगी, ये रेंज पता करनी है आपको, आपको गिवन है कि कहाँ से वो टकराएगी। सो अब आपको ये क्वेश्चन को मैं बस सिर्फ सिंबॉलिक फॉर्म में ही करवा रहा हूँ, इसमें कोई वैल्यूज नहीं दे रहा हूँ। मान लो मैं यहाँ पे लिख देता हूँ द बॉल इज ड्रॉप्ड, आप बस इनको एक बार देख लोगे तो आपको पता लगेगा काम ऐसे करना होता है हमें, ठीक है। फिर आपको कई क्वेश्चन ऐसे भी होंगे जो अनएक्सपेक्टेडली, जो कभी मैंने कराए भी नहीं होंगे, वो अभी आपसे हो जाएंगे, बस आपको सोचना है ऐसे। हाँ जी योगेश। इंक्लाइंड और डिक्लाइंड प्लेन दे सर फॉर्मूले तो सेम ही है। हाँ फॉर्मूले वही यूज करेंगे, बस आप देख लेंगे ना कि ਉਹਦੀ वैल्यू g sin थीटा g cos थीटा या कितों ਆਪਾਂ x y डायरेक्शन च कैलकुलेट करते हैं, ठीक है ना। सर और कोई चेंज तो नहीं हैगा ना। नहीं और कोई चेंज नहीं है। बॉल इज ड्रॉप्ड फ्रॉम हाइट h on an inclined plane, ठीक है। अच्छा E is given, अब E is given में अगर मैं लिख रहा मतलब कि ਤੁਸੀਂ E ਨੂੰ ਵਿੱਚ ਆਨਸਰ ਜੇ ਲੈ ਕੇ ਐਂ ਦੇ ਸਕਦੇ ਹੋ, ਠੀਕ ਹੈ। फाइंड रेंज BC डाउन द इंक्लाइंड प्लेन, ठीक है। सवाल है, अच्छा ठीक है, हाँ हाँ ठीक है, आगे मैंने, ठीक है। तो एच हाइट तो बॉल गिर रही है, ठीक है जी, एच हाइट तो बॉल गिर रही है। सो बॉल इतो जो गिरेगी इस ते गिरेगी, सरफेस सरफेस जिस तरह मर्जी का होवे देखो, उस ते जो गिरदी है बॉल, तब बॉल ते गिरन तो जस्ट पहला बॉल दी वेलोसिटी कितनी होगी, कैन यू टेल मी। √2gh। यस √2gh, ਇਹਦਾ मतलब ये है कि मैंने आ तक गल पता है कि बॉल अगर गिरेगी इथे, गिरन तो जस्ट पहला वाली वेलोसिटी देखो मैं कह रहा हूं, आज वेलोसिटी होगी, दिस वेलोसिटी विल बी √2gh, so I can use this as such क्योंकि h गिवन है। वेलोसिटी, ये वेलोसिटी देखो वेज ਦੇ ਉੱਪਰੋਂ ਥੋੜਾ ਜਿਹਾ ਉੱਪਰੋਂ ਮੈਂ ਡਰਾ ਕੀਤੀ ਹੈ ਜਸਟ ਟੂ ਸ਼ੋ ਯੂ दैट टक्कर तो जस्ट पहला दी है, सो दिस इज जस्ट बिफोर कोलिजन ना, रेड वाली, ठीक है। यस। एंड इस रेड वाली दे ही कंपोनेंट अगर मैं बनावा सिर्फ कि जस्ट बिफोर कोलिजन, तो ਉਹਦੇ ਕੰਪੋਨੈਂਟ ਕੀ ਸੀਗੇ, ਤੇ ਉਹਦੇ ਕੰਪੋਨੈਂਟ ਕੀ ਹੋਣਗੇ, ਦੇਖੋ ਉਹਦੇ ਕੰਪੋਨੈਂਟ ਇੱਕ ਤਾਂ ਹੋਣਗੇ ਇਸ डायरेक्शन ਚ, है ना, तो एक कंपोनेंट होएगा ਇਹਦਾ इस डायरेक्शन, ਤੇ ਆ ਕੰਪੋਨੈਂਟਸ ਕੀ ਹੋਣਗੇ, ਦੇਖੋ थीटा इज गिवन टू यू, सो दिस इज थीटा,
Yes, sir. So what will be this component? This will be root 2g. Root 2g cos theta. And what will be this component? Root 2g sin theta. Yes, root 2g h sin theta. मैं अपने मतलब दा चीज चक के सीधा ही फॉर्मूला लाऊंगा, आंसर अपना आ जाएगा. नाउ ये तो बिफोर कोलिजन है ना, रेड वाला सारा कुछ. नाउ मैं ग्रीन Yes, sir. जा रहे हैं, बाद विच क्या होएगा. सो बिकॉज द इंपैक्ट जो है वो हमेशा Along the line of द नॉर्मल ਹੁੰਦਾ है इस तरह, एंड दिस इज द नॉर्मल एक्चुअली, है ना. सो इफ दिस इज थीटा देन दिस इज थीटा. चलो ਉਹਦੀ ਲੋੜ ਨਹੀਂ ਮੈਨੂੰ. ਮੈਂ कह रहा ਇਹਦੇ ਟੱਪਾ ਖਾਣ ਤੋਂ ਬਾਅਦ ਜਿਹੜੀ ਵੈਲੋਸਿਟੀ ਹੋਏਗੀ, ਵੈਲੋਸਿਟੀ ਦਾ ਜਿਹੜਾ ਇੱਕ x ਕੰਪੋਨੈਂਟ ਹੋਏਗਾ ਉਹ ਇਸ ਡਾਇਰੈਕਸ਼ਨ 'ਚ ਹੋਏਗਾ. same रहेगा, sir. ਇਹ ਇਹੀ ਰਹਿਣ ਵਾਲਾ ਹੈ, ਇਹ ਤਾਂ ਨਹੀਂ ਬਦਲਣ ਵਾਲਾ. No, sir. No, sir. ਬਦਲਣ ਵਾਲਾ ਹੈ ਸਿਰਫ ਨਾਰਮਲ ਵਾਲਾ ਕੰਪੋਨੈਂਟ. ਆ ਵਾਲਾ ਕੰਪੋਨੈਂਟ ਬਦਲੇਗਾ ਤੇ ਬਦਲ ਕੇ ਕੀ ਬਣ ਜਾਏਗਾ, ਸਿੱਧੇ ਦੱਸ ਸਕਦੇ ਹੋ? E root 2g cos theta. Yes, e times root 2gh cos theta ਕਿੰਨਾ ਈਜ਼ੀਲੀ ਹੋ ਗਿਆ. ਦੇਖੋ ਤੁਸੀਂ ਸਭ ਕੁਝ ਦੱਸਤਾ ਆਪਣੇ ਆਪ ਹੀ. ਆ ਵੀ ਤੁਸੀਂ ਦੱਸਿਆ ਕਿ ਵੈਲੋਸਿਟੀ ਕਿੰਨੀ ਹੋਈ, ਤੁਸੀਂ ਇਹਦੇ ਕੰਪੋਨੈਂਟ ਵੀ ਆਪੇ ਬਣਾਏ ਆ. ਤੁਸੀਂ ਇਹ ਵੀ ਦੱਸਿਆ ਕਿ ਬਿਫੋਰ ਕੋਲਿਜਨ ਇਹ ਸੀ ਤਾਂ ਆਫਟਰ ਕੋਲਿਜਨ ਆ ਹੋਏਗਾ, ਕਿਉਂਕਿ e ਟਾਈਮਸ ਹੋ ਜਾਂਦਾ ਹੈ ਬਸ, e ਗਿਵਨ ਟੂ ਯੂ, ਐਂਡ ਇਹਨੂੰ ਆਪਾਂ ਬਦਲੇ ਹੀ ਨਹੀਂ ਹੈ. ਸੋ ਬੇਸਿਕਲੀ ਨਾ ਹੋਇਆ ਕਿ ਇਹਦਾ ਕੁਐਸਚਨ ਆਹੀ ਵੀ ਬਣ ਗਿਆ ਆ ਵਾਲਾ. ਇਹ 'ਚ ਤੁਹਾਨੂੰ ਆ ਵੀ ਵੈਲੋਸਿਟੀ ਪਤਾ ਹੈ ਤੇ ਆ ਵੀ ਵੈਲੋਸਿਟੀ ਪਤਾ ਹੈ, ਤੇ ਆ ਹਨਾ ਆ ਟੋਟਲ ਯੂ ਪਤਾ ਕਰਨ ਦੀ ਲੋੜ ਹੀ ਨਹੀਂ ਹੈ, ਕਿਉਂਕਿ ਕੰਪੋਨੈਂਟਸ ਦੇ ਫਾਰਮ 'ਚ ਆਪਾਂ ਕੰਮ ਕਰਨਾ ਹੁੰਦਾ ਹੈ. ਇੱਥੋਂ ਲੈ ਕੇ ਇੱਥੇ ਤੱਕ ਆਉਣ ਦਾ ਟਾਈਮ ਆਫ ਫਲਾਈਟ ਮਿਲ ਜਾਏਗਾ ਤੁਹਾਨੂੰ. ਸੋ ਇੱਥੋਂ ਜੇ ਮੈਂ ਦੇਖਣਾ ਚਾਹਾਂ, ਸਭ ਤੋਂ ਪਹਿਲਾਂ ਟਾਈਮ ਆਫ ਫਲਾਈਟ ਹੀ ਕੱਢਦੇ ਨਾ ਆਪਾਂ, ਜਦੋਂ ਕੁਝ ਵੀ ਚਾਹੀਦਾ ਹੋਵੇ ਆਪਾਂ ਟਾਈਮ ਆਫ ਫਲਾਈਟ ਕੱਢਦੇ ਹਾਂ. ਤਾਂ ਟਾਈਮ ਆਫ ਫਲਾਈਟ ਕੀ ਹੁੰਦਾ ਦੱਸੋ ਮੈਨੂੰ? 2 ਟਾਈਮਸ Uy upon magnitude of Ay. ਤੇ ਅੱਛਾ ਸੌਰੀ ਇੱਥੇ ay ਤਾਂ ਪਕੜੇ ਨਹੀਂ ਹਲੇ, ਪਹਿਲਾਂ ਤਾਂ ay ਤਾਂ ਕੱਢ ਲਓ. ਬਹੁਤ ਸੌਖਾ ਹੈ, ਹੁਣ ਤੁਸੀਂ ਕੀਤਾ ਹੀ ਹੈ. ਕੀ ਆਏਗਾ ay ਦੱਸੋ ਮੈਨੂੰ ਸਿੱਧਾ ਹੀ. G cos theta. cos theta. So let it be, बस इधर करो तो ये बनेगा 2 times uy कितना है? E root 2g cos. Yes, e into root 2gh a root दे अंदर है cos theta divided by G cos theta. yes, so cos theta कटिया गया. टाइम आ गया, टाइम ऑफ फ्लाइट. है ना? Yes. कट सकता है, मैं कटना है, मैं बाद कट लूंगा. चलो इन्हों लिख देना टी. नाउ रेंज पता करनी ना, तो रेंज पता करने का की फॉर्मूला देखो. रेंज विल बी इक्वल टू ux, है ना. कंपोनेंट देखो वेलोसिटी बताएगा घटाएगा x वाले डायरेक्शन. बताएगा. हाँ, ux कितना है, फिर लिखो ये तो ux कितना है. Root 2g No, हाँ root 2gh sin theta. sin theta. yes, and time period कितना आ देखो 2e Root 2h by g. h बटा g प्लस हाफ. फिर एक्सेलरेशन का x कंपोनेंट कितना है? G sin theta. yes. तो उसके बाद फिर t का स्क्वायर 4v square. तो 4 8e square to gh cos 2gh बटा g square. g square. कितना इजीली लिखता ਤੁਸੀਂ सारे को देखो. ਆਪਾਂ ਇਹਨੂੰ ਬਸ ਸੋਲਵ ਕਰਨਾ ਹੈ, ਹੋਰ ਕੁਝ ਨਹੀਂ ਕਰਨਾ. ਸੋਲਵ ਈਜ਼ੀਲੀ ਹੋ ਜਾਏਗਾ, ਟੈਨਸ਼ਨ ਨਹੀਂ ਲੈਣੀ. देखो आ root 2gh ਤੇ root 2gh रूट खत्म हो जाएंगे, तो बेसिकली ये बनेगा 2 times e sin थीटा भी लिख दो, है ना. Yes, sir. ते बस कैलकुलेशन ही है. कितने गया? हाँ जी 2g का 2gh है ना, G से cancel. दे Yes, sir. बटा g प्लस एक ही बन जाएगा. अच्छा मैं काट ही देवा g स्क्वायर, Yes, sir. 2 दूनी 4 भी काट ही देवा, तो 2e स्क्वायर H into 2h. sin Yes. थीटा into h है ना. 2 भी ऐसे साथ में. अच्छा ठीक है, R2 है, लो क्या है, ठीक है 2, ठीक है. आ जी भी काटी दो, Yes. एक कटे नहीं आपा की बन गया देखो 2e sin थीटा मतलब ऐसे कॉमन आ जाएगा. 4. फिर Yes. 4e sin थीटा कॉमन आ जाएगा, h भी कॉमन आ जाएगा. Yes, sir. इधर बचेगा 1, इधर बचेगा कल्ला e. 1 plus e. Yes. That's it. सिंपलीफाई किया बस ਉਹਨੂੰ. मतलब कहते लोग ਇਹ ਨਹੀਂ ਕਿ ਇਨਕਲਾਈਨ ਪਲੇਨ ਜਾਂ ਡਿਕਲਾਈਨ ਪਲੇਨ ਆ ਜਾਏ ਤਾਂ ਕੋਈ ਬਹੁਤ ਵੱਡਾ ਲੰਬਾ ਚੌੜਾ ਕੋਈ ਮਸਲਾ ਆਇਆ ਜਿਹਦੇ ਕਰਕੇ ਆਪਾਂ ਹੁਣ ਉਹਨੂੰ ਹੋਰ ਤਰ੍ਹਾਂ ਸੋਚਣ ਲੱਗ ਜਾਈਏ, ਸਮਝਣ ਲੱਗ ਜਾਈਏ. ਇਸ ਤਰ੍ਹਾਂ ਸਮਝ ਕੇ ਇਹਨੂੰ ਕੀਤਾ ਜਾ ਸਕਦਾ ਹੈ. ਗੱਲ ਕਲੀਅਰ ਹੋਈ ਨਹੀਂ ਕਿ ਮੇਰੀ? Yes, sir. ਠੀਕ ਹੈ ਨਾ. ਸੋ ਹੁਣ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਜਦੋਂ ਕੋਲੀਜ਼ਨਸ ਕਿਸੇ ਸਰਫੇਸ ਨਾਲ ਹੋਣਗੇ ਤਾਂ ਉਹਨੂੰ ਕਿਵੇਂ ਟੈਕਲ ਕਰਨਾ ਹੈ. ਠੀਕ ਹੈ, ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਦੋ ਪ੍ਰੋਬਲਮਸ ਹੋਰ ਪ੍ਰੋਬਲਮਸ ਦੇ ਥਰੂ ਹੀ ਸਮਝਾ ਦੇਣਾ ਇਹ ਗੱਲਾਂ ਥੋੜੀ ਜੀ ਹੋਰ,
ਕਿ ਉਹ ਕਿਵੇਂ ਆਪਾਂ ਕਰਨੀਆਂ ਨੇ। ਅੱਛਾ ਤੁਸੀਂ ਦੇਖੋ ਆ ਮੰਨ ਲਓ ਹੁਣ ਆ ਕੁਐਸਚਨ ਹੈ, ਕੁਐਸਚਨ ਦੇ ਫਾਰਮ 'ਚ ਸਮਝਦੇ ਹਾਂ, ਠੀਕ ਹੈ। ਆਪਾਂ ਮੰਨ ਲੈਂਦੇ ਆ ਕਿ ਪਹਿਲਾਂ ਮੈਂ ਡਾਇਗਰਾਮ ਬਣਾ ਦਿੰਦਾ, ਫਿਰ ਮੈਂ ਲਿਖ ਦਿੰਦਾ। ਦੇਖੋ ਆ ਹੈਗਾ ਆ, ਮੰਨ ਲਓ जी आपे मान लो y है, आ x है, लो आ x है। ਤੇ ਇੱਥੋਂ ਆਪਾਂ u ਵੈਲੋਸਿਟੀ ਨਾਲ ਪ੍ਰੋਜੈਕਟ ਕੀਤਾ ਕੋਈ ਪ੍ਰੋਜੈਕਟਾਈਲ ਜਾਂ ਕੋਈ ਬਾਲ ਥੀਟਾ ਡਾਇਰੈਕਸ਼ਨ ਨਾਲ, ਤੁਹਾਨੂੰ ਪਤਾ ਕੀ ਹੋਏਗਾ, ਇਸ ਤਰ੍ਹਾਂ ਜਾਏਗਾ, यस सर। गिरेगा ना, ਇੱਥੇ b ਪੁਆਇੰਟ ਤੇ ਗਿਰੇਗਾ, ठीक है। B पॉइंट ਤੇ ਗਿਰਨ ਤੋਂ ਬਾਅਦ ਇਹ ਫੇਰ ਉੱਪਰ ਨੂੰ ਟੱਪਾ ਖਾਏਗਾ ਤੇ ਹੁਣ ਇਸ ਵਾਰ ਥੋੜਾ ਘੱਟ ਜਾ ਸਕਦਾ ਹੈ ਨਾ, C ਪੁਆਇੰਟ ਤੇ ਗਿਰੇਗਾ, ਹੈ ਨਾ, ਕਿਉਂਕਿ ਜਿਹੜਾ ਇਹ ਕੋਲੀਜ਼ਨ ਹੈ ਇੱਥੇ ਆਪਾਂ ਨੂੰ ਮੰਨ ਲਓ E ਗਿਵਨ ਹੈ, E ਗਿਵਨ, ਠੀਕ ਹੈ। ਤਾਂ ਹੁਣ ਪਹਿਲੇ ਤੋਂ ਬਾਅਦ ਦੂਜਾ ਜਿਹੜਾ ਮੋਸ਼ਨ ਹੋਏਗਾ ਉਹ ਬਿਲਕੁਲ ਅਲਾਈਕ ਨਹੀਂ ਹੋਏਗਾ ਨਾ। ਤੁਸੀਂ ਦੇਖਿਆ ਹੋਣਾ ਬਾਲਸ ਵਗੈਰਾ ਛੱਡਦੇ ਆਪਾਂ ਕਰਦੇ ਹਾਂ ਇਸ ਤਰ੍ਹਾਂ, ਇਨਲਾਸਟਿਕ ਕੋਲੀਜ਼ਨ ਤਾਂ ਆਪਣੇ ਜ਼ਿਆਦਾਤਰ ਲਾਈਫ 'ਚ ਹੁੰਦੇ ਨੇ, ਠੀਕ ਹੈ। ਸੋ ਇਹਦੇ ਵਿੱਚ ਦੇਖੋ ਆ A ਆ B ਆ C ਹੈ, ਇਹ ਸਭ ਕੁਝ ਗਿਵਨ ਹੈ, U ਗਿਵਨ ਹੈ, ਥੀਟਾ ਗਿਵਨ ਹੈ, ਆਈ ਕੀ ਚੀਜ਼ਾਂ ਗਿਵਨ ਨੇ ਜੋ ਤੁਹਾਡੇ ਸਾਹਮਣੇ ਲਿਖੀਆਂ ਆਈਆਂ ਨੇ, ਹੋਰ ਕੋਈ ਚੀਜ਼ ਗਿਵਨ ਨਹੀਂ ਹੈ, ਠੀਕ ਹੈ। ਹੁਣ ਸਵਾਲ ਲਿਖਦਾ ਮੈਂ, ਸਵਾਲ ਹੈਗਾ ਪ੍ਰੋਜੈਕਟਾਈਲ ਇਜ਼ ਪ੍ਰੋਜੈਕਟਡ ਫਰੋਮ A ਵਿਦ ਸਪੀਡ U ਐਟ ਐਨ ਐਂਗਲ ਥੀਟਾ। ਸੋ ਇਹਨਾਂ ਦਾ ਕੀ ਲਿਖਣਾ, ਇਹਨਾਂ ਦਾ ਪਤਾ ਹੀ ਹੈ ਤੁਹਾਨੂੰ, ਸਿੱਧਾ ਲਿਖਣਾ ਇਟਸ ਕੋਲੀਜ਼ਨ at B is inelastic and E is given, ठीक है। U भी given है obviously। find time of flight, देखो टाइम ऑफ फ्लाइट फाइंड करनी है, मैक्सिमम हाइट एंड रेंज। ਤੁਸੀਂ ਕਹਿੰਦੇ ਇਹਦਾ ਬੜਾ ਸੌਖਾ ਕੁਐਸਚਨ ਹੈ, ਇਹ ਤਾਂ ਪਹਿਲਾ ਪ੍ਰੋਜੈਕਟਾਈਲ ਮੋਸ਼ਨ ਹੋ ਗਿਆ ਹੈ ਨਾ, ਪਰ ਨਹੀਂ, ਉਹ ਕਿਹਦੇ ਲਈ ਪੁੱਛ ਰਹੇ ਨੇ, ਫॉर BC, ਮਤਲਬ B ਤੋਂ ਲੈ ਕੇ C ਤੱਕ ਦਾ ਜਿਹੜਾ ਮੋਸ਼ਨ ਹੋਇਆ ਉਹਦੇ ਲਈ ਆਪਾਂ ਫਾਈਂਡ ਕੀ ਕਰਨਾ ਹੈ, ਟਾਈਮ ਆਫ ਫਲਾਈਟ, ਮੈਕਸਿਮਮ ਹਾਈਟ ਐਂਡ ਰੇਂਜ। ਆ ਮੋਸ਼ਨ ਇੰਨਾ ਔਖਾ ਨਹੀਂ ਹੈ, ਬੜਾ ਸੌਖਾ ਹੈ, ਇਹ 'ਚ ਸਿਰਫ ਇੱਕ ਚੀਜ਼ ਦੀ ਲੋੜ ਹੈ ਤੁਹਾਨੂੰ, ਇੱਕ ਤਾਂ ਜਦੋਂ U ਵੈਲੋਸਿਟੀ ਨਾਲ ਇੱਥੋਂ ਆ ਕੇ ਇੱਥੇ ਟਕਰਾਏਗੀ ਬਾਡੀ, ਇਸ ਤੋਂ U ਦਾ x ਕੰਪੋਨੈਂਟ ਤੇ y ਕੰਪੋਨੈਂਟ ਚਾਹੀਦਾ, ਬਾਕੀ G ਤਾਂ ਸੇਮ ਹੀ ਹੈ, ਜਿਸ ਤਰ੍ਹਾਂ ਪਹਿਲਾਂ ਸੇਮ ਸੀਗਾ ਨਾ, ਯਾਨੀ ਐਕਸਲਰੇਸ਼ਨ ਦਾ x ਕੰਪੋਨੈਂਟ ਕਿੰਨਾ ਹੋਏਗਾ, 0 ਐਂਡ y ਕੰਪੋਨੈਂਟ ਕੱਲਾ ਪੂਰਾ G ਹੋਏਗਾ ਬਸ। ਯਾਨੀ ਸਿਰਫ ਤੇ ਸਿਰਫ ਤੁਹਾਨੂੰ ਆ ਕੋਲੀਜ਼ਨ ਤੋਂ ਬਾਅਦ ਵਾਲੀ ਵੈਲੋਸਿਟੀਜ਼ ਨੂੰ ਹੀ ਸਮਝਣ ਦੀ ਜ਼ਰੂਰਤ ਹੈ। ਹੁਣ ਕੋਲੀਜ਼ਨ ਤੋਂ ਪਹਿਲਾਂ ਇਹਦੀ ਜਿਹੜੀ ਵੈਲੋਸਿਟੀ ਹੋਏਗੀ ਉਹਨਾਂ ਆਪਾਂ ਇੱਥੇ ਪੜਾ ਦਿੰਦੇ, ਸਿਖਾ ਦਿੰਦੇ ਆ, ਬਣਾ ਦਿੰਦੇ ਆ, ਪਰ ਉਹ ਹੋ ਉੱਥੇ ਰਹੀਆਂ ਨੇ, ਤੁਹਾਨੂੰ ਮੈਂ ਜਿਵੇਂ ਸਮਝਾਈ ਚੁੱਕਿਆ ਪਹਿਲਾਂ ਵੀ, ਹਨਾ। ਕੋਲੀਜ਼ਨ ਤੋਂ ਪਹਿਲਾਂ ਬਿਫੋਰ ਕੋਲੀਜ਼ਨ ਜੋ ਹੁੰਦਾ ਹੈ, ਮੈਂ ਇੱਥੇ ਬਣਾ ਦਿੰਦਾ, ਬਿਫੋਰ ਕੋਲੀਜ਼ਨ ਤੁਹਾਨੂੰ ਪਤਾ ਹੈ ਕਿ ਜਿਹੜੀ ਪ੍ਰੋਜੈਕਟਾਈਲ ਜਿੰਨੀ ਵੈਲੋਸਿਟੀ U ਨਾਲ ਇੱਧਰ ਨੂੰ ਉੱਪਰ ਨੂੰ ਪ੍ਰੋਜੈਕਟ ਕਰਦੇ ਆ, ਬਿਲਕੁਲ ਉਨੀ ਹੀ ਵੈਲੋਸਿਟੀ ਨਾਲ ਇੱਥੇ ਪਹੁੰਚਦਾ ਹੈ ਨੀਚੇ ਨੂੰ। yes sir। ਸੋ ਆ ਮਤਲਬ ਬਿਫੋਰ ਕੋਲੀਜ਼ਨ ਜੇ ਦੇਖਿਆ ਜਾਵੇ ਤਾਂ ਇੱਥੇ ਇਹ ਬੇਸਿਕਲੀ U ਇੰਨੀ ਵੈਲੋਸਿਟੀ ਨਾਲ ਇੱਧਰ ਨੂੰ ਆ ਕੇ ਪਹੁੰਚਦਾ ਬਿਫੋਰ ਕੋਲੀਜ਼ਨ, ਆ U ਹੀ ਹੁੰਦੀ ਹੈ, ਆ ਜਿੰਨਾ ਥੀਟਾ ਹੈ ਉੱਪਰ ਨੂੰ ਹੈ ਉਨਾ ਹੀ ਥੀਟਾ ਇੱਥੇ ਨੀਚੇ ਨੂੰ ਹੁੰਦਾ ਹੈ, ठीक है ना। यस कोलिजन एट B है, कुछ कह रहे हैं अब, नो सर, ठीक है। सो आप बिफोर कोलिजन वाले ਇਹਦੇ ਕੀ ਬਣੀ ਕੰਪੋਨੈਂਟ ਬਣਾ ਲੈਣੇ ਨਾ ਆਪਾਂ, ਇੱਕ ਤਾਂ ਕੰਪੋਨੈਂਟ ਬਣਾ ਲਓ ਇੱਧਰ ਨੂੰ, ਇਹ ਕਿੰਨਾ ਬਣ ਜਾਏਗਾ, u cos theta, ਇੱਕ ਕੰਪੋਨੈਂਟ ਨੀਚੇ ਨੂੰ ਬਣੇਗਾ u sin theta, impact is always normal, yes sir। so therefore ਇੱਥੇ ਆਫਟਰ ਕੋਲਿਜ਼ਨ ਅਗਰ ਮੈਂ ਬਣਾਵਾਂ, ਇੱਥੇ ਆਫਟਰ ਕੋਲਿਜ਼ਨ ਵਾਲਾ ਜਿਹੜਾ U ਹੋਏਗਾ ਉਹਦਾ ਇਸਰ ਕੰਪੋਨੈਂਟ ਹੋਏਗਾ ਇੱਧਰ ਪਾਸੇ, ਉਹ ਕਿੰਨਾ ਰਹੇਗਾ, u cos theta, ਹਾਂ unchanged, and what will be this u sin theta, E times, है ना, yes sir। तो ਇਹਦਾ ਮਤਲਬ ਕਿ ਤੁਹਾਡੇ ਕੋਲ ਆ ਜਿਹੜਾ BC ਮੋਸ਼ਨ ਹੈ ਇਹਦੇ ਲਈ ਹੁਣ ਤੁਹਾਡੇ ਕੋਲ x ਦੀ ਕੰਪੋਨੈਂਟ ਆ ਹੈ, y ਕੰਪੋਨੈਂਟ ਆ ਵੈਲੋਸਿਟੀ ਦਾ, ਠੀਕ ਹੈ ਨਾ। yes sir।
ਸੋ ਇੱਥੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਕੁਝ ਹੋਰ ਰਿਜ਼ਲਟਸ ਵੀ ਨਿਕਲ ਕੇ ਆਣਗੇ। ਆਪਾਂ ਬਸ ਦੇਖਦੇ ਹਾਂ ਇਹਨੂੰ ਅਗਲੇ ਪੇਜ ਤੇ ਕਰਦਾ ਮੈਂ, ਥੋੜਾ ਇਕੱਠੇ ਹੋ ਜਾਊਗਾ। दिख रहा है ना ये छोटा करके? यस सर। yes मैं क्योंकि कैलकुलेशन करनी है ना, इतने मैं इकट्ठे कर दूंगा। हाँ जी, सब तो पहला तो टाइम ऑफ फ्लाइट ही देखते हैं। तो टाइम ऑफ फ्लाइट आप बीसी पोर्शन ਲਈ देख रहे हैं ਆਪਾਂ। ਤਾਂ ਟਾਈਮ ਆਫ ਫਲਾਈਟ ਦੇ ਲਈ ਕੀ ਫਾਰਮੂਲਾ ਹੁੰਦਾ ਹੈ? 2 ਟਾਈਮ uy by g। yes sir। a yes sir। ਇੱਥੇ 2 ਟਾਈਮ uy u sin theta by g। ਹੈ ਨਾ? yes sir। ਅੱਛਾ ਤੁਸੀਂ ਦੇਖੋ ਸੋਚ ਕੇ ਕੀ ਸਰ ਆ ਟੀ ਡੈਸ਼ ਕਹਿ ਦਿੰਦੇ ਆ, ਇਹਦੇ ਟਾਈਮ ਪੀਰੀਅਡ ਨੂੰ ਟੀ ਡੈਸ਼ ਕਹਿ ਦਿੰਦੇ ਆ, ਇਹਦਾ ਟਾਈਮ ਪੀਰੀਅਡ ਨੂੰ ਟੀ ਕਹਿ ਦਿੰਦੇ ਆ। ਤਾਂ ਇਹ ਬੇਸਿਕਲੀ e ਟਾਈਮਸ 2u sin ਥੀਟਾ ਬਾਈ ਹੋ ਗਿਆ ਨਾ। e ਟਾਈਮਸ ਟਾਈਮ ਪੀਰੀਅਡ ਹੋ ਜਾਂਦਾ ਅਗਲੇ ਟੱਪੇ ਤੋਂ ਬਾਅਦ। ਹਾਂਜੀ ਪੀਯੂਸ਼। ਸਰ ਸਮਝ ਨਹੀਂ ਲੱਗਾ ਸਰ ਯੂ ਕਿਵੇਂ ਆ ਗਈ ਯੂ ਸਾਈਨ ਥੀਟਾ। ਆ ਦੇਗਾ ਹੁਣੀ ਕੀਤਾ ਤਾਂ ਹੈ ਆਪਾਂ ਯੂ ਵਾਈ ਜਿਹੜਾ ਆਫਟਰ ਕੋਲੀਜ਼ਨ ਹੋਏਗਾ ਯੂ ਆਈ ਹੋਏਗਾ ਯੂ ਵਾਈ ਯੂ sin ਥੀਟਾ ਸਰ ਇਸ ਸਰ ਆ ਸਮਝ ਨਹੀਂ ਲੱਗਾ, ਹੈ। ਆ ਸਮਝ ਨਹੀਂ ਲੱਗਾ ਸਰ। ਆ ਇੱਥੇ ਇੰਪੈਕਟ ਹੋਏਗਾ ਨਾ ਬਾਲ ਦਾ, ਉਹਨੂੰ ਇਧਰ ਇੰਪਲਸ ਮਿਲੇਗਾ ਜੇ, ਨੀਚੇ ਨੂੰ ਮਿਲੇਗਾ ਜੇ, ਤੇ ਆਪਾਂ ਜੇ ਦੀ ਡਾਇਰੈਕਸ਼ਨ ਯੈਸ ਸਰ। ਆ ਯੂ sin ਥੀਟਾ ਇਹ ਅਪਰੋਚ ਦੀ ਵੈਲੋਸਿਟੀ ਆ ਸੈਪਰੇਸ਼ਨ ਦੀ ਵੈਲੋਸਿਟੀ ਹੈ। ਸਰ ਉਹ ਤਾਂ ਥੀਟਾ ਕਿਵੇਂ ਆ ਗਿਆ ਸਰ, ਮਤਲਬ ਥੀਟਾ ਉਹ ਸਮਝ ਨਹੀਂ ਆਇਆ ਸਰ ਆ ਉਸ ਤੇ ਥੀਟਾ ਵਾਲਾ। ਆ ਥੀਟਾ ਇੱਥੇ ਕਿਵੇਂ ਆ ਗਿਆ? ਇਹਦਾ ਪ੍ਰੋਜੈਕਟਾਈਲ ਮੋਸ਼ਨ Yes, sir. ਪਹਿਲਾਂ ਕੀਤਾ ਹੈ ਨਾ, ਉਹ ਚ ਕੀਤਾ ਆਪਾਂ ਜੇ ਯੂ ਆਪਾਂ ਵੈਲੋਸਿਟੀ ਨਾਲ ਇੱਧਰ ਪ੍ਰੋਜੈਕਟ ਕਰਦੇ ਨਾ ਵੈਲੋਸਿਟੀ ਨੂੰ ਥੀਟਾ ਨਾਲ, ਤਾਂ ਪ੍ਰੋਜੈਕਟਾਈਲ ਜਾ ਕੇ ਜਿੱਥੇ ਟਕਰਾਉਂਦਾ ਆ ਉਸ ਪੁਆਇੰਟ ਤੇ ਮੂਵਮੈਂਟ ਤੇ ਵੈਲੋਸਿਟੀ ਉਹਦੀ ਆ ਇੱਧਰ ਨੂੰ ਹੁੰਦੀ ਹੈ ਯੂ, ਤੇ ਆ ਜਿਹੜਾ ਥੀਟਾ ਹੈ ਇਹ ਵਾਲਾ ਥੀਟਾ ਇੱਥੇ ਹੁੰਦਾ, ਫਿਰ ਉਹਦਾ ਮਾਈਨਸ ਥੀਟਾ ਆਉਂਦਾ ਉੱਥੇ। ਇਹ ਮੈਂ ਕੀਤਾ ਆ ਉਹ ਚ, ਮਤਲਬ ਐਸਐਲ ਅਰੋੜਾ ਚ ਵੀ ਹੈਗੀ ਇਹਦੀ ਡੈਰੀਵੇਸ਼ਨ, ਧਿਆਨ ਨਾਲ ਦੇਖੋ। ਅੱਜ ਇਹਨੂੰ ਅੱਜ ਸਰਚ ਕਰਕੇ ਇਹਨੂੰ ਅੱਜ ਹੀ ਹੱਲ ਕਰੋ। ਓਕੇ ਸਰ। ਦੱਸਿਆ ਤੁਹਾਨੂੰ ਸਰ ਉਸ ਤੋਂ ਬਾਅਦ ਸਰ ਹੈ ਸਰ ਉਸ ਤੋਂ ਫਿਰ ਕਿਵੇਂ ਹੋਇਆ ਸਰ ਆ ਮਤਲਬ ਫਿਰ ਕੀ ਥੀਟਾ ਹੈ? ਆ ਫਿਰ ਗਿਆ। ਫਿਰ ਆਦੇ ਨਾ ਦੋ ਕੰਪੋਨੈਂਟ ਸੀਗੇ ਯੂ cos ਥੀਟਾ ਤੇ ਯੂ sin ਥੀਟਾ। ਯੂ cos ਥੀਟਾ ਨੂੰ ਤਾਂ ਕੁਝ ਹੋਣਾ ਨਹੀਂ, ਯੈਸ ਸਰ। ਆ ਯੂ cos ਥੀਟਾ ਐਸਾ ਲਿਖਤਾ ਮੈਂ। ਯੂ sin ਥੀਟਾ ਜਿਹੜਾ ਨੀਚੇ ਨੂੰ ਆਏਗਾ ਆਹੀ ਤਾਂ ਆਪਣੀ ਅਪਰੋਚ ਦੀ ਵੈਲੋਸਿਟੀ ਨੇ ਇਸ ਪੁਆਇੰਟ ਦੇ ਲਈ। ਯੈਸ ਸਰ। ਤੇ ਫਿਰ ਸੈਪਰੇਸ਼ਨ ਵੈਲੋਸਿਟੀ ਕੀ ਹੁੰਦੀ ਹੈ? e ਟਾਈਮਸ ਅਪਰੋਚ। ਤਾਂ ਇਹਨੂੰ ਮੈਂ Yes, sir. ਯੂ sin ਥੀਟਾ ਤੇ ਇਹਨੂੰ ਯੂ ਵਾਈ ਕਹਤਾ ਇਸ ਜਗ੍ਹਾ ਤੇ, ਠੀਕ ਹੈ ਨਾ? ਯੈਸ ਸਰ। ਹਾਂਜੀ। वही वैल्यूज पुट की और तो कुछ किया नहीं, बोला e टाइम्स t हो गई। अगर इतने टाइम पीरियड t सीगा, इतने बेसिक t डैश जो है e टाइम्स t आ गया। अच्छा जे हाइट की गल करिए दूसरे केस में हाइट h डैश कह देने ਉਹਨੂੰ। हाइट ਦੇ ਵਿੱਚ ਫਾਰਮੂਲਾ ਕੀ ਲਿਖਿਆ ਆਪਾਂ uy ਦਾ ਹੋਲ ਸਕੁਅਰ ਬਾਈ 2 ਟਾਈਮਸ ay ਦਾ ਕੀਤਾ ਨਾ। yes sir। uy ਇੱਥੇ ਕਿੰਨਾ ਆ? e square u square sin square theta 2 ਸਕੁਅਰ sin ਸਕੁਅਰ ਥੀਟਾ ਬਾਈ 2g। 2g। व्हाट इज दिस? ਵਾਲੀ ਹਾਈਟ ਨਹੀਂ ਹੈ ਇੱਥੇ ਵਾਲੀ। yes sir। ਤਾਂ ਇੱਥੇ ਦੀ h ਡੈਸ਼ ਜਿਹੜੀ ਆਏਗੀ ਉਹ e ਸਕੁਅਰ ਟਾਈਮਸ ਆਏਗੀ। ਜਿਹਨੇ ਹਰ ਟੱਪਾ ਖਾਣ ਤੋਂ ਬਾਅਦ ਉਹਦਾ ਟਾਈਮ ਪੀਰੀਅਡ e ਨਾਲ ਮਲਟੀਪਲਾਈ ਹੋ ਜਾਂਦਾ ਹੈ, ਤੇ ਹਰ ਟੱਪਾ ਖਾਣ ਤੋਂ ਬਾਅਦ ਉਹਦਾ ਜਿਹੜਾ ਹਾਈਟ ਹੈ e ਸਕੁਅਰ ਨਾਲ ਮਲਟੀਪਲਾਈ ਹੋ ਜਾਂਦੀ ਹੈ। ਇਹ ਦੇਖੋ ਹੈ ਨਾ, ਇੰਟਰਸਟਿੰਗ ਚੀਜ਼ਾਂ ਨੇ। ਤੇ ਰੇਂਜ ਕੀ ਆਏਗੀ ਇੱਥੇ? ਵੈਭਵ ਤੂੰ ਦੱਸ r ਡੈਸ਼ ਕਿੰਨੀ ਆਏਗੀ ਇੱਥੇ ਰੇਂਜ? sir u cos theta into et। ਹਾਂ ਬਸ u cos थीटा into et। et या t डैश कह लो। हाँ एक ही बात Yes, sir। क्लियर है। इसका जो टाइम पीरियड बस फिर वैल्यू पुट कर दो, हो गया। तो u cos थीटा यहाँ पे आएगा और यहाँ पे क्या आएगा? t डैश क्या आएगा? e to u sin theta by t g। into 2u sin थीटा बाई g। तो ये बेसिकली ये और ये सारा मिला के देख क्या बना? original r। पहले वाली रेंज है ना यहाँ वाली। yes sir। तो यहाँ वाली r डैश और e टाइम्स होगी। यानी कि अगर हम इस तरह से बात करते हैं, मैं जनरली बात कर रहा हूँ, अगर किसी जगह पे हम इस तरह के टप्पे खाते हुए बॉल जाती है, ਇਹ ਗੱਲਾਂ ਤੁਸੀਂ ਡਾਇਰੈਕਟਲੀ ਵੀ ਯੂਜ਼ ਕਰ ਸਕਦੇ ਹੋ ਅੱਗੇ ਤੋਂ, ਜੇ ਸੇਮ ਕੰਡੀਸ਼ਨਸ ਹੋਣ ਤੁਹਾਨੂੰ ਯਾਦ ਰਹਿਣੀ ਚਾਹੀਦੀ ਨਾ। ਇਹਨੂੰ ਤਾਂ ਇਹ ਕਹਿੰਦੇ ਨੋਟਸ 'ਚ ਲਿਖ ਲਿਓ। ਆ ਮੰਨ ਲਓ ਯੂ ਵੈਲੋਸਿਟੀ ਨਾਲ ਇੱਥੇ ਆਪਾਂ ਪਾਰਟੀਕਲ ਨੂੰ ਸਿੱਟਿਆ, ਪਾਰਟੀਕਲ ਜਾਏਗਾ ਜੀ ਟੱਪਾ ਖਾਏਗਾ, ਫਿਰ ਟੱਪਾ ਖਾਏਗਾ, ਫਿਰ ਟੱਪਾ ਖਾਏਗਾ, ਫਿਰ ਇਹ ਜਾਏਗਾ, ਹੈ ਨਾ। ਤਾਂ ਇੱਥੇ ਉਹਦਾ ਅਗਰ टाइम ऑफ फ्लाइट t है, मैक्सिमम हाइट h है एंड रेंज r है, तो इतने अगर e अपना की है coefficient of restitution।
ਤਾਂ ਇਸ ਦੇ ਲਈ ਆਹ ਵਾਲਾ ਜਿਹੜਾ ਦੂਸਰਾ ਇਹਦਾ ਹੋਏਗਾ, ਇਹਦੇ ਲਈ ਟਾਈਮ ਪੀਰੀਅਡ ਜੋ ਟੀ ਡੈਸ਼ ਹੋਏਗਾ ਟਾਈਮਸ ਟੀ ਹੋਏਗਾ, ਹਾਈਟ ਈ E square H ਰੇਂਜ ਈ ER ਟਾਈਮਸ ਆਰ ਹੋਏਗੀ। ਤੇ ਇੱਥੇ ਕੀ ਹੋ ਜਾਏਗਾ, E square T ਈ ਸਕੁਅਰ ਟੀ ਈ 4 E4 H ਐਚ E square R ਆਰ। ਸਮਝ ਰਹੇ ਹੋ ਨਾ, ਪ੍ਰੀਵੀਅਸ ਨਾਲ ਈ ਗੁਣਾ ਹੋ ਜਾਂਦਾ, ਇੱਥੇ ਈ ਸਕੁਅਰ ਗੁਣਾ ਹੋ ਜਾਂਦਾ ਸੈਂਟਰ ਚ, ਐਂਡ ਸੋ ਔਨ। ਇਹ ਜਸਟ ਇੱਕ ਆਈਡੀਆ ਨਿਕਲਿਆ ਇਸ ਕੁਐਸਚਨ ਦੇ ਵਿੱਚੋਂ। ਗॉट ਇਟ? yes sir ਠੀਕ ਹੈ ਨਾ, ਆ ਕੁਝ ਗੱਲਾਂ ਆ ਗਈਆਂ ਨੇ। ਤੇ ਇੱਕ ਲਾਸਟ ਕੁਐਸਚਨ ਕਰਾਉਂਗਾ, ਬਸ ਤੁਸੀਂ ਉਹ ਗੱਲ ਸਮਝ ਲਓ। ਲਾਸਟ ਕੁਐਸਚਨ ਇਸ ਤੋਂ ਬਾਅਦ ਆਪਾਂ ਖਤਮ ਕਰਦੇ ਹਾਂ ਅੱਜ। ਇਹਦੇ ਨਾਲ ਕੀ ਆ, ਤੁਹਾਨੂੰ ਇੱਕ ਤਾਂ ਪ੍ਰੋਜੈਕਟਾਈਲ ਨੂੰ ਹੁਣ ਤੁਸੀਂ ਡੀਲ ਕਰਨਾ ਆ ਗਿਆ ਤੁਹਾਨੂੰ, ਦੈਟ ਇਸ ਤਰ੍ਹਾਂ ਡੀਲ ਕਰਨਾ ਹੈ, ਜਾਂ ਕੁਝ ਕੋਲਿਜ਼ਨਸ ਨੂੰ ਡੀਲ ਕਰਨਾ ਆ ਗਿਆ, ਕੋਲਿਜ਼ਨਸ ਤੇ ਪ੍ਰੋਜੈਕਟਾਈਲ ਨੂੰ ਡੀਲ ਕਰਨਾ ਆ ਗਿਆ। ਕੁਝ ਚੀਜ਼ਾਂ ਬਸ ਬੇਸਿਕ ਇੱਕ ਲਾਸਟ ਗੱਲ ਸਮਝਾ ਦੇਣਾ ਤੁਹਾਨੂੰ, ਤਾਂ ਤੁਹਾਡੇ ਕੋਲ ਕੰਮ ਕਰਨ ਲਈ ਮਸਾਲਾ ਜਿਹਾ ਹੋਏਗਾ। ਅੱਛਾ ਦੇਖੋ, ਹੁਣ ਤੁਸੀਂ ਇਲਾਸਟਿਕ ਕੋਲਿਜ਼ਨ ਦੇ ਵਿੱਚ ਇੱਕ ਚੀਜ਼ ਦੇਖੀ ਹੈ, इलास्टिक कोलिजन खास करके कह रहे हैं मैं, देखो एक गल इलास्टिक कोलिजन लिए कि अगर कोई बॉल है वो किसी सरफेस के ऊपर आके टकरांदी है विद वेलोसिटी v इत्थे, तो वो बॉल जिन्ने एंगल ते आई उन्ने एंगल ते ही जाती है ना, एंड उस बॉल की वेलोसिटी ऊपर नूं भी v ही हुंदी है अगर कोलिजन इलास्टिक हो। ये तो आप हुणे कर चुके हैं, गल समझ चुके हैं। सिमिलरली अगर यही इंपैक्ट किसी वॉल नाल हो रहा हो, वर्टिकल कोई भी सरफेस हो सकता, वॉल नाल हो रहा हो, तो कोई इत्थों बॉल आ रही हो, वो वेलोसिटी v नाल आ रही हो, देखो आ रही होवे गल नूं ना थोड़ा समझ लिया करो, आ रही होवे मतलब ऐ नहीं कि v नाल ही आ रही, ये हो ही नहीं सकता। वो वेलोसिटी जे इस तरह आ रही है ग्रेविटी दे करके ऑब्वियसली तुहानूं तेज होंदी जाएगी ना। सो आई एम टॉकिंग अबाउट द वेलोसिटी v विद विच इट विल जस्ट स्ट्राइक द वॉल। इस गल नूं समझियो, ते वॉल तो नॉर्मल इंपैक्ट इत्थों आएगा इस डायरेक्शन च, yes sir इत्थे भी फिर थीटा एंगल बना के इधर नूं इहदी जिहड़ी इंपैक्ट होएगा वो इधर नूं होएगी वेलोसिटी v। बट याद रखना कि ये वेलोसिटी जस्ट इत्थे जस्ट इहदे स्ट्राइक करन तो पहला इत्थे है, ये जस्ट उस तो बाद वाली वेलोसिटी है। मैं थोड़ा दूर दूर बनाना बॉल्स, इहदे करके कोई कंफ्यूजन ना रखना किसी भी तरह की। अगर तुसी गल करो कि आ जिहड़ी वेलोसिटी है इहदे कंपोनेंट्स होणगे, जे मैं उपरली वेलोसिटी दा कंपोनेंट बनावां, एक डायग्राम समझा देना, एंड लेट इट दिस बी थीटा, देन दिस विल बी थीटा, you know that, then this will be the component v cos theta and this will be the component V sin theta ਹੁਣ ਇਸ वेलोसिटी ਦਾ ਕਿਹੜਾ ਕੰਪੋਨੈਂਟ ਨਹੀਂ ਟੱਚ ਕਰਨਾ मैं, v U sin cos theta theta v sin थीटा ना, yes sir yes sir ठीक है ਐਂਡ ਹੁਣ ਕਿਹੜਾ ਕੰਪੋਨੈਂਟ ਪ੍ਰਭਾਵਿਤ ਹੋਏਗਾ, ਆ ਵਾਲਾ। ਸੋ ਆ ਵਾਲਾ ਬੇਸਿਕਲੀ ਕਹਿਣ ਦਾ ਮਤਲਬ ਹੋਣਾ ਕੀ ਚਾਹੀਦਾ, ਅਗਰ ਇਨਇਲਾਸਟਿਕ ਕੋਲਿਜ਼ਨ ਹੋਵੇ ਤਾਂ e ਟਾਈਮਸ U v cos theta ਹਾਂ ਮੈਂ v ਲੈ ਲੈਣਾ ਤੇ ਵੈਬ v ਯੂਜ਼ ਕਰ yes sir कोई बात नहीं ਠੀਕ। तो ਆਹੀ ਜਿਹੜਾ e ਹੈ, ਆਹੀ e 1 ਹੋ ਜਾਂਦਾ ਹੈ ਜਦੋਂ ਕੋਲਿਜ਼ਨ ਇਲਾਸਟਿਕ ਹੁੰਦਾ ਹੈ, ਅਦਰਵਾਈਜ਼ e ਹੋ ਜਾਏਗਾ ਨਾ। ਮਤਲਬ ਹੁਣ ਤੁਹਾਨੂੰ ਅਲੱਗ-ਅਲੱਗ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਗੱਲ ਪਤਾ ਲੱਗ ਗਈ ਕਿ ਕਿਹੜੇ ਕੰਪੋਨੈਂਟ ਨੂੰ ਕਿਵੇਂ ਪ੍ਰਭਾਵਿਤ ਕਰਨਾ ਤੇ ਕਿਹਨੂੰ ਨਹੀਂ ਕਰਨਾ। ਕਲੀਅਰ ਹੈ ਗੱਲ ਇਹ? yes sir ਹੁਣ ਇੱਕ ਲਾਸਟ ਕੁਐਸਚਨ ਬਸ ਕਰਨਾ ਆਪਾਂ, ਜਿਹੜਾ ਮੈਂ ਕਹਿ ਰਿਹਾ ਸੀ। ਕੁਐਸਚਨ ਬਹੁਤ ਇੰਟਰਸਟਿੰਗ ਹੈ, ਜੇ ਧਿਆਨ ਨਾਲ ਸਮਝੋਗੇ ਤੁਹਾਨੂੰ ਕਾਫੀ ਕੁਝ ਇਸ ਇੱਕ ਕੁਐਸਚਨ ਚੋਂ ਮਿਲੇਗਾ। ਠੀਕ ਹੈ, ਬਹੁਤ ਧਿਆਨ ਨਾਲ। ਆ ਮੰਨ ਲਓ ਇੱਕ y डायरेक्शन है, आ x डायरेक्शन है, ਤੇ ਇਹਦੇ ਵਿੱਚ ਕੀ ਹੈ ਕਿ ਆ u ਵੈਲੋਸਿਟੀ ਨਾਲ ਆਪਾਂ ਪ੍ਰੋਜੈਕਟ ਕੀਤਾ, ਤੇ ਥੀਟਾ ਐਂਗਲ ਨਾਲ ਪ੍ਰੋਜੈਕਟ ਕੀਤਾ, ਤੇ ਇੱਥੋਂ ਜਦੋਂ ਇਹਨੂੰ ਮਾਰਿਆ ਪ੍ਰੋਜੈਕਟਾਈਲ ਨੂੰ ਤਾਂ ਇਹ ਆ ਕੇ ਇੱਥੇ ਗਿਰਿਆ। ਠੀਕ ਹੈ ਜੀ, ਇਹਦੀ ਰੇਂਜ ਜੋ ਹੈ ਉਹ r ਹੈ, ਇਹ ਗਿਵਨ ਹੈ। ਤੇ ਇਹਦਾ टाइम ऑफ फ्लाइट जो है
ਉਹ 2u sin θ by g ਹੈ। ਇਹ ਦੱਸਦਾ ਨਾ ਵੀ ਦੱਸਦਾ ਤੁਹਾਨੂੰ ਤਾਂ ਵੀ ਪਤਾ ਹੋਣਾ ਚਾਹੀਦਾ ਹੈ ਨਾ। ਹੁਣ दूसरे केस की कर रहा मैं फिर एक्स एक्सिस है और फिर वाई एक्सिस है। ठीक है, तो ये जी रेंज है ना, रेंज तो थोड़ा पहला इत्थे किते एक वॉल है। ठीक है जी, आ वॉल है। ਤੇ ਤੁਹਾਨੂੰ ਪਤਾ ਹੁਣ ਕੀ ਹੋਣ ਵਾਲਾ ਨਾ ਇੱਥੇ ਮੰਨ ਲਓ ਫਿਰ ਉਹੀ ਯੂ ਵੈਲੋਸਿਟੀ ਨਾਲ ਮੰਨ ਲਓ ਮੈਂ ਫਿਰ ਉਹਨੂੰ ਪ੍ਰੋਜੈਕਟ ਕੀਤਾ, ਫਿਰ ਪਹਿਲਾਂ ਦੀ ਤਰ੍ਹਾਂ ਹੀ ਬਿਲਕੁਲ ਸੇਮ ਬਿਲਕੁਲ ਸੇਮ ਥੀਟਾ ਤੇ ਪ੍ਰੋਜੈਕਟ ਕੀਤਾ। ਠੀਕ ਹੈ ਜੀ, ਇੱਥੋਂ ਪ੍ਰੋਜੈਕਟਰ ਜਾ ਰਿਹਾ ਤੇ ਕੀ ਹੋਏਗਾ, ਟੱਕਰ ਹੋ ਜਾਏਗੀ ਤੇ ਕੋਲੀਜ਼ਨ ਮੰਨ ਲਓ ਇਹ ਇਲਾਸਟਿਕ ਹੋਇਆ ਵਾਲ ਦੇ ਨਾਲ। ਠੀਕ ਹੈ, ਤੇ ਫਿਰ ਕੀ ਹੋਏਗਾ, ਬॉल ਇੱਥੋਂ ਟਕਰਾ ਕੇ ਇੱਧਰ ਆਏਗੀ ਨਾ, ਫਿਰ Yes, sir. ਇੱਥੇ ਗਿਰੇਗੀ। ठीक है जी, आ पॉइंट मान लो ए है। ठीक है, आ हाईएस्ट पॉइंट मान लो बी है, मतलब बी ना भी लो चलो, आ पॉइंट बी है मान लो जिथे रखी हुई है, आ सी है जिथे टकराया, आ डी है जिथे गिरया। पता लग गया ना की होया सब नू। एक आप Yes, sir. मतलब पूरी रेंज तो पहला ही वॉल मिल गई, तो वॉल नाल टकरा गया, टकरा के नीचे गिर गया। ठीक है, तो मैं हुण सवाल लिखता, when मैं पूरा लिख देना क्योंकि सवाल का लिखना इसलिए भी जरूरी होता क्योंकि सवाल बाद च पता होना चाहिए कि पूछा गया। when there is no wall, time of flight is t and range is r। ठीक है जी, ये पहला गिवन है अपन, रेंज r and time of flight t। now there is a wall at a distance x less than r। समझ रहे हो गल? Yes, sir. तो x की Yes, है sir. अपना I x AD. a b, हाँ, and collision is elastic, find new time of flight and distance AD। यानी मैं पता करना है न्यू केड़ा पॉइंट होएगा सरफेस ते जिथे जाके वो गिरेगा, ते आप पता करना है कि हुण नवी टाइम ऑफ फ्लाइट की होएगी, क्योंकि नहीं इत्थों इत्थे तक आना, इत्थों नीचे तक आना, मतलब गिरन तक इत्थे दा टाइम ते इत्थे दा टाइम मिला के टोटल। हुण एक क्वेश्चन देखने च लगता कि बड़ा कंपलैक्सीफाई हो गया कि भी ये तो मामला ही बड़ा मतलब वो हो गया कि फस गया विच। ਆਪਾਂ ਇਸ ਨੂੰ ਕਿਵੇਂ ਹੱਲ ਕਰਦੇ ਹਾਂ, ਦੇਖੋ ਹੁਣ ਇਸ ਨੂੰ ਹੱਲ ਕਰਨ ਲਈ ਬਸ ਤੁਸੀਂ ਇੱਕ ਬੇਸਿਕ ਜੀ ਆਬਜ਼ਰਵੇਸ਼ਨ ਅਗਰ ਰੱਖੋਗੇ ਆਪਣੀ ਸਟਰੋਂਗ, ਤਾਂ ਤੁਸੀਂ ਬੜੀ ਈਜ਼ੀਲੀ ਇਹਨੂੰ ਹੱਲ ਕਰ ਲਓਗੇ। ਮੈਂ ਡਾਇਗਰਾਮ ਥੋੜਾ ਵਧੀਆ ਤਰ੍ਹਾਂ ਬਣਾ ਦੂੰਗਾ, ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਿਓ। ਅੱਛਾ, ਆਪਾਂ ਇਹ ਕਰਦੇ ਹਾਂ, ਆਪਾਂ ਇਹਦੇ ਨਾ ਕੋਲੀਜ਼ਨ ਦੀ ਹੀ ਗੱਲ ਕਰਦੇ ਹਾਂ, ਜਸਟ ਕੋਲੀਜ਼ਨ ਹੋਣ ਦੇ ਟਾਈਮ ਦੀ ਗੱਲ ਕਰਦੇ ਹਾਂ। ਠੀਕ ਹੈ, ਜਦੋਂ ਇਹਦਾ ਕੋਲੀਜ਼ਨ ਹੋਏਗਾ ਇੱਥੇ वॉल ਦੇ ਨਾਲ, ਤਾਂ ਮੈਂ ਉਹੀ ਡਾਇਗਰਾਮ ਬਣਾ ਕੇ ਤੁਹਾਨੂੰ ਸਮਝਾਉਣ ਜਾ ਰਿਹਾ ਗੱਲ ਨੂੰ। ਸੋ ਮੰਨ ਲਓ ਆ ਸਰਫੇਸ ਹੈ, ਤੇ ਆ ਵॉल ਹੈ।
ਮੰਨ ਲਓ ਮੈਂ ਉਨੀ ਕੁ ਵਾਲ ਦਿਖਾ ਰਿਹਾ ਜਿਹੜੇ ਪੁਆਇੰਟ ਤੇ ਉਹ ਟਕਰਾਇਆ ਬਸ, ਠੀਕ ਹੈ। ਸੋ ਆ ਜਿਹੜਾ ਪੁਆਇੰਟ ਮੈਂ ਦਿਖਾ ਰਿਹਾ ਉੱਪਰਲਾ ਇਹ C ਪੁਆਇੰਟ ਹੈ, ਜਸਟ ਜਿੱਥੇ ਉਹ ਟਕਰਾਇਆ ਉਹ ਹੀ ਸ਼ੋ ਕਰ ਰਿਹਾ ਮੈਂ ਬਸ। ਤਾਂ ਜਦੋਂ ਉਹ ਟਕਰਾਇਆ ਤਾਂ ਇਸ ਜਗ੍ਹਾ ਤੇ ਟਕਰਾਉਣ ਤੋਂ ਜਸਟ ਪਹਿਲਾਂ ਵਾਲੀ ਜਿਹੜੀ ਉਹਦੀ ਵੈਲੋਸਿਟੀ ਸੀ, ਕੈਨ ਯੂ ਟੈਲ ਮੀ ਉਹਦੀ ਵੈਲੋਸਿਟੀ ਦਾ x ਕੰਪੋਨੈਂਟ ਕਿੰਨਾ ਸੀ? U cos theta. ਹਮੇਸ਼ਾ, ਯੈਸ, ਕਿਉਂਕਿ ਉਹਦਾ x ਕੰਪੋਨੈਂਟ ਕਦੀ ਬਦਲਦਾ ਹੀ ਨਹੀਂ ਹੈ, ਹਨਾ। ਸੋ ਰੈਡ ਪੈਨ ਨਾਲ ਸ਼ੋ ਕਰ ਦੇਣਾ ਮੈਂ ਬਿਫੋਰ ਕੋਲੀਜਨ ਵਾਲਾ। ਉਸਦਾ ਤੇ ਕਿਸ ਡਾਇਰੈਕਸ਼ਨ ਸੀਗਾ, ਲੈਫਟ ਨੂੰ ਕਿ ਰਾਈਟ ਨੂੰ ਅਦਿਤੀ? Right. ਯੈਸ, ਟੱਕਰ ਹੋਣ ਤੋਂ ਜਸਟ ਪਹਿਲਾਂ ਉਹਦਾ u cos ਥੀਟਾ ਤਾਂ ਇਧਰ ਨੂੰ ਹੁੰਦਾ ਹੀ ਹੈ। ਜੇ ਤੁਸੀਂ ਪ੍ਰੋਜੈਕਟਾਈਲ ਮੋਸ਼ਨ ਪੜਿਆ ਹੋਇਆ ਪਹਿਲਾਂ ਵਾਲਾ ਤਾਂ ਤੁਹਾਨੂੰ ਇੰਨਾ ਕੁ ਤਾਂ ਪਤਾ ਹੀ ਹੈ ਕਿ ਉਹ ਮੈਂ ਤੁਹਾਨੂੰ ਸਮਝਾਇਆ ਵੀ ਸੀਗਾ, ਬਾਰ-ਬਾਰ ਦੱਸਿਆ ਸੀ, u cos ਥੀਟਾ ਕਦੇ ਵੀ ਨਹੀਂ ਬਦਲਦਾ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਇਹਦਾ ਇੱਥੇ y ਕੰਪੋਨੈਂਟ ਜੋ ਹੋਏਗਾ ਉਹ ਕੀ ਹੋਏਗਾ ਮੈਨੂੰ ਨਹੀਂ ਪਤਾ ਨਾ ਹੁਣ ਇਸ ਟਾਈਮ, ਉਹ ਤਾਂ ਬਦਲਦਾ ਰਹਿੰਦਾ ਨਾ, ਪਤਾ ਨਹੀਂ ਹੁਣ ਕਿੱਥੇ ਟਕਰਾਇਆ ਉਹ। ਆਪਾਂ ਇਹ ਮੰਨ ਲੈਂਦੇ ਹਾਂ ਕਿ ਉਹਦਾ y ਕੰਪੋਨੈਂਟ ਇੱਥੇ ਕੁਝ ਹੈ, I don't know that component, so I will name it as just uy। ਮੈਨੂੰ ਨਹੀਂ ਪਤਾ ਕਿ ਉਹਦਾ ਕੋਲੀਜਨ ਤੋਂ ਜਸਟ ਪਹਿਲਾਂ ਕੰਪੋਨੈਂਟ ਕੀ ਸੀਗਾ, y ਕੰਪੋਨੈਂਟ, ਪਰ x ਕੰਪੋਨੈਂਟ ਬਾਰੇ ਜਾਣਕਾਰੀ ਹੈ। ਇਹ ਗੱਲ ਕਲੀਅਰ ਹੈ ਪਿਊਸ਼? ਯੈਸ ਸਰ। ਹਨਾ, ਕਿਉਂਕਿ ਆਪਾਂ ਨੂੰ ਨਹੀਂ ਪਤਾ y ਕੰਪੋਨੈਂਟ ਤਾਂ ਬਦਲਦਾ ਰਹਿੰਦਾ ਜੀ ਦੇ ਕਰਕੇ। ਅੱਛਾ, ਹੁਣ ਟੱਕਰ ਹੋਣ ਤੋਂ ਬਾਅਦ ਵਾਲੀ ਸਿਚੁਏਸ਼ਨ ਦੱਸੋ ਯੋਗੇਸ਼। ਟੱਕਰ ਹੋਣ ਤੋਂ ਬਾਅਦ ਜਦੋਂ ਇਲਾਸਟਿਕ ਕੋਲੀਜਨ ਹੋਏਗਾ ਤਾਂ ਇਹਦਾ x ਕੰਪੋਨੈਂਟ ਕਿੰਨਾ ਆਏਗਾ? नेगेटिव ਚ ਆ ਜਾਏਗਾ u cos थीटा। ਨਹੀਂ ਮੈਂ ਮੈਗਨੀਟਿਊਡ ਚ ਪੁੱਛ ਰਿਹਾ ਨਾ, ਕਿਉਂਕਿ ਡਾਇਰੈਕਸ਼ਨ ਤਾਂ ਮੈਂ ਦਿਖਾ ਹੀ ਰਿਹਾ ਨਾ। u cos थीटा ਆਏਗਾ, u cos थीटा ਯੈਸ, ਕਿਉਂ? ਕਿਉਂਕਿ ਉਹ ਕੋਲੀਜਨ ਕਿਹੜਾ ਆ? ਇਲਾਸਟਿਕ। ਹਾਂ, ਅਗਰ ਇਨਇਲਾਸਟਿਕ ਹੁੰਦਾ ਤਾਂ ਕਿੰਨਾ ਆਣਾ ਸੀ? eu cos थीटा। ਹਾਂ, eu cos थीटा। ਤੇ ਹੁਣ ਮੈਨੂੰ ਇਹ ਦੱਸ ਯੋਗੇਸ਼, ਜੋ ਇੱਥੇ ਇੰਪੈਕਟ ਤਾਂ ਨਾਰਮਲ ਹੁੰਦਾ ਹੈ ਨਾ, ਤਾਂ ਫਿਰ uy ਕੰਪੋਨੈਂਟ ਤੇ ਕੋਈ ਫਰਕ ਪਏਗਾ? ਹਾਂਜੀ ਸਰ। uy ਕੰਪੋਨੈਂਟ ਤੇ ਕੋਈ ਫਰਕ ਪਏਗਾ ਆਫਟਰ ਕੋਲੀਜਨ? ਨਹੀਂ ਸਰ। ਨਹੀਂ ਪਏਗਾ, ਕਿਉਂਕਿ ਇੰਪੈਕਟ ਉਸ ਡਾਇਰੈਕਸ਼ਨ 'ਚ ਹੋਇਆ ਹੀ ਨਹੀਂ। ਸੋ ਜੋ ਵੀ uy ਪਹਿਲਾਂ ਸੀਗਾ ਉਹੀ uy ਬਾਅਦ 'ਚ ਰਿਹਾ, ਕੋਈ ਫਰਕ ਹੀ ਨਹੀਂ ਹੈ, ਹਨਾ। ਸੋ ਅਗਰ ਵਾਲ ਰਸਤੇ 'ਚ ਨਾ ਆਂਦੀ ਤਾਂ ਇਹ ਦੋ ਵੈਲੋਸਿਟੀਜ਼ ਦੇ ਕਰਕੇ ਉਹਨੇ ਇੱਧਰ ਜਾਣਾ ਸੀ, ਹਨਾ। ਪਰ ਕਿਉਂਕਿ ਬਾਲ ਦਾ ਟੱਕਰ ਹੋ ਗਈ, ਪਰ ਦੋਨੋਂ ਕੰਪੋਨੈਂਟ ਬਿਲਕੁਲ ਸੇਮ ਹੈ ਪਰ ਇਸ ਡਾਇਰੈਕਸ਼ਨ 'ਚ ਹੈ, ਸੋ ਇਹਦੇ ਕਰਕੇ ਹੀ ਇਹ ਬਾਲ ਵਾਪਸ ਆਈ, ਹਨਾ। ਸਮਝ ਲੱਗ ਰਹੀ ਗੱਲ? सर ਹਾਂਜੀ। सर uy ऊपर भी हो सकता था। नहीं uy मतलब किस तरह ऊपर? हाँ, जे वॉल काफी सर अगर मैक्सिमम हाइट से पहले वॉल रखी होती तो। हाफ रेंज तो पहला होती, तां uy पहला भी हो सकता है, यस हो सकता है। सर फिर हमें क्या पता है कि मैक्सिमम हाइट के बाद ही रखिए, हम नीचे क्यों ले रहे हैं? नहीं मतलब ਆਪਾਂ ਤਾਂ ਕਿਸੇ ਰੈਂਡਮ ਪੋਜੀਸ਼ਨ ਤੇ ਰੱਖ ਲਈ ਫਿਲਹਾਲ, ਆਪਾਂ ਸਿਰਫ ਇਹ ਦੇਖ ਰਹੇ ਹਾਂ। ਅੱਛਾ, ਜੇ ਉਸ ਤੋਂ ਪਹਿਲਾਂ ਹੁੰਦਾ ਤਾਂ ਵੀ ਤੂੰ ਮੈਨੂੰ ਇਹ ਦੱਸ ਕਿ u cos ਥੀਟਾ ਤੇ u cos ਥੀਟਾ ਸੇਮ ਹੋਣੇ ਸੀ? यस सर। ਤੇ ਕੀ uy ਕੰਪੋਨੈਂਟ ਜੇ ਉੱਪਰ ਨੂੰ ਵੀ ਹੁੰਦਾ ਤਾਂ ਉੱਪਰ ਨੂੰ ਬਾਅਦ ਵਿੱਚ ਵੀ ਹੋਣਾ ਸੀ? यस सर। ਤਾਂ ਕਿ ਬਾਅਦ ਦਾ ਮੋਸ਼ਨ, ਰੈੱਡ ਵਾਲਾ ਮੋਸ਼ਨ ਜਿਹੜਾ ਕਿ ਜੇ ਵਾਲ ਨਾ ਹੋਣ ਤੇ ਹੁੰਦਾ ਤੇ ਜੇ ਵਾਲ ਹੋਣ ਤੇ ਹੈ ਤਾਂ ਉਹ ਦੋਨੋਂ ਆਪਸ ਇੱਕ ਦੂਜੇ ਦੇ ਮਿਰਰ ਇਮੇਜ ਵਰਗੇ ਹੋਣੇ ਸੀ? यस सर। ਹੋਣੇ ਹੀ ਸੀ ਨਾ, ਹਨਾ, ਉਹ ਤਾਂ ਹੋਣਾ ਹੀ ਸੀ। यस सर। ਜਿਹੜਾ ਮੋਸ਼ਨ ਇਧਰ ਨੂੰ ਹੋਇਆ ਵਾ, ਜਿਹੜਾ ਅਦਰਵਾਈਜ਼ ਹੁੰਦਾ, ਅਦਰਵਾਈਜ਼ ਅਗਰ ਵਾਲ ਨਾ ਹੁੰਦੀ, ਅਗਰ ਵਾਲ ਹਨਾ ਨਾ ਹੁੰਦੀ, ਇਹ ਹੈਗਾ ਕਿ ਵਿਦ ਵਾਲ, ਅਗਰ ਵਾਲ ਹੈ ਤਾਂ ਇਸ ਤਰ੍ਹਾਂ ਹੋਇਆ, ਤਾਂ ਆਹ ਜਿਹੜਾ ਮੋਸ਼ਨ ਹੈ ਦੋਨੋਂ ਬਿਲਕੁਲ ਸੇਮ ਹੋਣੇ ਸੀ, ਕਿਉਂਕਿ ਇਹਨਾਂ ਦਾ x ਕੰਪੋਨੈਂਟ ਵੀ ਸੇਮ ਹੈ ਤੇ y ਕੰਪੋਨੈਂਟ ਵੀ ਸੇਮ ਹੈ। ਇਹ ਗੱਲ ਬਹੁਤ ਸਮਝਣ ਵਾਲੀ ਹੈ, ਇਹਦੇ ਨਾਲ ਤੁਸੀਂ ਕਾਫੀ ਕੁਝ ਸਮਝ ਸਕਦੇ ਹੋ। ਹੁਣ ਤੁਸੀਂ ਦੇਖੋ, ਇਹਦਾ ਮਤਲਬ ਕਿ ਫਿਰ ਜਿੰਨਾ ਟਾਈਮ ਇਹਨੂੰ ਆਉਣ 'ਚ ਲੱਗੇਗਾ ਤੇ ਉਨਾ ਹੀ ਇੱਧਰ ਲੱਗਣਾ ਸੀ। यस सर। ਤਾਂ ਫਿਰ ਤੁਸੀਂ ਦੱਸੋ ਕਿ ਟਾਈਮ ਆਫ ਫਲਾਈਟ ਨੂੰ ਕੋਈ ਫਰਕ ਪਿਆ? नो सर। है ना, from A to C and C to D will be equal to their same T जो पहला सी, कोई फर्क ही नहीं पिया। जिन्ना टाइम ਉਹਨੂੰ ਵਾਲ ਦੇ ਨਾ ਹੋਣ ਤੇ ਅੱਗੇ ਜਾਣ ਨੂੰ ਲੱਗਣਾ ਸੀ, ਉਨਾ ਹੀ ਟਾਈਮ ਟੱਕਰ ਹੋਣ ਤੋਂ ਬਾਅਦ ਵਾਪਸ ਆਉਣ 'ਚ ਲੱਗਿਆ ਵਾ, ਦੈਟਸ ਇਟ, ਉਹ T ਹੀ ਰਿਹਾ। ਐਂਡ ਇੱਕ ਹੋਰ ਗੱਲ ਦੇਖੋ ਕਿ ਜਿਹੜਾ ਆ ਜੇ ਇੱਥੇ ਜਾ ਕੇ ਇਹਨੇ ਮੰਨ ਲਓ ਇੱਥੇ ਗਿਰਨਾ ਸੀ, ਇੱਥੇ ਹੈ ਨਾ, ਤਾਂ ਆ ਤੁਸੀਂ ਮੈਨੂੰ ਦੱਸੋ ਟੋਟਲ ਰੇਂਜ ਗਿਵਨ ਹੈ ਨਾ ਤੁਹਾਨੂੰ,
यस सर। सर ये A to C, हाँ जी, ये A to C और C to D कैसे टाइम में कोई? A to C ਤੇ C to D, ਮਤਲਬ A to C ਮਤਲਬ ਇੱਥੋਂ A ਤੋਂ C ਤੱਕ ਆਣਾ ਤੇ C ਤੋਂ D ਤੱਕ ਆਣਾ, ਆ ਦੋਨੋਂ ਇਹ ਮਿਲਾ ਕੇ ਉਨਾ ਹੀ T ਹੋਇਆ ਨਾ ਫਿਰ ਜਿੰਨਾ ਪਹਿਲਾਂ ਸੀ, यस सर। ਕਿਉਂਕਿ ਉਹ ਦੋਨੋਂ ਮੋਸ਼ਨ ਸੇਮ ਨੇ। ਹੁਣ ਦੇਖੋ, ਅੱਛਾ ਇੱਕ ਗੱਲ ਹੋਰ, ਹੁਣ ਜੇ ਮੈਂ ਕਹਾਂ ਕਿ ਆ ਇੱਥੇ ਆ ਸੇਮ ਹੋਣਾ ਸੀ ਅਦਰਵਾਈਜ਼, ਹੈ ਨਾ, ਪਰ ਵਾਲ ਚ ਟਕਰਾ ਗਿਆ, ਉਹ ਆ ਪੂਰਾ ਰੇਂਜ ਹੈ ਨਾ ਇੱਥੋਂ ਤੋਂ ਇੱਥੇ ਤੱਕ, ਆ ਕਿੰਨਾ ਹੈ ਮੈਨੂੰ ਦੱਸੋ। ਜੇ ਆ R ਹੈ ਤੇ ਆ X ਗਿਵਨ ਹੈ ਤਾਂ ਤੁਸੀਂ ਮੈਨੂੰ ਦੱਸੋ ਆ ਕਿੰਨਾ ਹੈ, R - X ਹੈ, यस सर। ਤੇ ਆ BD ਕਿੰਨਾ, ਆ ਵੀ R - X ਹੈ, यस सर। ਆ ਕਿੰਨਾ ਹੈ, AX ਹੈ ਨਾ, यानी X प्लस नो 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 AX नहीं है, ये पता करना है, AD प्लस R - X प्लस R - X will give you R, है ना। सो AD प्लस R - X प्लस R - X will give you the range. So AD कितने बराबर आएगा? सर ਤੁਸੀਂ R - X ਕਿਵੇਂ ਲਿਆ? You know, R - X। आ देखना, आप पूरी रेंज R तक गिवन है इतने तक, हाँ जी। ਤੇ ਵਾਲ ਕਿੰਨੇ ਡਿਸਟੈਂਸ ਤੇ ਗਈ ਹੈ, ਵਾਲ x ਡਿਸਟੈਂਸ ਤੇ ਪਈ ਹੋਈ ਹੈ, ਆ ਵੀ ਦੱਸਿਆ ਸਵਾਲ ਦੇ ਵਿੱਚ। ਆ ਕਿੰਨਾ ਹੋਏਗਾ, ਹਾਂ R - X ਹੋਏਗਾ, हाँ जी ठीक है। ਤੇ ਫਿਰ ਆ ਵੀ ਤਾਂ ਉਹੀ ਹੋਏਗਾ, ਬਿਲਕੁਲ ਹੀ ਮਿਰਰ ਇਮੇਜ ਹੋਗੀ ਨਾ ਉਹ ਦੋਨੋਂ ਮੋਸ਼ਨਸ। हाँ जी ठीक है। ਉਹਦੇ ਕਰਕੇ ਫਿਰ ਆਪਣੇ ਕੋਲ ਜਿਹੜਾ ਆਏਗਾ ADO2X - R ਆਏਗਾ, x ਤੇ r ਦੀ ਫਾਰਮ ਦੇ ਵਿੱਚ। ਦੇਖੋ ਇੱਥੇ ਕੀ ਹੈ, ਕੋਲੀਜ਼ਨ ਨੂੰ ਹੀ ਸਮਝਣਾ ਹੋਏਗਾ, ਉਹਦੇ ਨਾਲ ਹੋ ਜਾਏਗਾ, ਨਹੀਂ ਤਾਂ ਤੁਸੀਂ ਉਹ ਜਾ ਕੇ ਤੁਹਾਨੂੰ ਕੀ ਪਤਾ ਵਾਲ ਕਿੰਨੇ ਕੁ ਡਿਸਟੈਂਸ ਤੇ ਪਈ ਹੈ ਤੇ ਕਿੱਥੇ ਕੀ ਹੋਣ ਵਾਲਾ ਹੈ ਉਸ ਤੋਂ ਬਾਅਦ। ਅੱਛਾ, ਹੁਣ ਮੈਂ ਇੱਕ ਸਵਾਲ ਇਹਦੇ ਵਿੱਚ ਹੀ ਪੁੱਛਦਾ ਵਾਂ, ਤੁਸੀਂ ਮੈਨੂੰ ਦੱਸਣਾ ਹੈ, ਇਹਦੇ ਵਿੱਚ ਹੀ ਸਵਾਲ ਪੁੱਛਣ ਜਾ ਰਿਹਾ ਯੋਗੇਸ਼। हाँ जी सर। अगर मैं कह रहा कि कोलिजन इलास्टिक ना होंदा, ये सवाल खत्म हो चुका है, मैं अलग गल कर रहा, अगर कोलिजन इलास्टिक ना होंदा, इन इलास्टिक होंदा ते E ਦੀ ਵੈਲਿਊ ਹਾਫ ਹੁੰਦੀ, ਤਾਂ ਤੂੰ ਮੈਨੂੰ ਦੱਸ ਫਿਰ ਆ U cos θ ਕਿੰਨਾ ਹੁੰਦਾ, ਆ ਵਾਲੀ ਵੈਲੋਸਿਟੀ ਕਿੰਨੀ ਹੋਣੀ ਸੀ ਫਿਰ? U cos θ/2। ਹਾਂ, ਤੇ ਜੇ ਇਹ ਹੌਰੀਜ਼ੌਂਟਲ ਵਾਲਾ ਕੰਪੋਨੈਂਟ ਅੱਧਾ ਹੁੰਦਾ ਤਾਂ ਫਿਰ ਆਹ ਅੱਧੇ ਤੇ ਗਿਰਨਾ ਸੀ ਕਿ ਨਹੀਂ? हाँ जी सर। ਤੇ ਫਿਰ ਆਹ ਡਿਸਟੈਂਸ ਕਿੰਨਾ ਹੋਣਾ ਸੀ, R - X ਬਟਾ 2, है ना। ਸਮਝ ਲੱਗ ਰਹੀ ਗੱਲ? सर लग गया समझ किधर क्या तुसी। मैं कह रहा देख, हॉरिजॉन्टली कितने जाके बॉडी गिरदी है, ये किस गल ते डिपेंड करता ਹੁੰਦਾ, ਇਹ ਉਹਦੇ x ਕੰਪੋਨੈਂਟ ਤੇ ਡਿਪੈਂਡ ਕਰਦਾ ਨਾ। हाँ जी सर। ਸੋ ਅਗਰ ਵੈਲਿਊ ਹਾਫ ਹੁੰਦੀ ਤਾਂ ਆ u cos θ ਤੇ u cos θ ਬਰਾਬਰ ਨਾ ਹੁੰਦੇ, ਫਿਰ ਇਹ ਉਹਦਾ ਹਾਫ ਹੁੰਦਾ ਤੇ ਇਹ ਉਹਦਾ ਹਾਫ ਹੁੰਦਾ, ਤਾਂ ਇਹਨੇ ਫਿਰ ਇੱਥੇ ਨਹੀਂ ਗਿਰਨਾ ਸੀ, ਇੱਥੋਂ ਇਹਨੇ ਇਹਦੇ ਅੱਧੇ ਤੇ ਗਿਰਨਾ ਸੀ ਨਾ। हाँ जी सर ठीक है। ਇੱਥੇ ਗਿਰਿਆ ਤਾਂ ਇਹਨੇ, ਜੇ ਇਹ e ਦੀ ਵੈਲਿਊ 1/3 ਹੁੰਦੀ, ਇਹਨੇ 1/3 ਤੇ ਗਿਰਨਾ ਸੀ ਨਾ। ਫਿਰ हाँ जी सर ठीक है। ਫਿਰ ਆਪਾਂ ਇਹਦਾ ਅੰਦਾਜ਼ਾ ਫੇਰ ਵੀ ਲਗਾ ਸਕਦੇ ਸੀ ਉਹਦੇ ਨਾਲ, E ਟਾਈਮਸ। ਸਮਝ ਲੱਗੀ ਗੱਲ? हाँ जी ਹੌਰੀਜ਼ੌਂਟਲ, सर। ਪਰ ਫਿਰ ਉਹ ਦੋਨੋਂ ਮੋਸ਼ਨ ਸੇਮ ਨਾ ਹੁੰਦੇ, ਫਿਰ ਸਾਨੂੰ ਹਰ ਚੀਜ਼ ਬਾਰੇ ਸੋਚਣਾ ਪੈ ਜਾਂਦਾ, ਠੀਕ ਹੈ। ਪਰ हाँ जी सर। y ਕੰਪੋਨੈਂਟ ਫਿਰ ਵੀ ਸੇਮ ਹੋਣਾ ਸੀ, ਇਸ ਲਈ ਟਾਈਮ ਆਫ ਫਲਾਈਟ ਸੇਮ ਹੋਣੀ ਸੀ, ਕਿਉਂਕਿ ਟਾਈਮ ਆਫ ਫਲਾਈਟ ਸਿਰਫ y ਕੰਪੋਨੈਂਟ ਤੇ ਡਿਪੈਂਡ ਕਰਦੀ ਹੈ। ਅੱਜ ਆਪਾਂ ਸ਼ੁਰੂ ਤੋਂ ਹੀ ਆਈ ਪੜ ਰਹੇ ਹਾਂ, ਹੈ ਨਾ। हाँ जी सर। ਟਾਈਮ ਆਫ ਫਲਾਈਟ ਸਿਰਫ y ਕੰਪੋਨੈਂਟ, ਇਸੇ ਲਈ ਤੁਸੀਂ ਦੇਖਣਾ ਹੁੰਦਾ ਹੈ, ਵਾਲ ਨਾਲ ਟਕਰਾ ਰਿਹਾ, ਫਰਸ਼ ਨਾਲ ਟਕਰਾ ਰਿਹਾ, ਟੱਪਾ ਖਾ ਰਿਹਾ, ਹੈ ਨਾ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਸ ਵਿੱਚ ਟੈਕਲ ਕਰਕੇ ਇਹ ਕੰਮ ਕਰਨਾ ਹੁੰਦਾ ਹੈ। ਸਮਝ ਲੱਗੀ ਗੱਲ ਹੁਣ ਵੈਭਵ? यस सर। ਠੀਕ ਹੈ ਨਾ। ਸੋ ਕੁਝ ਚਲੋ ਕੋਈ ਨਹੀਂ, ਫਿਲਹਾਲ ਤੁਸੀਂ ਇੰਨਾ ਕੁ ਕਰਿਓ, ਹੁਣ ਥੋੜਾ ਹੋਰ ਕੰਮ, ਤੇ 17 ਤਰੀਕ ਨੂੰ ਤੁਹਾਡਾ ਟੈਸਟ ਹੈ ਸ਼ਾਇਦ। यस सर। ਤੁਸੀਂ 16 ਨੂੰ ਤਿਆਰੀ ਕਰਿਓ ਆਪਣੀ ਪੂਰੀ। ਕੱਲ ਮੈਂ ਵੀ ਸ਼ਾਇਦ ਸਰਾਭਾ ਪਿੰਡ ਜਾਣਾ ਹੈ, ਮੈਨੂੰ ਉੱਥੇ ਪ੍ਰੋਗਰਾਮ ਆ ਇੱਕ, ਤੇ